प्रकाश की पोथी 22 ਦੀ 12 ਕੱਢਾਂਗੇ। प्रकाश की पोथी 22 ਦੀ 12। ਵੇਖ ਮੈਂ ਛੇਤੀ ਆਉਂਦਾ ਹਾਂ ਅਤੇ ਫਲ ਮੇਰੇ ਕੋਲ ਹੈ ਭਈ, ਹਰੇਕ ਨੂੰ ਜਿਹਾ ਜਿਸ ਦਾ ਕੰਮ ਹੈ ਤੇਹਾ ਉਸ ਨੂੰ ਬਦਲਾ ਦਿਆਂ। मैं अल्फा ਅਤੇ ओमेगा, पहला ਅਤੇ पिछला, आद ਅਤੇ अंत हाँ। तानो ਜਿਹੜੇ ਆਪਣੇ ਵਸਤਰ ਧੋ ਲੈਂਦੇ ਹਨ ਭਈ ਉਹਨਾਂ ਨੂੰ ਜੀਵਨ ਦੇ ਬਿਰਛ ਉੱਤੇ ਹੱਕ ਹੋਵੇ ਅਤੇ ਉਹ ਦਰਵਾਜ਼ਿਆਂ ਥਾਣੀ ਉਸ ਨਗਰੀ ਦੇ ਅੰਦਰ ਜਾਣ। ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਖੂਨੀ, ਮੂਰਤੀ ਪੂਜਕ ਅਤੇ ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਕਮਾਉਂਦਾ ਹੈ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯीशु मसीह, मेरे महान पिता, सारा आदर जलाल महिमा प्रभु जी असीं तेरे सामर्थी नाम नूं दिंदे खुदावन, क्योंकि कोई होर नाम है ही नहीं प्रभु जी जिहदी महिमा ते वडियाई कीती जा सके। सिर्फ इक्को ही नाम है जिस नाम दे विच छुटकारा है, चंगियाई है खुदावन प्रभु जी, बरकतां हन प्रभु जी। वो नाम तेरा है प्रभु यीशु मसीह। ते मेरे महान पिता, तेरे नाम दे खातर ही खुदावंदा तेरे लोगों ने अपनी जानां दे दित्तियां प्रभु यीशु मसीह। तेरे नाम दे खातर ही खुदावंद तेरे लोग बलिदान करते हैं प्रभु यीशु मसीह। ते मेरे महान पिता प्रभु जी, मैं विश्वास करदा खुदावंदा अज इस चर्च दे विच खुदावंदा प्रभु यीशु मसीह तू इस स्थान च खड़ा है खुदावंद। ते मैं विश्वास करदा प्रभु जी, स्थान च कोई मांस ते लहू नहीं बोलदा प्रभु जी, क्योंकि तेरे वचन विच लिखिया है खुदावंदा, तेरे नबी ने क्या है, तो अपना अनुवादक आप है पवित्र आत्मा। ते खुदावंदा तो अपने वचन नूं आप खोलदा है प्रभु जी, क्योंकि कोई मनुख तेरे वचन नूं नहीं खोलदा प्रभु जी। ते मेरे महान पिता तू आ ते वचन नूं खोल खुदावंदा, ते जिन्ने भैण भाई स्थान च बैठे हैं प्रभु जी, इन्हां दे हिरदे छिद जाण खुदावंदा, ते जान जाण खुदावंदा इस धरती ते कोई होर खुदा नहीं, एक तू ही है खुदावंदा जिहदी महिमा ते वडियाई करनी है ते जिहदे नाल नाल चलना जरूरी है खुदावंद। तू दया कर, कृपा कर, तेरे सामर्थी नाम प्रभु यीशु मसीह दे विच मंगदे हां, आमीन। हालेलुया। परमेश्वर दे पवित्र नाम दी तारीफ होवे। असीं पढ़िया प्रकाश दी पोथी 22 दी 12 विच असीं पढ़िया, वो कहंदा मैं छेती आउंदा हां, फल मेरे कोल है। कहंदा जिस दा जिद्दां दा काम आ, मैं कहंदा उदां दा उहनूं बदला देआं। हुण प्रभु यीशु मसीह ने इनाम देना है लोकां नूं। ਜਦੋਂ खुदा ने आना आ, उन्हें हरेक बंदे नूं इनाम देना। उन्हें कुछ ना कुछ गिफ्ट रखिया आ, हरेक मनुख दे लई गिफ्ट रखिया, क्योंकि यहोवा परमेश्वर पक्षपात नहीं करदा। ਜਿਹੜੇ ਲੋਕ ਉਹਦੀ ਹਜ਼ੂਰੀ 'ਚ ਚੱਲਦੇ ਆ ਉਹਨਾਂ ਦੇ ਲਈ ਵੀ ਗਿਫਟ ਰੱਖੇ ਆ, ਤੇ ਜਿਹੜੇ ਲੋਕ ਹਰਾਮਕਾਰੀਆਂ ਕਰਦੇ ਆ, ਵਚਨ ਤੋਂ ਬਾਹਰ ਜਾ ਕੇ ਵਿਚਾਰੀ ਕਰਦੇ ਆ, ਉਹਨਾਂ ਦੇ ਲਈ ਵੀ ਕੁਝ ਰੱਖਿਆ ਆ। ਕਿਉਂਕਿ ਤੁਹਾਨੂੰ ਪਤਾ ਆ ਖੁਦਾ ਪੱਖਪਾਤ ਨਹੀਂ ਕਰਦਾ। ਜਦੋਂ ਉਹਨੇ ਆਣਾ ਆ ਤੇ ਜਿਹੜੇ ਉਹਦੇ ਲੋਕ ਉਹਦੀ ਪਵਿੱਤਰਤਾਈ ਦੇ ਵਿੱਚ ਚੱਲਦੇ ਆ, ਉਹਦੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੇ, ਉਹਨਾਂ ਨੂੰ ਉਹ ਰੈਪਚਰ ਦੇ ਵਿੱਚ ਲੈ ਕੇ ਜਾਵੇਗਾ। ਤੇ ਜਿਹੜੇ ਲੋਕ ਜਿਨ੍ਹਾਂ ਨੇ ਵਚਨ ਨੂੰ ਤੁੱਛ ਸਮਝਿਆ, ਉਹਨਾਂ ਨੂੰ ਉਸ ਨਰਕ ਦੀ ਅੱਗ ਵਿੱਚ ਸੁੱਟੇਗਾ। ਇਹ ਕੰਮ ਸਾਡਾ ਪਾਕ ਯਹੋਵਾ ਖੁਦਾ ਕਰਦਾ ਆ। ਉਹਨੇ ਪ੍ਰਤੀਫਲ ਹਰੇਕ ਨੂੰ ਦੇਣਾ, ਚਾਹੇ ਕੋਈ ਵੀ ਆ, ਪ੍ਰਤੀਫਲ ਉਹਨੇ ਸਾਰਿਆਂ ਨੂੰ ਦੇਣਾ ਆ। ਇਸ ਕਰਕੇ ਉਹਨੇ ਕਿਹਾ ਬਾਹਰ ਹਨ ਕੁੱਤੇ, ਜਾਦੂਗਰ, ਹਰਾਮਕਾਰ, ਮੂਰਤੀ ਪੂਜਕ, ਹਰ ਕੋਈ ਜਿਹੜਾ ਝੂਠ ਨੂੰ ਪਸੰਦ ਕਰਦਾ ਆ। ਜਿੰਨੇ ਲੋਕਾਂ ਨੇ ਖੁਦਾ ਦੇ ਵਚਨ ਨੂੰ ਛੱਡ ਕੇ ਸੰਸਾਰ ਦੇ ਨਾਲ ਮਿੱਤਰਚਾਰਾ ਕੀਤਾ, ਉਹ ਸਾਰੇ ਤੁਹਾਨੂੰ ਇੱਕ ਦਿਨ ਅੱਗ ਦੀ ਝੀਲ ਵਿੱਚ ਮਿਲਣਗੇ। ਉਹ ਸਾਰੇ ਦੇ ਸਾਰੇ ਅੱਗ ਦੀ ਝੀਲ ਵਿੱਚ ਹੋਣਗੇ ਇੱਕ ਦਿਨ। ਲੇਕਿਨ ਜਿਹੜੇ ਲੋਕ ਪ੍ਰਭੂ ਦੀ ਮਰਜ਼ੀ ਉੱਤੇ ਚੱਲਦੇ ਆ, ਉਹ ਅਨੰਤ ਜੀਵਨ ਦੇ ਲਈ ਠਹਿਰਾਏ ਜਾਣਗੇ। ਕਿੰਨੀ ਮਹਾਨ ਗੱਲ ਆ। ਇਸ ਕਰਕੇ ਉਹ ਕਹਿੰਦਾ ਮੈਂ ਬਹੁਤ ਜਲਦੀ ਆ ਰਿਹਾ, ਜਿਹਾ ਜਿਸ ਦਾ ਕੰਮ ਹੈ ਤੇਹਾ ਉਸ ਨੂੰ ਬਦਲਾ ਦਿਆਂ। ਮੈਂ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਉਹ ਕਹਿੰਦਾ ਮੈਂ ਹੀ ਆ, ਪਹਿਲਾ ਵੀ ਮੈਂ ਆ, ਪਿਛਲਾ ਵੀ ਮੈਂ ਆ, ਆਦ ਅਤੇ ਅੰਤ। ਕਹਿੰਦਾ ਮੈਂ ਹੀ ਆ ਸਭ ਕੁਝ, ਕੋਈ ਦੂਜਾ ਨਹੀਂ ਆ ਵੀ ਜਿਹੜਾ ਤੁਹਾਨੂੰ ਬਚਾ ਸਕਦਾ ਆ ਜਾਂ ਤੁਹਾਡੇ ਪਾਪਾਂ ਨੂੰ ਢੱਕ ਸਕਦਾ ਆ। ਕੋਈ ਹੋਰ ਨਹੀਂ ਆ, ਇੱਕੋ ਹੀ ਆ ਜਿਹਦਾ ਨਾਮ ਪ੍ਰਭੂ ਯੀਸ਼ੂ ਮਸੀਹ ਆ। ਤੇ ਖੁਦਾਵੰਦ ਦੇ ਵਿੱਚ ਜੇ ਚੱਲਣਾ ਆ ਤੇ ਉਹਦੇ ਕੁਝ ਨਿਯਮ ਤੇ ਕਾਨੂੰਨ ਆ। ਲੇਕਿਨ ਜਿਹੜੇ ਮਨੁੱਖ ਉਹਦੇ ਨਿਯਮ ਤੇ ਕਾਨੂੰਨਾਂ ਤੋਂ ਬਾਹਰ ਜਾਂਦੇ ਆ, ਪਰਮੇਸ਼ਵਰ ਉਹਨਾਂ ਨੂੰ ਪਸੰਦ ਨਹੀਂ ਕਰਦਾ। ਇਸ ਕਰਕੇ ਹਮੇਸ਼ਾ ਵਚਨ ਦੇ ਦਾਇਰੇ ਵਿੱਚ ਰਹਿਣਾ। ਅਸੀਂ ਗਲਾਤੀਆਂ ਕੱਢਾਂਗੇ, ਗਲਾਤੀਆਂ 2 ਦੀ 20 ਕੱਢਾਂਗੇ। ਗਲਾਤੀਆਂ 2 ਦੀ 20, ਗਲਾਤੀਆਂ 2 ਦੀ 20 ਦੇ ਵਿੱਚ ਲਿਖਿਆ ਆ, ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ, ਪਰ ਹੁਣ ਤੋਂ ਮੈਂ ਤਾਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਹੁਣ ਮਸੀਹ ਤਾਂ ਉਹਦੇ ਵਿੱਚ ਹੀ ਜਿਊਗਾ,
ਜਿਹੜਾ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦਾ, ਜਿਹੜਾ ਖੁਦਾ ਦੇ ਨਾਲ ਪ੍ਰੇਮ ਕਰਦਾ, ਉਹਦੇ ਵਿੱਚ ਮਸੀਹ ਜਿਉਂਦਾ ਆ। ਲੇਕਿਨ ਜਿਹੜਾ ਸੰਸਾਰ ਦੇ ਨਾਲ ਰਹਿੰਦਾ ਆ ਮਨੁੱਖ, ਉਹਦੇ ਵਿੱਚ ਮਸੀਹ ਨਹੀਂ ਹੁੰਦਾ, ਉਹ ਢੋਂਗੀ ਹੁੰਦਾ ਆ। ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਿਓ। ਸੰਸਾਰ ਤੋਂ ਮਰਿਆ ਹੋਇਆ ਬੰਦਾ ਹੀ ਇੱਕ ਇਹੋ ਜਿਹਾ ਪਰਸਨ ਹੁੰਦਾ ਜਿਹਦੇ ਅੰਦਰ ਮਸੀਹ ਰਹਿ ਸਕਦਾ, ਕਿਉਂਕਿ ਮਸੀਹ ਵੀ ਇਦਾਂ ਨਹੀਂ ਰਹਿੰਦਾ ਕਿਸ ਦੇ ਅੰਦਰ। ਅੱਜ ਮਨੁੱਖ ਕਹਿੰਦਾ ਜੀ ਮੈਂ ਚਰਚ ਜਾਣਾ, ਮੈਂ ਬੈਪਟਾਈਜ਼ ਦਿੱਤਾ, ਮੈਂ ਪ੍ਰਾਰਥਨਾ ਕਰਦੀ, ਮੈਂ ਪ੍ਰਾਰਥਨਾ ਕਰਦਾ ਆ, ਮੈਂ ਫਾਸਟ ਰੱਖਦਾ, ਜੋ ਮਰਜ਼ੀ ਕਰੀ ਜੋ, ਕੋਈ ਮਤਲਬ ਨਹੀਂ। ਜਦੋਂ ਤੱਕ ਮਸੀਹ ਤੁਹਾਡੇ ਅੰਦਰ ਨਹੀਂ ਜਿਉਂਦਾ, ਜਦੋਂ ਤੱਕ ਤੁਹਾਡੇ ਵਿੱਚ ਹੋ ਕੇ ਉਹ ਘੁੰਮਦਾ ਫਿਰਦਾ ਨਹੀਂ ਆ, ਤੁਹਾਡੇ ਸਾਰੇ ਦਾਅਵੇ ਫੋਕੇ ਆ, ਉਹਦਾ ਕੋਈ ਮਤਲਬ ਨਹੀਂ। ਕਹਿੰਦਾ ਮੈਂ ਨਹੀਂ ਜਿਉਂਦਾ, ਸਗੋਂ ਮਸੀਹ ਮੇਰੇ ਵਿੱਚ ਜਿਉਂਦਾ ਹੈ। ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ, ਸੋ ਪਰਮੇਸ਼ਵਰ ਦੇ ਪੁੱਤਰ ਉੱਤੇ ਨਿਸ਼ਚਾ ਨਾਲ ਭੋਗਦਾ ਹਾਂ, ਜਿਸ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ। ਮੈਂ ਪਰਮੇਸ਼ਵਰ ਦੀ ਕਿਰਪਾ ਨੂੰ ਅਖਾਰਤ ਨਹੀਂ ਕਰਦਾ, ਕਿਉਂਕਿ ਜੇ ਸ਼ਰ੍ਹਾ ਦੇ ਰਾਹੀਂ ਧਰਮ ਪ੍ਰਾਪਤ ਹੁੰਦਾ ਤਾਂ ਮਸੀਹ ਤਾਂ ਐਵੇਂ ਹੀ ਹੋਇਆ। ਇਸ ਕਰਕੇ ਸੰਸਾਰ ਤੋਂ ਮਰਨਾ ਆ। ਜਿਹੜਾ ਮਨੁੱਖ ਸੰਸਾਰ ਤੋਂ ਮਰੂਗਾ, ਮਸੀਹ ਨੇ ਉਹਦੇ ਅੰਦਰ ਹੀ ਆਣਾ ਆ। ਕਰੀ ਜਾਓ ਜਿੰਨੀ ਮਰਜ਼ੀ ਪ੍ਰਾਰਥਨਾਵਾਂ, ਰੱਖੀ ਜਾਓ ਜਿੰਨੇ ਮਰਜ਼ੀ ਫਾਸਟ, ਕੋਈ ਮਤਲਬ ਨਹੀਂ। ਅੱਜ ਬਹੁਤ ਲੋਕ ਦਾਵਾ ਕਰਦੇ ਆ, ਤੁਹਾਨੂੰ ਪਤਾ ਜਦੋਂ ਇੱਕ ਕਿਸੇ ਕੁੜੀ ਮੁੰਡੇ ਦੀ ਮੰਗਣੀ ਹੁੰਦੀ, ਇੰਗੇਜਮੈਂਟ ਹੁੰਦੀ ਆ, ਤੇ ਵਿਆਹ ਤੋਂ ਪਹਿਲਾਂ ਕੀ ਹੁੰਦਾ, ਅੰਗੇਜਮੈਂਟ ਹੁੰਦੀ, ਇੱਕ ਵਿਚੋਲਾ ਆਂਦਾ ਜਿਹੜਾ ਮੰਗਣੀ ਕਰਵਾਉਂਦਾ ਆ। ਲੇਕਿਨ ਜੇ ਉਹਨਾਂ ਦੇ ਵਿੱਚੋਂ ਕੋਈ ਵੀ ਵਿਚਾਰੀ ਕਰੇ ਤੇ ਰਿਸ਼ਤਾ ਟੁੱਟ ਜਾਂਦਾ ਆ। ਇਸੇ ਤਰ੍ਹਾਂ ਜਦੋਂ ਕੁੜਮਾਈ ਯੀਸ਼ੂ ਮਸੀਹ ਦੇ ਨਾਲ ਹੋਈ ਆ, ਤੇ ਕੋਈ ਕਵੇ ਮੈਂ ਤਾਂ ਸ਼ੈਤਾਨ ਦੇ ਨਾਲ ਨਜ਼ਾਰੇ ਲੈਣੇ ਜਾ ਕੇ, ਮੈਂ ਤਾਂ ਸ਼ੈਤਾਨ ਦੇ ਨਾਲ ਘੁੰਮਣਾ ਆ, ਸੰਸਾਰ ਦੇ ਵਿੱਚ ਮੈਂ ਘੁੰਮਣਾ ਆ, ਸੰਸਾਰ ਦੇ ਨਜ਼ਾਰਿਆਂ ਨੂੰ ਮੈਂ ਵੇਖਣਾ, ਤੇ ਉਹ ਖੁਦਾ ਦੇ ਨਾਲ ਕਦੇ ਵੀ ਸੰਗਤੀ ਨਹੀਂ ਕਰ ਸਕਦਾ ਇਹੋ ਜਿਹਾ ਮਨੁੱਖ। ਕਿਉਂਕਿ ਅੱਜ ਬਹੁਤ ਲੋਕ ਵੀ ਵਿਚਾਰੀ ਬਣ ਚੁੱਕੇ ਆ। ਉਹ ਕਹਿੰਦੇ ਖੁਦਾ ਵੀ ਤੇ ਸੰਸਾਰ ਵੀ, ਲੇਕਿਨ ਦੋ ਕਿਸ਼ਤੀਆਂ 'ਚ ਕੋਈ ਮਨੁੱਖ ਪੈਰ ਨਹੀਂ ਰੱਖ ਸਕਦਾ, ਜਾਂ ਤੇ ਖੁਦਾ ਜਾਂ ਫਿਰ ਸੰਸਾਰ। ਬਾਈਬਲ ਦੇ ਵਿੱਚ ਲਿਖਿਆ ਹੈ, ਸੰਸਾਰ ਦਾ ਮਿੱਤਰਚਾਰਾ ਪਰਮੇਸ਼ਵਰ ਦੇ ਲਈ ਵੈਰ ਹੈ। ਜੇ ਕੋਈ ਸੰਸਾਰ ਦੇ ਨਾਲ ਮਿੱਤਰਚਾਰਾ ਰੱਖਦਾ ਤੇ ਪਰਮੇਸ਼ਵਰ ਦਾ ਵੈਰੀ ਬਣਦਾ, ਤੇ ਪਰਮੇਸ਼ਵਰ ਆਪਣੇ ਵੈਰੀਆਂ ਨੂੰ ਕਦੇ ਬਖਸ਼ਦਾ ਨਹੀਂ ਹੈ। ਇਸ ਕਰਕੇ ਸੰਸਾਰ ਦੇ ਨਾਲ ਮਿੱਤਰਚਾਰਾ ਨਹੀਂ ਰੱਖਣਾ। ਕਹਿਣਾ ਪ੍ਰਭੂ ਜੀ ਮੈਨੂੰ ਸੰਸਾਰ ਤੋਂ ਮਾਰ ਦੇ ਤੇ ਮੇਰੇ ਅੰਦਰ ਆ ਕੇ ਤੂੰ ਰਹਿ। ਇਸ ਕਰਕੇ ਖੁਦਾ ਦੇ ਰੂਲ ਆ, ਉਹਦੇ ਕਾਨੂੰਨ ਆ, ਉਹਨਾਂ ਨੂੰ ਫੋਲੋ ਕਰਕੇ ਹੀ ਚੱਲਣਾ ਆ। ਜੇ ਕੋਈ ਨਹੀਂ ਫੋਲੋ ਕਰਦਾ ਤੇ ਉਹ ਬੰਦਾ ਕਦੇ ਵੀ ਬਰਕਤ ਆਸ਼ੀਸ਼ ਨਹੀਂ ਪਾਵੇਗਾ। ਭਾਈ ਬ੍ਰੈਨਮ ਨੇ ਵੀ ਇਸ ਗੱਲ ਨੂੰ ਕਿਹਾ, ਕਹਿੰਦੇ ਕਈ ਵਾਰ ਤੁਹਾਡੇ ਕੋਲ ਬਹੁਤ ਪੈਸਾ ਹੋ ਸਕਦਾ, ਧਨ ਦੌਲਤ ਹੋ ਸਕਦਾ, ਸ਼ੋਹਰਤਾਂ ਹੋ ਸਕਦੀਆਂ, ਸਭ ਕੁਝ ਹੋ ਸਕਦਾ, ਲੇਕਿਨ ਉਹ ਖੁਦਾ ਵੱਲੋਂ ਨਹੀਂ ਹੋ ਸਕਦਾ। ਕਿਉਂਕਿ ਜੇ ਖੁਦਾ ਵੱਲੋਂ ਹੋਵੇ ਤਾਂ ਤੁਹਾਡੇ ਜੀਵਨ ਦੇ ਵਿੱਚ ਵਚਨ ਹੋਊਗਾ ਖੁਦਾ ਵੱਲੋਂ। ਸਭ ਤੋਂ ਪਹਿਲਾਂ ਖੁਦਾ ਵਚਨ ਭੇਜਦਾ ਹੈ। ਬਰਕਤਾਂ ਆਸ਼ੀਸ਼ਾਂ ਤਾਂ ਆਮ ਗੱਲਾਂ ਆ, ਕੋਈ ਵੱਡੀ ਗੱਲ ਨਹੀਂ ਆ। ਸਭ ਤੋਂ ਪਹਿਲਾਂ ਖੁਦਾ ਦਾ ਵਚਨ ਤੁਹਾਡੇ ਜੀਵਨ 'ਚ ਹੋਣਾ ਚਾਹੀਦਾ, ਜਿੱਤੋਂ ਪਤਾ ਲੱਗੇ ਵੀ ਤੁਸੀਂ ਮਸੀਹ ਹੋ। ਤੇ ਮਸੀਹ ਬੰਦਾ, ਉਹਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਵੀ ਮੈਂ ਮਸੀਹ ਆ। ਜਿਹੜਾ ਮਸੀਹ ਭੈਣ ਭਾਈ ਹੁੰਦਾ ਆ, ਉਹਦੇ ਕੰਮਾਂ ਤੋਂ ਪ੍ਰਗਟ ਹੁੰਦਾ ਆ ਵੀ ਉਹ ਮਸੀਹ ਹੈ ਜਾਂ ਨਹੀਂ ਹੈ। ਜਦੋਂ ਯੀਸ਼ੂ ਮਸੀਹ ਧਰਤੀ ਤੇ ਆਇਆ, ਉਹਨੇ ਨਹੀਂ ਕਿਹਾ ਵੀ ਮੈਂ ਮਸੀਹ ਆ, ਲੇਕਿਨ ਉਹਦੇ ਕੰਮਾਂ ਨੇ ਪ੍ਰਗਟ ਕਰ ਦਿੱਤਾ ਵੀ ਉਹ ਹੀ ਮਸੀਹ ਆ। ਕੰਮ ਪ੍ਰਗਟ ਕਰਦੇ ਆ ਵੀ ਤੁਸੀਂ ਮਸੀਹ ਹੈ ਕਿ ਨਹੀਂ ਹੈ। ਇਹ ਕੰਮਾਂ ਦੁਆਰਾ ਪ੍ਰਗਟ ਹੁੰਦਾ ਹੈ। ਇਸ ਕਰਕੇ ਨਬੀ ਨੇ ਕਿਹਾ, ਕਹਿੰਦਾ ਅਦਨ ਦੇ ਬਾਗ 'ਚ ਦੋ ਰੁੱਖ ਸੀਗੇ, ਇੱਕ ਜੀਵਨ ਸੀ, ਇੱਕ ਗਿਆਨ ਸੀ। ਮਨੁੱਖ ਨੇ ਗਿਆਨ ਦੇ ਰੁੱਖ ਤੋਂ ਖਾਣ ਦੇ ਲਈ ਜੀਵਨ ਦੇ ਰੁੱਖ ਨੂੰ ਛੱਡ ਦਿੱਤਾ। ਅੱਜ ਵੀ ਇਸੇ ਤਰ੍ਹਾਂ ਨਹੀਂ ਹੈ। ਲੋਕੀ ਵਚਨ ਨੂੰ ਛੱਡ ਕੇ ਸੰਸਾਰ ਵਿੱਚ ਜਾਂਦੇ ਆ। ਉਹ ਕਹਿੰਦੇ ਸੰਸਾਰ ਦਾ ਵੀ ਸਵਾਦ ਕਿਉਂ ਨਾ ਚੱਖ ਲਿਆ ਜਾਵੇ। ਲੇਕਿਨ ਜੇ ਸੰਸਾਰ ਦਾ ਸਵਾਦ ਚੱਖਣਾ ਆ ਤੇ ਉਹ ਤੁਹਾਨੂੰ ਮੌਤ ਦੇ ਵਿੱਚ ਲੈ ਜਾਊਗਾ ਉਹਦਾ ਸਵਾਦ। ਕਿਉਂਕਿ ਸੰਸਾਰ ਦਾ ਸਵਾਦ ਕੀ ਆ? ਮੌਤ ਆ। ਅਤੇ ਪਹਿਲੀ ਬੁਰਕੀ ਖਾਣ ਨਾਲ ਹੀ ਉਸਨੇ ਆਪਣੇ ਆਪ ਨੂੰ ਪਰਮੇਸ਼ਵਰ ਤੋਂ ਵੱਖਰਾ ਕਰ ਲਿਆ। ਅਤੇ ਹਰ ਵਾਰ ਜਦੋਂ ਇੱਕ ਆਦਮੀ ਗਿਆਨ ਦੇ ਰੁੱਖ ਤੋਂ ਖਾਂਦਾ ਹੈ, ਉਹ ਆਪਣੇ ਆਪ ਨੂੰ ਨਾਸ਼ ਕਰਦਾ ਆ। ਕਦੇ ਵੀ ਗਿਆਨ ਦੇ ਰੁੱਖ ਤੋਂ ਨਹੀਂ ਖਾਣਾ, ਹਮੇਸ਼ਾ ਵਚਨ ਤੋਂ ਖਾਣਾ ਆ, ਜੀਵਨ ਦੇ ਰੁੱਖ ਤੋਂ ਖਾਣਾ ਆ। ਲੇਕਿਨ ਅੱਜ ਮਨੁੱਖ ਕਹਿੰਦੇ ਅਸੀਂ ਗਿਆਨ ਦੇ ਰੁੱਖ ਤੋਂ ਵੀ ਖਾਂਦੇ ਰਹੀਏ, ਮਸੀਹ 'ਚ ਵੀ ਚੱਲਦੇ ਰਹੀਏ ਤੇ ਸੰਸਾਰ 'ਚ ਵੀ ਚੱਲਦੇ ਰਹੀਏ। ਪ੍ਰਕਾਸ਼ ਦੀ ਪੋਥੀ ਕਹਿੰਦੀ ਆ, ਦੋਗਲੇ ਮਨੁੱਖ ਨੂੰ ਮੈਂ ਉਗਲ ਸੁੱਟਾਂਗਾ। ਜਾਂ ਤਾਂ ਸੰਸਾਰਿਕ ਬਣ ਜਾਵੋ ਜਾਂ ਫਿਰ ਮਸੀਹ ਬਣ ਜਾਵੋ। ਕਿਸੇ ਦੇ ਤਾਂ ਵਫਾਦਾਰ ਰਹੋ। ਅੱਜ ਮਨੁੱਖ ਕਿਸੇ ਦਾ ਵਫਾਦਾਰ ਨਹੀਂ ਹੈ। ਅੱਜ ਦਾ ਮਨੁੱਖ ਮਤਲਬੀ ਮਨੁੱਖ ਬਣ ਗਿਆ। ਜਿੱਧਰੋਂ ਮਤਲਬ ਨਿਕਲਿਆ ਉਧਰ ਨੂੰ ਚਲਿਆ ਗਿਆ।
ਲੇਕਿਨ ਖੁਦਾਵੰਦ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ। ਪ੍ਰਭੂ ਯੀਸ਼ੂ ਮਸੀਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਸਮਰਪਿਤ ਹਿਰਦੇ ਦੇ ਨਾਲ ਉਹਦੇ ਅੱਗੇ ਆਉਂਦੇ ਤੇ ਕਹਿੰਦੇ, ਪ੍ਰਭੂ ਜੀ ਸਾਡਾ ਜੀਵਨ ਤੈਨੂੰ ਸਮਰਪਿਤ ਆ, ਸਾਡੇ ਜੀਵਨ ਦੇ ਵਿੱਚ ਤੇਰੀ ਮਰਜ਼ੀ ਪੂਰੀ ਹੋਵੇ। ਜਦੋਂ ਯੀਸ਼ੂ ਮਸੀਹ ਨੂੰ ਕਲਵਰੀ ਕਰੂਸ ਤੇ ਚੜਾਇਆ ਜਾਣਾ ਸੀਗਾ, ਉਹਨੂੰ ਪਤਾ ਸੀ ਮੈਨੂੰ ਦੁੱਖਾਂ ਤਕਲੀਫਾਂ ਚੋਂ ਨਿਕਲਣਾ ਪੈਣਾ, ਲੇਕਿਨ ਉਹਨੇ ਕਿਹਾ, ਹੇ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ। ਇਸ ਕਰਕੇ ਹਮੇਸ਼ਾ ਇਹੀ ਕਹਿਣਾ, ਪ੍ਰਭੂ ਜੀ ਸਾਡੇ ਜੀਵਨ 'ਚ ਤੇਰੀ ਮਰਜ਼ੀ ਪੂਰੀ ਹੋਵੇ। ਹੋ ਸਕਦਾ ਉਹਦੀ ਮਰਜ਼ੀ ਦੇ ਵਿੱਚ ਰਹਿ ਕੇ ਤੁਹਾਨੂੰ ਦੁੱਖ ਚੱਲਣੇ ਪੈਣ, ਤੁਹਾਨੂੰ ਤਕਲੀਫਾਂ ਚੱਲਣੀਆਂ ਪੈਣ, ਲੇਕਿਨ ਉਹ ਦੁੱਖ ਤੇ ਤਕਲੀਫਾਂ ਤੁਹਾਨੂੰ ਜੀਵਨ ਦੇ ਵਿੱਚ ਪ੍ਰਵੇਸ਼ ਕਰਾ ਦੇਣਗੀਆਂ। ਇਸ ਕਰਕੇ ਕਹਿਣਾ, ਪ੍ਰਭੂ ਜੀ ਸਾਡੇ ਜੀਵਨ 'ਚ ਤੇਰੀ ਮਰਜ਼ੀ ਪੂਰੀ ਹੋਵੇ। ਕਦੇ ਵੀ ਆਪਣੀ ਮਰਜ਼ੀ ਨੂੰ ਪੂਰਾ ਨਾ ਕਰੋ। ਜਦੋਂ ਇੱਕ ਮਨੁੱਖ ਆਪਣੀ ਮਰਜ਼ੀ ਤੇ ਚੱਲਦਾ ਤੇ ਪਰਮੇਸ਼ਵਰ ਕਹਿੰਦਾ, ਕਰ ਲਾ ਫਿਰ ਤੂੰ ਜੋ ਕਰਨਾ। ਉਹ ਫਿਰ ਟਾਈਮ ਦੇਂਦਾ, ਕਹਿੰਦਾ ਤੂੰ ਕਰਕੇ ਦੇਖ ਲੈ, ਪਹਿਲਾਂ ਤੂੰ ਦੇਖ ਲੈ। ਜਦੋਂ ਇੱਕ ਮਨੁੱਖ ਆਪਣੀ ਮਰਜ਼ੀ ਤੇ ਚੱਲਦਾ ਹੋਇਆ ਕਹਿੰਦਾ, ਕੋਈ ਗੱਲ ਨਹੀਂ, ਅੱਜ ਸੰਡੇ, ਅੱਜ ਨਹੀਂ ਚਰਚ ਗਏ ਤਾਂ ਕੁਝ ਨਹੀਂ ਹੁੰਦਾ, ਅਗਲੇ ਸੰਡੇ ਚੱਲ ਜਾਾਂਗੇ, ਪ੍ਰਭੂ ਨੂੰ ਥੋੜੀ ਛੱਡਤਾ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਭੈਣ ਭਾਈਓ ਜੀਜੋ, ਤੁਸੀਂ ਇੱਕ ਆਗਿਆ ਨੂੰ ਤੋੜ ਕੇ ਇਹਨਾਂ ਦੇ ਉੱਪਰ ਮੌਤ ਆ ਗਈ। ਜੇ ਇਹ ਵੀ ਖੁਦਾ ਦੀ ਆਗਿਆ ਵੀ ਹਰ ਸੰਡੇ, ਹਰ ਉਹਦਾ ਜਿਹੜਾ 7ਵਾਂ ਦਿਨ ਆ, ਤੁਸੀਂ ਵਿਸ਼ਰਾਮ ਦੇ ਦਿਨ ਕੀ ਕਰਨਾ, ਉਹਦੀ ਉਪਾਸਨਾ ਕਰਨੀ ਆ। ਜੇ ਅਸੀਂ ਇਸ ਦਿਨ ਨੂੰ ਤੋੜਦੇ ਆਏ ਆ, ਤੁੱਛ ਸਮਝਦੇ ਆ, ਤੇ ਤੁਹਾਡੀਆਂ ਕੁਝ ਬਰਕਤਾਂ ਵੀ ਚਲੇ ਜਾਂਦੀਆਂ। ਜਿਹੜੀ ਬਰਕਤ ਤੁਹਾਨੂੰ ਮਿਲਣ ਵਾਲੀ ਹੁੰਦੀ ਆ, ਫਿਰ ਕੁਝ ਸਾਲ ਦੂਰ ਚਲੇ ਜਾਂਦੀ, ਕਿਉਂਕਿ ਤੁਸੀਂ ਆਗਿਆਕਾਰੀ ਨੂੰ ਤੋੜ ਦਿੰਦੇ ਹੋ। ਇਸ ਕਰਕੇ ਕਦੇ ਵੀ ਖੁਦਾ ਦੀ ਆਗਿਆਕਾਰੀ ਨਹੀਂ ਤੋੜਨੀ, ਹਮੇਸ਼ਾ ਉਹਦੇ ਵਚਨ ਦੇ ਵਿੱਚ ਰਹਿਣਾ। ਭਾਈ ਬ੍ਰੈਨਮ ਨੇ ਕਿਹਾ, ਹਵਾ ਨੇ ਕੋਈ ਜ਼ਿਆਦਾ ਗਲਤੀਆਂ ਨਹੀਂ ਸੀ ਕੀਤੀਆਂ, ਇੱਕੋ ਹੀ ਗਲਤੀ ਕਰਕੇ ਮੌਤ ਉਹਨਾਂ ਦੇ ਉੱਪਰ ਆ ਗਈ। ਲੇਕਿਨ ਸ਼ੈਤਾਨ ਕਹਿੰਦਾ ਤੁਸੀਂ ਮਰੋਗੇ ਨਹੀਂ, ਲੇਕਿਨ ਫਿਰ ਵੀ ਆਤਮਿਕ ਤੌਰ ਤੇ ਉਹ ਮਰ ਗਏ ਸੀਗੇ। ਆਤਮਿਕ ਰੀਤੀ ਦੇ ਨਾਲ ਮੌਤ ਆਈ। ਜਦੋਂ ਇੱਕ ਮਨੁੱਖ ਕਹਿੰਦਾ ਮੈਂ ਸੰਸਾਰ ਵਿੱਚ ਗਿਆ, ਮੈਂ ਚਰਚ ਥੋੜੀ ਛੱਡਿਆ ਆ, ਸੰਸਾਰ ਦੇ ਨਾਲ ਮਿੱਤਰਚਾਰਾ ਰੱਖਿਆ, ਲੇਕਿਨ ਉਹਦੀ ਆਤਮਿਕ ਮੌਤ ਹੋ ਜਾਂਦੀ ਉਸ ਮਨੁੱਖ ਦੀ। ਇਸ ਕਰਕੇ ਵਚਨ ਦੇ ਦਾਇਰੇ ਵਿੱਚ ਹਮੇਸ਼ਾ ਰਹਿਣਾ, ਕਦੇ ਵੀ ਵਚਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਸ਼ੈਤਾਨ ਨੂੰ ਆਪਣੇ ਮੋਢੇ ਤੇ ਥਾਪੀ ਦੇ ਕੇ ਇਹ ਨਾ ਆਖਣ ਦਿਓ, ਅੱਛਾ ਮੈਂ ਚਰਚ ਜਾਂਦਾ ਹਾਂ। ਕਦੇ ਵੀ ਸ਼ੈਤਾਨ ਨੂੰ ਨਾ ਆਖਣ ਦਿਓ ਵੀ ਮੈਂ ਚਰਚ ਜਾਂਦਾ ਹਾਂ। ਸ਼ੈਤਾਨ ਵੀ ਚਰਚ ਜਾਂਦਾ ਹੈ, ਇਹ ਸਹੀ ਗੱਲ ਹੈ। ਉਹ ਯਕੀਨਨ ਗਿਆ, ਉਹ ਪਰਮੇਸ਼ਵਰ ਕੋਲ ਉੱਪਰ ਗਿਆ, ਸਵਰਗ ਵਿਚਲੇ ਚਰਚ ਵਿੱਚ ਗਿਆ, ਪਰਮੇਸ਼ਵਰ ਦੇ ਪੁੱਤਰਾਂ ਨਾਲ ਖੁਦਾ ਦੇ ਸਿੰਘਾਸਨ ਅੱਗੇ ਗਿਆ। ਉਹਨਾਂ ਦੇ ਨਾਲ ਬੈਠਾ, ਪਰਮੇਸ਼ਵਰ ਨਾਲ ਗੱਲਬਾਤ ਕੀਤੀ। ਉਸਨੇ ਕਿਹਾ ਤੂੰ ਕਿੱਥੇ ਸੀ? ਕਿਹਾ ਧਰਤੀ ਤੇ ਇੱਧਰ ਉੱਧਰ ਫਿਰ ਕੇ ਆਇਆ ਹਾਂ। ਇਹੋ ਹੈ ਜਿੱਥੇ ਉਹ ਫਿਰਦਾ ਹੈ, ਜਿੱਥੇ ਉਹ ਫਿਰਦਾ ਸੀ। ਇਸ ਲਈ ਸ਼ੈਤਾਨ ਚਰਚ ਜਾਂਦਾ ਆ। ਭਾਈ ਬ੍ਰੈਨਮ ਨੇ ਕਿਹਾ ਸ਼ੈਤਾਨ ਵੀ ਚਰਚ ਜਾਂਦਾ ਆ। ਸ਼ੈਤਾਨ ਚਰਚ ਦੇ ਨਾਲ ਸੰਬੰਧ ਰੱਖਦਾ ਹੈ। ਸ਼ੈਤਾਨ ਇੱਕ ਮਸੀਹ ਵਾਂਗ ਐਕਟਿੰਗ ਕਰਦਾ ਹੈ। ਉਹ ਧੋਖੇਬਾਜ਼ ਹੈ, ਅਤੇ ਜੇ ਉਹ ਮਸੀਹ ਵਰਗੀ ਅਤੇ ਚਤਰ ਵਰਗੀ ਐਕਟਿੰਗ ਨਾ ਕਰਦਾ ਹੁੰਦਾ ਤਾਂ ਉਹ ਧੋਖੇਬਾਜ਼ ਨਾ ਹੁੰਦਾ। ਕੋਈ ਬੰਦਾ ਪਰਮਾਇਆ ਨਹੀਂ ਜਾ ਸਕਦਾ ਸੀ ਜੇ ਸਿਰਫ ਉਹ ਕਾਲੇ ਅਤੇ ਚਿੱਟੇ ਦਾ ਹੀ ਫਰਕ ਹੁੰਦਾ, ਇਹ ਇੱਕ ਦੂਜੇ ਦੇ ਵਿਰੋਧ ਵਿੱਚ ਹੁੰਦਾ। ਤਾਂ ਉਹ ਬਾਈਬਲ ਨੇ ਕਿਹਾ ਹੈ ਕਿ ਉਹ ਇੰਨਾ ਨੇੜੇ ਹੋਵੇਗਾ ਕਿ ਹੋ ਸਕਦਾ ਹੈ ਅੰਤ ਦੇ ਦਿਨਾਂ ਵਿੱਚ ਉਸ ਦਾ ਆਤਮਾ ਚੁਣਿਆ ਹੋਇਆਂ ਨੂੰ ਵੀ ਭਰਮਾ ਦੇਵੇ। ਇਸ ਕਰਕੇ ਸ਼ੈਤਾਨ ਦੇ ਹੱਥਾਂ 'ਚ ਆਪਣੇ ਆਪ ਨੂੰ ਨਹੀਂ ਰਹਿਣਾ, ਹਮੇਸ਼ਾ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਦੇਣਾ ਹੈ। ਜੇ ਕੋਈ ਵੀ ਮਨੁੱਖਾ, ਕੋਈ ਭੈਣ ਭਾਈ ਹੋ ਆਪਣਾ ਜੀਵਨ ਪ੍ਰਭੂ ਦੇ ਹੱਥਾਂ 'ਚ ਸੌਂਪ ਦਿੰਦਾ ਆ, ਤੇ ਖੁਦਾ ਉਹਦੀ ਅਗਵਾਈ ਕਰਦਾ ਹੈ। ਕਿਉਂਕਿ ਖੁਦਾਵੰਦ ਆਪਣੇ ਲੋਕਾਂ ਦੀ ਹਮੇਸ਼ਾ ਅਗਵਾਈ ਕਰਦਾ, ਉਹ ਗੱਲਾਂ ਨਹੀਂ ਛੱਡਦਾ। ਜਿੱਦਾਂ ਕਿ ਭੇਡਾਂ ਦੇ ਅੱਗੇ ਇੱਕ ਚਰਵਾਹਾ ਚੱਲਦਾ ਆ, ਭੇਡਾਂ ਦੇ ਨਾਲ ਨਾਲ ਰਹਿੰਦਾ, ਉਹਨਾਂ ਦੀ ਰੱਖਿਆ ਕਰਦਾ, ਇਸੇ ਤਰ੍ਹਾਂ ਖੁਦਾਵੰਦ ਆਪਣੇ ਲੋਕਾਂ ਦੇ ਨਾਲ ਨਾਲ ਰਹਿੰਦਾ ਆ। ਉਹ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਛੱਡਦਾ, ਨਾ ਤਿਆਗਦਾ। ਉਹਨੇ ਕਿਹਾ ਇੱਕ ਦੁੱਧ ਪਿਲਾਉਣ ਵਾਲੀ ਮਾਂ ਤੁਹਾਨੂੰ ਛੱਡ ਸਕਦੀ, ਲੇਕਿਨ ਮੈਂ ਨਾ ਤੁਹਾਨੂੰ ਕਦੇ ਛੱਡਾਂਗਾ ਨਾ ਕਦੇ ਤਿਆਗਾਂਗਾ। ਲੇਕਿਨ ਸ਼ਰਤ ਕੀ ਆ? ਦਾਇਰੇ ਵਿੱਚ ਰਹਿਣਾ ਪੈਣਾ। ਤੁਹਾਨੂੰ ਪਤਾ ਦੇਸ਼ਾਂ ਦੇ ਵੀ ਦਾਇਰੇ ਹੁੰਦੇ ਆ। ਇੰਡੀਆ ਦਾ ਦਾਇਰਾ ਆ, ਇੱਕ ਬਾਰਡਰ ਆ, ਪਾਕਿਸਤਾਨ ਦਾ ਇੱਕ ਬਾਰਡਰ ਆ, ਅਮਰੀਕਾ ਦਾ ਇੱਕ ਬਾਰਡਰ, ਹਰ ਦੇਸ਼ ਦਾ ਇੱਕ ਬਾਰਡਰ ਆ। ਕੋਈ ਬੰਦਾ ਇੱਧਰ ਤੇ ਉੱਧਰ ਨਹੀਂ ਜਾ ਸਕਦਾ। ਇਸੇ ਤਰ੍ਹਾਂ ਜੇ ਤੁਸੀਂ ਮਸੀਹ ਦੇ ਵਿੱਚ ਆਏ ਹੋ ਤੇ ਮਸੀਹ ਦਾ ਵੀ ਇੱਕ ਦਾਇਰਾ ਆ। ਉਹ ਕਹਿੰਦਾ ਤੁਸੀਂ ਇਸ ਤੋਂ ਬਾਹਰ ਨਹੀਂ ਜਾਣਾ। ਲੇਕਿਨ ਜਦੋਂ ਇੱਕ ਮਨੁੱਖ ਉਸ ਵਚਨ ਦੇ ਦਾਇਰੇ ਤੋਂ ਬਾਹਰ ਜਾਂਦਾ ਆ ਤੇ ਉਹਦੇ ਉੱਪਰ ਮੁਸੀਬਤਾਂ, ਪਰੇਸ਼ਾਨੀਆਂ, ਤੰਗੀਆਂ ਆਉਂਦੀਆਂ। ਫਿਰ ਉਹ ਕਹਿੰਦਾ ਖੁਦਾਵੰਦ ਤੂੰ ਭੇਜੀਆਂ। ਲੇਕਿਨ ਬੰਦਾ ਖੁਦ ਉਹਨੂੰ ਆਪਣੇ ਉੱਪਰ ਲੈਂਦਾ। ਜਦੋਂ ਕੋਈ ਖੁਦਾ ਦੀ ਹਜ਼ੂਰੀ ਵਿੱਚੋਂ ਬਾਹਰ ਚੱਲ ਜਾਂਦਾ ਆ ਤੇ ਕੀ ਹੁੰਦਾ? ਸ਼ੈਤਾਨ ਆ ਜਾਂਦਾ ਆ। ਤੇ ਆਪਣੇ ਆਪ ਨੂੰ ਸ਼ੈਤਾਨ ਦੇ ਹੱਥਾਂ 'ਚ ਪੈਣ ਨਾ ਦਿਓ ਜੇ ਵਚਨ ਦੇ ਵਿੱਚ ਚੱਲਣਾ ਆ।
ਜਦਕਿ ਤੁਹਾਨੂੰ ਆਪਣੀ ਬਾਈਬਲ ਲੈ ਕੇ ਕਿਸੇ ਜਗ੍ਹਾ ਤੇ ਹੋਣਾ ਚਾਹੀਦਾ ਹੈ, ਪਰਮੇਸ਼ਵਰ ਦੇ ਸਨਮੁਖ ਆਪਣੇ ਗੋਡਿਆਂ ਭਾਰ ਹੋ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜੇ ਤੁਸੀਂ ਕਿਸੇ ਵੀ ਪ੍ਰੋਬਲਮ ਦੇ ਵਿੱਚੋਂ ਪ੍ਰਾਰਥਨਾ ਕਰੋ, ਕਦੇ ਵੀ ਇਹ ਨਾ ਕਹੋ ਪ੍ਰਭੂ ਆ ਮੇਰੇ ਨਾਲ ਕੀ ਹੋ ਰਿਹਾ, ਕਿ ਪ੍ਰਭੂ ਯਿਸੂ ਮਸੀਹ ਮੇਰੀ ਅਗਵਾਈ ਕਰ। ਪ੍ਰਭੂ ਤੁਹਾਡੀ ਅਗਵਾਈ ਆਪਣੇ ਆਪ ਹੀ ਕਰੇਗਾ। ਲੇਕਿਨ ਜੇ ਕੋਈ ਮਨੁੱਖ ਆਪਣੀ ਮਰਜ਼ੀ ਤੇ ਚੱਲਦਾ ਆ ਤੇ ਫਿਰ ਖੁਦਾ ਉਹਦੀ ਅਗਵਾਈ ਨਹੀਂ ਕਰਦਾ ਕਦੇ ਵੀ। ਉਹਦੇ ਰੂਲ ਤੇ ਦਸਤੂਰ ਆ। ਭਾਈ ਬ੍ਰੈਨਮ ਨੇ ਕਿਹਾ ਆ, ਕਹਿੰਦੇ ਜਿਹੜੀ ਮਰੀਅਮ ਸੀਗੀ ਯਿਸੂ ਮਸੀਹ ਦੀ ਮਾਂ, ਉਹ ਵੀ ਸਵਰਗ ਦੇ ਵਿੱਚ ਨਹੀਂ ਜਾ ਸਕਦੀ ਸੀਗੀ। ਉਹਨੂੰ ਵੀ ਇੱਕ ਰੂਲ ਪੂਰਾ ਕਰਨਾ ਪਿਆ, ਉਹਨੂੰ ਵੀ ਉਸ ਆਗਿਆਕਾਰੀ ਦੇ ਵਿੱਚੋਂ ਨਿਕਲਣਾ ਗਿਆ, ਉਹਨੂੰ ਵੀ ਪਵਿੱਤਰ ਆਤਮਾ ਦਾ ਬਪਤਿਸਮਾ ਲੈਣਾ ਪਿਆ। ਬਿਨਾਂ ਪਵਿੱਤਰ ਆਤਮਾ ਦੇ ਬਪਤਿਸਮੇ ਤੋਂ ਬਗੈਰ ਉਸ ਜਗ੍ਹਾ ਤੇ ਨਹੀਂ ਸੀ ਜਾ ਸਕਦੀ। ਹਰ ਕਿਸੇ ਦੇ ਲਈ ਖੁਦਾ ਨੇ ਨਿਯਮ ਠਹਿਰਾਏ ਆ। ਉਸ ਨਿਯਮ ਤੋਂ ਬਾਹਰ ਕੋਈ ਵੀ ਬੰਦਾ ਖੁਦਾ ਦੇ ਰਾਜ 'ਚ ਦਾਖਲ ਨਹੀਂ ਹੋ ਸਕਦਾ। ਇਸੇ ਤਰ੍ਹਾਂ ਨਬੀ ਨੇ ਕਿਹਾ, ਕਹਿੰਦਾ ਲੂਤ ਦੇ ਦਿਨਾਂ ਦੇ ਵਿੱਚ, ਜਦੋਂ ਲੂਤ ਦੇ ਦਿਨਾਂ ਵਿੱਚ ਕਹਿੰਦਾ 3 ਕਿਸਮ ਦੇ ਵਿਸ਼ਵਾਸੀ ਸੀ, 3 ਕਿਸਮ ਦੇ ਲੋਕ ਸੀਗੇ। ਕਹਿੰਦਾ ਵਿਸ਼ਵਾਸੀ, ਢੋਂਗੀ ਵਿਸ਼ਵਾਸੀ ਤੇ ਅਵਿਸ਼ਵਾਸੀ। 3 ਤਰ੍ਹਾਂ ਦੇ ਲੋਕ ਸੀਗੇ। ਹਰ ਭੀੜ ਵਿੱਚ ਇਸੇ ਤਰ੍ਹਾਂ ਹੁੰਦਾ ਹੈ। ਅਸੀਂ ਵੇਖਿਆ ਹੈ ਸਦੂਮੀ ਲੋਕ ਅਵਿਸ਼ਵਾਸੀ ਸਨ। ਜਿਹੜੇ ਸਦੂਮੀ ਲੋਕ ਸੀ ਉਹ ਅਵਿਸ਼ਵਾਸੀ ਸੀ, ਅਤੇ ਲੂਤ ਢੋਂਗੀ ਵਿਸ਼ਵਾਸੀ ਸੀ, ਅਬਰਾਹਮ ਵਿਸ਼ਵਾਸੀ ਸੀ। ਉਹ ਇੱਕ ਸੀ ਜਿਸ ਦੇ ਨਾਲ ਨੇਮ ਪੱਕਾ ਕੀਤਾ ਗਿਆ ਸੀ। ਉਹੀ ਸੀ ਜਿਹੜਾ ਵਾਅਦੇ ਦੇ ਪੁੱਤਰ ਦੀ ਉਡੀਕ ਕਰ ਰਿਹਾ ਸੀ। ਉਹੀ ਇਕੱਲਾ ਸੀ ਜਿਹੜਾ ਇੰਤਜ਼ਾਰ ਕਰ ਰਿਹਾ ਸੀ। ਆਮੀਨ। ਉਹ ਕਹਿੰਦਾ ਆਮੀਨ। ਨਬੀ ਨੇ ਕਿਹਾ ਆਮੀਨ। ਕਹਿੰਦਾ ਉਹੀ ਸੀ ਜਿਹੜਾ ਇੰਤਜ਼ਾਰ ਕਰ ਰਿਹਾ ਸੀਗਾ, ਉਹੀ ਸੀ ਵਿਸ਼ਵਾਸੀ। ਲੇਕਿਨ ਉੱਥੇ ਲੂਤ ਵੀ ਸੀਗਾ ਤੇ ਹੋਰ ਵੀ ਲੋਕ ਸੀਗੇ, ਲੇਕਿਨ ਵਿਸ਼ਵਾਸੀ ਕੌਣ ਸੀਗਾ? ਵਿਸ਼ਵਾਸੀ ਅਬਰਾਹਮ ਸੀਗਾ। ਇਸ ਕਰਕੇ ਅਬਰਾਹਮ ਵਾਂਗੂ, ਜੇ ਤੁਸੀਂ ਕਹਿੰਦੇ ਅਸੀਂ ਅਬਰਾਹਮ ਦੇ ਬੱਚੇ ਆ, ਤੇ ਵਿਸ਼ਵਾਸ ਵੀ ਅਬਰਾਹਮ ਵਾਂਗੂ ਰੱਖਣਾ ਆ। ਕਿੰਨੇ ਦੁੱਖਾਂ ਦੇ ਵਿੱਚੋਂ ਨਿਕਲਿਆ, ਕਿੰਨੀ ਤਕਲੀਫਾਂ ਦੇ ਵਿੱਚੋਂ ਨਿਕਲਿਆ। ਲੋਕ ਤਾਨੇ ਬਾਣੇ ਮਾਰਦੇ ਹੋਣੇ ਆ, ਬੜਾ ਪ੍ਰਭੂ ਨੂੰ ਮੰਨਦਾ ਆ, ਲੇਕਿਨ ਤੁਹਾਨੂੰ ਪਤਾ ਖੁਦਾ ਦੇ ਲੋਕ ਲੋਕਾਂ ਦੀ ਗੱਲਾਂ ਵੱਲ ਨਹੀਂ ਦੇਖਦੇ। ਕੋਈ ਕੀ ਬੋਲਦਾ, ਉਹ ਹਮੇਸ਼ਾ ਪਰਮੇਸ਼ਵਰ ਦੇ ਵਚਨ ਵੱਲ ਦੇਖਦੇ ਆ। ਇਸ ਕਰਕੇ ਹਮੇਸ਼ਾ ਖੁਦਾ ਦੇ ਵਚਨ ਵੱਲ ਦੇਖਣਾ ਆ। ਕਹਿੰਦਾ ਲੂਤ, ਭਾਈ ਬ੍ਰੈਨਮ ਨੇ ਕਿਹਾ ਲੂਤ ਸੰਸਥਾਗਤ ਸੰਸਥਾ ਵਾਲੇ ਚਰਚ ਦਾ ਨਮੂਨਾ ਸੀਗਾ ਜਿਹੜਾ ਲੂਤ ਸੀਗਾ, ਅਤੇ ਜੇ ਹੇਠਾਂ ਸਦੂਮ ਵਿੱਚ ਹੀ ਸੀ। ਹੁਣ ਧਿਆਨ ਦਿਓ, ਬਾਈਬਲ ਨੇ ਆਖਿਆ ਹੈ ਸਦੂਮ ਦੇ ਪਾਪਾਂ ਦੇ ਕਾਰਨ ਉਸਦੇ ਧਰਮੀ ਪ੍ਰਾਣ 'ਚ ਰੋਜ਼ ਘਬਰਾਹਟ ਹੁੰਦੀ ਸੀ। ਹੁਣ ਉਹ ਪਾਪਾਂ ਦੇ ਕਾਰਨ ਉਹਨਾਂ ਦੇ ਜਿਹੜੇ ਪ੍ਰਾਣ ਸੀ ਉਹਨਾਂ ਨੂੰ ਘਬਰਾਹਟ ਹੁੰਦੀ ਸੀ। ਅੱਜ ਲੋਕ ਘਬਰਾਏ ਨਹੀਂ ਪਏ, ਹਰ ਬੰਦਾ ਅੱਜ ਘਬਰਾਇਆ ਪਿਆ ਹੈ। ਜਿਹੜਾ ਵਚਨ ਤੋਂ ਬਾਹਰ ਬੰਦਾ ਆ ਉਹ ਘਬਰਾਇਆ ਹੀ ਰਹਿੰਦਾ ਆ। ਮੇਰੇ ਨਾਲ ਇਦਾਂ ਹੋ ਜੂ, ਮੇਰੇ ਨਾਲ ਉਦਾਂ ਹੋ ਜੂਗਾ, ਮੈਨੂੰ ਡਰ ਲੱਗਦਾ ਆ। ਕਿਉਂ? ਵਚਨ ਅੰਦਰ ਨਹੀਂ ਆ। ਲੇਕਿਨ ਜਿਹੜੇ ਮਨੁੱਖ ਦੇ ਅੰਦਰ ਵਚਨ ਆ, ਮੌਤ ਵੀ ਉਹਦੇ ਅੱਗੇ ਆ ਕੇ ਖੜ ਜੇ, ਉਹ ਕਦੇ ਘਬਰਾਉਂਦਾ ਨਹੀਂ ਆ। ਸੰਤ ਪੌਲੁਸ ਨੇ ਨਹੀਂ ਕਿਹਾ ਹੈ ਮੌਤ ਤੇਰਾ ਡੰਗ ਕਿੱਥੇ ਚਲਾ ਗਿਆ। ਖੁਦਾ ਦੇ ਲੋਕ ਘਬਰਾਉਂਦੇ ਨਹੀਂ ਆ, ਤੇ ਸ਼ੈਤਾਨ ਕੋਈ ਇੰਨੀ ਪਾਵਰ ਨਹੀਂ ਆ ਵੀ ਜਿਹਦੇ ਅੰਦਰ ਪਵਿੱਤਰ ਆਤਮਾ ਹੋਵੇ ਉਸ ਮਨੁੱਖ ਨੂੰ ਡਰਾ ਦੇ ਜਾਂ ਸਿੱਟ ਦੇਵੇ। ਇਹਦਾ ਮਤਲਬ ਜੇ ਕੋਈ ਮਨੁੱਖ ਸ਼ੈਤਾਨ ਤੋਂ ਡਰਦਾ ਤੇ ਉਹਦੇ ਅੰਦਰ ਆਤਮਾ ਹੀ ਨਹੀਂ ਆ, ਉਹ ਬੰਦਾ ਹੀ ਖਾਲੀ ਆ, ਉਹ ਭੈਣ ਹੀ ਖਾਲੀ ਆ, ਉਹ ਭਾਈ ਖਾਲੀ ਆ। ਇਸ ਕਰਕੇ ਉਹਨੂੰ ਕਹੋ ਪ੍ਰਭੂ ਜੀ ਮੇਰੇ ਅੰਦਰ ਆ ਜਾ। ਤੇ ਅੰਦਰ ਕਦੋਂ ਆਊਗਾ ਪ੍ਰਭੂ? ਅੰਦਰ ਏਦਾਂ ਨਹੀਂ ਆਉਂਦਾ। ਸਭ ਤੋਂ ਪਹਿਲਾਂ ਵਚਨ ਦੇ ਅੰਦਰ ਆਣਾ। ਜਦੋਂ ਵਚਨ ਤੁਹਾਡੇ ਅੰਦਰ ਆ ਗਿਆ ਤੇ ਪ੍ਰਭੂ ਵੀ ਤੁਹਾਡੇ ਅੰਦਰ ਆ ਗਿਆ। ਇਸ ਕਰਕੇ ਵਚਨ ਨੂੰ ਪਹਿਲ ਦੇਣੀ ਆ, ਕਦੇ ਵੀ ਸੰਸਾਰਿਕ ਚੀਜ਼ਾਂ ਨੂੰ ਪਹਿਲ ਨਹੀਂ ਦੇਣੀ। ਹੁਣ ਤੁਹਾਨੂੰ ਪਤਾ ਆ ਗਲਤੀਆਂ, ਅੱਜ ਹਰ ਮਨੁੱਖ ਗਲਤੀ ਕਰਦਾ ਆ, ਲੇਕਿਨ ਗਲਤੀ ਦੀ ਮਾਫੀ ਨਹੀਂ ਮਿਲਦੀ। ਮੈਂ ਤੁਹਾਨੂੰ ਸੰਦੇਸ਼ ਦੇ ਵਿੱਚੋਂ, ਭਾਈ ਬ੍ਰੈਨਮ ਦੇ ਸੰਦੇਸ਼ ਦੇ ਵਿੱਚੋਂ ਕਲੀਅਰ ਕਰੂੰਗਾ। ਬਾਈਬਲ ਦੇ ਵਿੱਚ ਵੀ ਇਹ ਸਭ ਗੱਲਾਂ। ਤੁਹਾਨੂੰ ਪਤਾ ਹੈ ਕਿ ਅਹਾਬ ਇਸਰਾਇਲ ਵਿੱਚ ਰਾਜ ਕਰਦਾ ਸੀ। ਉਸ ਸਮੇਂ ਜਦ ਇਸਰਾਇਲ ਉੱਤੇ ਰਾਜਾ ਸੀ ਅਤੇ ਉਹ ਇਸਰਾਇਲ ਦੇ ਸਭ ਰਾਜਿਆਂ ਨਾਲੋਂ ਬੁਰਾ ਰਾਜਾ ਸੀ। ਭਾਈ ਬ੍ਰੈਨਮ ਨੇ ਕਿਹਾ ਜਿਹੜਾ ਅਹਾਬ ਸੀਗਾ ਸਭ ਰਾਜਿਆਂ ਨਾਲੋਂ ਬੁਰਾ ਰਾਜਾ ਸੀ। ਅਹਾਬ ਵਰਗਾ ਬੁਰਾ ਰਾਜਾ ਕੋਈ ਨਹੀਂ ਸੀ ਹੋਇਆ, ਕਿਉਂਕਿ ਉਸਨੂੰ ਸਿਖਾਇਆ ਵੀ ਗਿਆ ਸੀ ਅਤੇ ਉਹ ਚੰਗੀ ਤਰ੍ਹਾਂ ਜਾਣਦਾ ਸੀ। ਹਰੇਕ ਗੱਲ ਵਿੱਚ ਪਰਮੇਸ਼ਵਰ ਨੂੰ ਲਗਾਤਾਰ ਨਾਖੁਸ਼ ਕੀਤਾ। ਉਹਨੂੰ ਪਤਾ ਸੀਗਾ ਵੀ ਮੈਂ ਗਲਤੀ ਤੇ ਆ, ਲੇਕਿਨ ਉਹ ਕਰਦਾ ਗਿਆ ਗਲਤੀਆਂ। ਉਹਨੂੰ ਸਮਝਾਇਆ ਵੀ ਜਾਂਦਾ ਸੀਗਾ ਵੀ ਆਹ ਕੰਮ ਗਲਤ ਆ, ਲੇਕਿਨ ਉਹ ਗਲਤੀਆਂ ਕਰਦਾ ਗਿਆ। ਭਾਵੇਂ ਉਸਦੇ ਕੋਲ ਬੜੀ ਮਹਾਨ ਸੈਨਿਕ ਪ੍ਰਣਾਲੀ ਸੀਗੀ, ਕਹਿੰਦਾ ਲੋਕ ਬੜੇ ਖੁਸ਼ ਸੀ ਉਹਦੇ ਰਾਜ ਦੇ ਵਿੱਚ, ਕਹਿੰਦਾ ਲੇਕਿਨ ਫਿਰ ਵੀ ਉਹ ਪਰਮੇਸ਼ਵਰ ਤੋਂ ਦੂਰ ਸੀਗਾ। ਅਤੇ ਉਸਨੇ ਆਪਣੇ, ਕਹਿੰਦਾ ਫਿਰ ਨਬੀ ਨੇ ਕਿਹਾ ਉਸਨੇ ਆਪਣੇ ਲਈ ਵਿਆਹ ਕੀਤਾ। ਉਹਨੇ ਵਿਆਹ ਕੀਤਾ
ਬਜਾਏ ਆਪਣੀ ਕੌਮ ਦੇ ਲੋਕਾਂ ਵਿੱਚ ਵਿਆਹ ਕਰਨ ਦੇ, ਜਾਂ ਉਸਨੇ ਇੱਕ ਪਾਪੀ ਮੂਰਤੀ ਪੂਜਕ ਬੁੱਤਾਂ ਦੀ ਪੂਜਾ ਕਰਨ ਵਾਲੀ ਦੇ ਨਾਲ ਵਿਆਹ ਕਰ ਲਿਆ। ਇੱਕ ਬੰਦੇ ਨੂੰ ਵਚਨ ਦਾ ਪਤਾ ਵੀ ਮੈਂ ਕੰਮ ਨਹੀਂ ਕਰਨਾ, ਉਹ ਫਿਰ ਵੀ ਗਲਤੀ ਕਰ ਰਿਹਾ ਆ, ਉਹ ਕਹਿੰਦਾ ਉਹਨੇ ਇੱਕ ਮੂਰਤੀ ਪੂਜਕ ਬੁੱਤਾਂ ਦੀ ਪੂਜਾ ਕਰਨ ਵਾਲੇ ਦੇ ਨਾਲ ਵਿਆਹ ਕਰ ਲਿਆ। ਤੁਹਾਨੂੰ ਪਤਾ, ਜੇ ਕੋਈ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦਾ ਆ ਤੇ ਕਿਸੇ ਮੂਰਤੀ ਪੂਜਕ ਔਰਤ ਨਾਲ ਵਿਆਹ ਕਰਾਉਂਦਾ ਤੇ ਉਹ ਸ਼ਾਪਿਤ ਹੋ ਜਾਂਦਾ, ਬੰਦਾ ਸ਼ਰਾਪ ਦੇ ਥੱਲੇ ਚਲਾ ਜਾਂਦਾ ਆ ਉਹ। ਕਿਉਂਕਿ ਖੁਦਾ ਗਲਤ ਚੀਜ਼ ਨੂੰ ਐਕਸੈਪਟ ਨਹੀਂ ਕਰਦਾ ਕਦੇ ਵੀ। ਕਿਸੇ ਵੀ ਹਾਲਤ ਵਿੱਚ ਕਿਸੇ ਵੀ ਵਿਸ਼ਵਾਸੀ ਨੂੰ ਇੱਕ ਅਣਵਿਸ਼ਵਾਸੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਅੱਜ ਬਹੁਤ ਲੋਕ ਕਹਿ ਦਿੰਦੇ ਆ ਨਾ, ਵਿਆਹ ਕਰ ਲੈਂਦੇ ਉਹ ਬਚ ਜੂ, ਉਹ ਬੱਚੂ ਨੂੰ ਤੁਹਾਨੂੰ ਵੀ ਡੋਬ ਦੂਗਾ, ਤੁਹਾਨੂੰ ਵੀ ਡੋਬ ਦੂਗੀ ਉਹ। ਇਸ ਕਰਕੇ ਨਬੀ ਨੇ ਕਿਹਾ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਵਿਸ਼ਵਾਸੀ ਨੂੰ ਇੱਕ ਅਣਵਿਸ਼ਵਾਸੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੀਦਾ। ਉਸ ਨੂੰ ਹਮੇਸ਼ਾ ਹੀ ਵਿਸ਼ਵਾਸੀ ਦੇ ਨਾਲ ਹੀ ਵਿਆਹ ਕਰਨਾ ਚਾਹੀਦਾ ਹੈ, ਉਸ ਨੂੰ ਹਮੇਸ਼ਾ ਹੀ ਵਿਸ਼ਵਾਸੀ ਦੇ ਨਾਲ ਵਿਆਹ ਕਰਨਾ ਚਾਹੀਦਾ ਹੈ। ਨਬੀ ਨੇ ਕਿਹਾ ਹੈ। ਅੱਜ ਕਿੰਨੇ ਲੋਕ ਆ ਉਹ ਦਾਵਾ ਕਰਦੇ ਪਰਮੇਸ਼ਵਰ ਤੂੰ ਸਾਨੂੰ ਲੈਣ ਆ ਰਿਹਾ, ਅਸੀਂ ਤੇਰੇ ਨਾਮ ਤੇ ਬੈਪਟਾਈਜ਼ ਲਿਆ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ, ਤੇ ਕੰਮ ਸੰਸਾਰਿਕ ਆ ਤੇ ਪਰਮੇਸ਼ਵਰ ਪਸੰਦ ਨਹੀਂ ਕਰੂਗਾ ਇਸ ਚੀਜ਼ਾਂ ਨੂੰ। ਪਰਮੇਸ਼ਵਰ ਨਫ਼ਰਤ ਕਰਦਾ, ਖੁਦਾ ਨਫ਼ਰਤ ਕਰਦਾ ਆ ਇਹੋ ਜਿਹੇ ਲੋਕਾਂ ਤੋਂ। ਮੰਗਣੀ ਦਾ ਦਾਵਾ ਯੀਸ਼ੂ ਮਸੀਹ ਦੇ ਨਾਲ ਤੇ ਝੂਠੇ ਕਿਹਦੇ ਨਾਲ? ਸ਼ੈਤਾਨ ਦੇ ਨਾਲ। ਸੰਸਾਰ ਦੇ ਵਿੱਚ ਜਾ ਕੇ ਘੁੰਮ ਰਹੇ ਹੋ ਤੁਸੀਂ, ਕਹਿੰਦੇ ਸੰਸਾਰ ਤੂੰ ਬਹੁਤ ਸੋਹਣਾ ਆ, ਸੰਸਾਰ ਸੋਹਣਾ ਆ, ਲੇਕਿਨ ਸੰਸਾਰ ਦੇ ਸੌਂਪਣ ਦੇ ਵਿੱਚ, ਉਹਦੇ ਸੋਹਣੇਪਣ ਦੇ ਪਿੱਛੇ ਮੌਤ ਆ। ਇਸ ਕਰਕੇ ਸੰਸਾਰ ਦੇ ਵਿੱਚ ਨਹੀਂ ਕਦੇ ਵੀ ਜਾਣਾ, ਨਾ ਸੰਸਾਰ ਦੇ ਰੀਤੀ ਰਿਵਾਜਾਂ ਨੂੰ ਮਨਾਉਣਾ ਆ। ਪਰ ਅਹਾਬ ਨੇ ਬੁਰੀ ਗੱਲ ਕੀਤੀ ਸੀ, ਕੋਈ ਸ਼ੱਕ ਨਹੀਂ ਸੀ। ਇਜ਼ਬਲ ਇੱਕ ਸੁੰਦਰ ਔਰਤ ਸੀ ਅਤੇ ਉਸਦੇ ਮੁਹਾਵਰੇ ਵੱਲ ਵੇਖ ਕੇ ਉਹ ਫਸ ਗਿਆ, ਬਜਾਏ ਇਸ ਦੇ ਕਿ ਉਹ ਕੀ ਸੀ। ਅੱਜ ਬਹੁਤ ਸਾਰੇ ਲੋਕ ਇਹੀ ਗਲਤੀ ਕਰਦੇ ਆ, ਉਹ ਕਹਿੰਦੇ ਸੰਸਾਰ ਸੋਹਣਾ, ਸੰਸਾਰ 'ਚ ਵੀ ਘੁੰਮਣਾ ਚਾਹੀਦਾ ਆ ਮਾੜਾ ਮੋਟਾ, ਲੇਕਿਨ ਜੇ ਕੋਈ ਸੰਸਾਰ 'ਚ ਘੁੰਮਦਾ ਬੰਦਾ ਫਸ ਗਿਆ, ਫਿਰ ਸਮਝ ਲਓ ਉਹਦਾ ਮੁੜਨਾ ਬਹੁਤ ਮੁਸ਼ਕਲ ਹੋ ਜਾਂਦਾ। ਅਤੇ ਉਸ ਇਜ਼ਬਲ ਨੇ ਲੋਕਾਂ ਦੇ ਵਿਚਾਲੇ ਉਸ ਦੇਸ਼ ਵਿੱਚ ਮੂਰਤੀ ਪੂਜਾ ਲਿਆਂਦੀ ਅਤੇ ਲੋਕ ਉਹਨਾਂ ਦੇ ਜਾਜਕ ਅਤੇ ਸੇਵਾਦਾਰ ਕਹਿੰਦਾ ਸਾਰੇ ਦੇ ਸਾਰੇ ਉਹਦਾ ਸ਼ਿਕਾਰ ਹੋ ਗਏ। ਕੋਈ ਗਲਤ ਬੰਦਾ ਜਦੋਂ ਐਂਟਰ ਕਰਦਾ ਤੇ ਉਹ ਗਲਤੀਆਂ ਦੇ ਨਾਲ ਹੀ ਸਿਸਟਮ ਖਰਾਬ ਕਰ ਦਿੰਦਾ ਹੈ। ਜੇ ਕੋਈ ਬੰਦਾ ਵਿਸ਼ਵਾਸੀ ਆਪਣੇ ਆਪ ਨੂੰ ਕਹਿੰਦਾ ਆ ਮੂਰਤੀ ਪੂਜਕ ਨਾਲ ਵਿਆਹ ਕਰਾਊਗਾ, ਤੇ ਉਹ ਮੂਰਤੀ ਪੂਜਕ ਔਰਤ ਨੇ ਪ੍ਰਭੂ ਦੀ ਥੋੜੀ ਉਪਾਸਨਾ ਕਰਨੀ ਹੈ, ਉਹਨੇ ਆਪਣੇ ਸਿਸਟਮ ਚਲਾਣੇ ਆ। ਉਹਨੇ ਕਹਿਣਾ ਨਹੀਂ, ਜੋ ਮੈਂ ਸਿੱਖਿਆ ਮੈਂ ਤੇ ਉਹੀ ਕਰਨਾ। ਜਿਹੜਾ ਬੰਦਾ ਮਸੀਹ ਹੁੰਦਾ ਉਹ ਮਸੀਹ ਨੂੰ ਪੇਸ਼ ਕਰਦਾ, ਜੇ ਕੋਈ ਸ਼ੈਤਾਨੀ ਹੁੰਦਾ ਉਹ ਸ਼ੈਤਾਨ ਨੂੰ ਪੇਸ਼ ਕਰਦਾ ਆ। ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਖੁਦਾ ਵਿਭਚਾਰੀ ਕਹਿੰਦਾ ਆ, ਇਹੋ ਜਿਹੇ ਲੋਕ ਵਿਭਚਾਰੀ ਆ। ਜੇ ਕੋਈ ਪਾਪੀ ਹੁੰਦਾ ਪਾਪ ਤੇ क्षमा ਕਰ ਦਿੰਦਾ ਖੁਦਾ, ਪਾਪੀਆਂ ਵਾਸਤੇ ਤਾਂ ਖੁਦਾ ਆਇਆ, ਵਿਭਚਾਰੀਆਂ ਵਾਸਤੇ ਵੀ ਖੁਦਾ ਆਇਆ। ਲੇਕਿਨ ਕੋਈ ਬੰਦਾ ਵਚਨ ਨੂੰ ਜਾਣ ਕੇ ਗਲਤੀ ਕਰਦਾ ਉਹਨੂੰ ਮਾਫੀ ਨਹੀਂ ਆ। ਇੱਕ ਬੰਦਾ ਅਣਜਾਣ ਪੁਣੇ 'ਚ ਗਲਤੀ ਕਰਦਾ ਆ ਉਹਨੂੰ ਮਾਫੀ ਹੈਗੀ ਆ, ਲੇਕਿਨ ਜੇ ਕੋਈ ਜਾਣ ਬੁੱਝ ਕੇ ਗਲਤੀ ਕਰਦਾ ਉਹਨੂੰ ਬਾਈਬਲ ਹਰਾਮਕਾਰ ਕਹਿੰਦੀ ਆ। ਜਾਣ ਬੁੱਝ ਕੇ ਕਦੇ ਗਲਤੀ ਨਾ ਕਰੋ। ਅੱਜ ਕੀ ਲੋਕਾਂ ਨੂੰ ਪਤਾ ਨਹੀਂ ਆ ਵੀ ਸੱਚ ਕੀ ਆ ਤੇ ਝੂਠ ਕੀ ਆ, ਲੋਕ ਫਿਰ ਵੀ ਗਲਤੀ ਕਰਦੇ ਆ। ਇਹੋ ਜਿਹੇ ਲੋਕਾਂ ਨੂੰ ਖੁਦਾ ਕਦੇ ਪਸੰਦ ਨਹੀਂ ਕਰਦਾ। ਕੋਈ ਮੈਨੂੰ ਪੁੱਛ ਸਕਦਾ ਹੈ ਕਿ ਦੁਬਾਰਾ ਨਕਸ਼ਾ ਖਿੱਚਣ ਦੇ ਲਈ, ਕਹਿੰਦਾ ਦੁਬਾਰਾ ਨਕਸ਼ਾ ਖਿੱਚਣ ਦੇ ਲਈ ਜੋ ਕਿ ਮੈਂ ਹੁਣੇ ਜਿਹੇ ਆਖਿਆ ਹੈ ਕਿ ਅੱਜ ਦੀ ਤਸਵੀਰ ਵਾਂਗ ਹੀ ਹੈ। ਹੋ ਸਕਦਾ ਹੈ ਕਿ ਅਸੀਂ ਸੋਚੀਏ ਅਸੀਂ ਤਾਂ ਮੂਰਤੀ ਪੂਜਕ ਨਹੀਂ ਹਾਂ, ਪਰ ਅਸੀਂ ਹਾਂ। ਨਬੀ ਕਹਿੰਦਾ ਜੇ ਕੋਈ ਸੋਚਦਾ ਵੀ ਮੈਂ ਮੂਰਤੀ ਪੂਜਕ ਨਹੀਂ ਹਾਂ, ਕਹਿੰਦਾ ਤੁਸੀਂ ਹੈਗੇ ਹੋ। ਅੱਜ ਲੋਕ ਮੂਰਤੀ ਪੂਜਾ ਕਰਦੇ ਹਨ ਕਿਉਂਕਿ ਉਹ ਬੁੱਤਾਂ ਦੀ ਪੂਜਾ ਕਰਦੇ ਹਨ। ਕੁਛ ਤਾਂ ਬੁੱਤਾਂ ਦੀ ਥਾਂ ਫਿਲਮੀ ਸਿਤਾਰਿਆਂ ਦੀ ਪੂਜਾ ਕਰਦੇ ਆ। ਅੱਜ ਮਸੀਹ ਬੱਚੇ ਦੇਖ ਲਓ ਤੁਸੀਂ, ਉਹ ਹੀਰੋ ਹੀਰੋਇਨ ਨੂੰ ਕਹਿੰਦੇ ਆ ਵੀ ਆ ਮੈਂ ਇਹਦੇ ਵਰਗੀ ਦਿਖਦੀ ਆ, ਮੇਰੇ ਵਾਲ ਇਹਦੇ ਵਰਗੇ, ਮੈਂ ਇਹਦੇ ਵਰਗੇ ਕੱਪੜੇ ਪਾਣੇ ਆ, ਇਸ ਹੀਰੋਇਨ ਵਰਗੇ ਮੈਂ ਕੱਪੜੇ ਪਾਣੇ ਆ। ਇਹ ਕੀ ਆ? ਸਭ ਹਰਾਮਕਾਰੀ ਤੇ ਗਲਤ ਕੰਮ ਆ। ਕਿਉਂ? ਮੂਸਾ ਨੇ ਕਿਹਾ ਸੀ ਤੁਹਾਡੇ ਬੱਚਿਆਂ ਦੇ ਹਿਰਦਿਆਂ ਦੀ ਪੱਟੀਆਂ ਦੇ ਉੱਪਰ ਵਚਨ ਹੋਵੇ, ਲੇਕਿਨ ਅੱਜ ਕੀ ਆ? ਅੱਜ ਮਸੀਹ ਲੋਕਾਂ ਦੇ ਜੀਵਨ ਦੇਖ ਲਓ ਕਿੱਦਾਂ ਦੇ ਆ। ਉਹਨਾਂ ਦੀ ਹਿਰਦਿਆਂ ਦੀ ਪੱਟੀਆਂ ਉੱਤੇ ਟਿਕਟੋਕ ਫਿਲਮਾਂ ਦੇ ਗਾਣੇ ਹਰਾਮਕਾਰੀ ਹੈ। ਕਿਉਂ? ਨਬੀ ਨੇ ਕਿਹਾ ਉਹਨਾਂ ਦੇ ਮਾਂ ਪਿਓ ਵੀ ਇਹੋ ਜਿਹੀ ਆ। ਇਸ ਕਰਕੇ ਜੇ ਅੱਜ ਮਸੀਹ ਔਰਤਾਂ ਪੈਂਟਾਂ ਪਾਉਂਦੀਆਂ, ਕੁਝ ਹੋਰ ਕਰਦੀਆਂ, ਸਕਲਟਾਂ, ਕੁਝ ਵੀ ਗਲਤ ਕੱਪੜੇ ਪਾਉਂਦੀਆਂ, ਤੇ ਨਬੀ ਕਹਿੰਦਾ ਉਹਦੀ ਮਾਂ ਵੀ ਇਹੋ ਜਿਹੀ ਰਹੀ ਹੋਵੇਗੀ ਕਦੇ ਨਾ ਕਦੇ। ਇਸ ਕਰਕੇ ਉਹਦੇ ਬੱਚੇ ਵੀ ਇਹੋ ਜਿਹੇ ਕੰਮ ਕਰਦੇ, ਉਹਦੀ ਧੀਆਂ ਵੀ ਇਹੋ ਜਿਹੇ ਕੰਮ ਕਰਦੇ। ਕੀ ਇਹ ਹਰਾਮਕਾਰੀ ਨਹੀਂ ਆ? ਇਹ ਵਚਨ ਤੋਂ ਵਿਰੁੱਧ ਗੱਲਾਂ ਨਹੀਂ ਆ? ਇਹ ਸਭ
बचन दे बाहर गल्लां है। लेकिन जे कोई आत्मिक मां प्यो आ ते हमेशा ਉਹਦੇ ਬੱਚੇ भी आत्मिक होणगे। लेकिन जे कोई शरीरक आ ਉਹਦੇ ਬੱਚੇ भी शरीरक ਹੁੰਦੇ ਆ। ਇਹ ਤੁਸੀਂ ਦੇਖੋਗੇ ਹਮੇਸ਼ਾ, ਕਿਉਂਕਿ ਬਾਈਬਲ ਬਿਆਨ ਕਰਦੀ ਆ ਰੁੱਖ ਆਪਣੇ ਫਲੋਂ ਪਛਾਣਿਆ ਜਾਂਦਾ ਆ। ਜਿੱਦਾਂ ਦਾ ਰੁੱਖ ਉਦਾਂ ਦੇ ਫਲ। ਜੇ ਕੋਈ ਕੰਡਿਆਲਾ ਦਰਖਤ ਹੁੰਦਾ ਤੇ ਕੰਡੇ ਬੀਜਦਾ ਆ। ਇਸ ਕਰਕੇ ਰੁੱਖ ਆਪਣੇ ਫਲੋਂ ਪਛਾਣਿਆ ਜਾਂਦਾ। ਲੋਕਾਂ ਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਉਹ ਮਸੀਹ ਆ ਕਿ ਨਹੀਂ ਆ। ਕੋਈ ਜਿਹੜਾ ਮਰਜ਼ੀ ਦਾਵਾ ਕਰੀ ਜਾਵੇ, ਅਸੀਂ ਸੰਦੇਸ਼ ਗ੍ਰਹਿਣ ਕੀਤਾ ਆ, ਅਸੀਂ ਬੈਪਟਾਈਜ਼ ਲਿਆ ਆ, ਅਸੀਂ ਦਾਨ ਦਸ਼ਮਾ ਦਿੰਨੇ, ਤੁਹਾਡੇ ਕੰਮਾਂ ਤੋਂ ਹੀ ਪਤਾ ਲੱਗ ਜਾਣਾ ਤੁਸੀਂ ਮਸੀਹ ਹੈ ਕਿ ਨਹੀਂ ਹੋ। ਇਸ ਕਰਕੇ ਇਹੋ ਜਿਹੇ ਲੋਕਾਂ ਨੂੰ ਬਾਈਬਲ ਵਿਚਾਰੀ ਕਹਿੰਦੀ ਆ, ਜਿਹੜੇ ਖੁਦਾ ਦੇ ਵਚਨ ਨੂੰ ਪਹਿਲ ਨਾ ਦਿੰਦੇ ਹੋਏ ਸੰਸਾਰ ਦੇ ਕੰਮਾਂ ਨੂੰ ਪਹਿਲ ਦਿੰਦੇ ਆ। ਇਹੋ ਜਿਹੇ ਲੋਕਾਂ ਤੋਂ ਖੁਦਾਵੰਦ ਨਫ਼ਰਤ ਕਰਦਾ, ਉਹ ਪਸੰਦ ਨਹੀਂ ਕਰਦਾ ਇਹੋ ਜਿਹੇ ਲੋਕਾਂ ਨੂੰ। ਇਸ ਕਰਕੇ ਕਦੇ ਵੀ ਇਹੋ ਜਿਹੇ ਕੰਮ ਨਹੀਂ ਕਰਨੇ। ਹੁਣ ਨਬੀ ਨੇ ਕਿਹਾ ਉਸਨੇ ਇਜ਼ਰਾइल ਕੋਲੋਂ ਇੱਕ ਦਾਣੇ ਦੀ ਕਟਾਈ ਕਰਵਾਈ ਜੋ ਉਸਨੇ ਬੀਜਿਆ ਸੀ। ਅੱਜ ਲੋਕ ਕਹਿ ਦਿੰਦੇ ਨਾ ਵੀ ਮੈਂ ਪਾਪ ਕਰਤੇ ਬੜੇ, ਮੈਂ ਹੁਣ ਪ੍ਰਭੂ ਜੀ ਆ ਗਿਆ। ਕੋਈ ਨਹੀਂ, ਪ੍ਰਭੂ ਮਾਰੂਗਾ ਥੋੜੀ, ਪ੍ਰਭੂ ਮਾਫ ਕਰ ਦੂਗਾ। ਲੇਕਿਨ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹਨਾ, ਬਾਈਬਲ ਬਿਆਨ ਕਰਦੀ ਜੋ ਤੁਸੀਂ ਬੀਜਿਆ, ਜਦੋਂ ਤੁਸੀਂ ਵਚਨ ਦੇ ਵਿੱਚ ਆ ਗਏ ਤੁਹਾਨੂੰ ਸੱਚਾਈ ਪਤਾ ਲੱਗ ਗਈ ਵੀ ਆਹ ਸੱਚਾਈ ਸੀਗੀ, ਤੁਸੀਂ ਗਲਤੀਆਂ ਕੀਤੀਆਂ, ਉਹਦਾ ਤੁਹਾਨੂੰ ਲੇਖਾ ਦੇਣਾ ਪੈਣਾ। ਤੁਹਾਨੂੰ ਇੱਕ ਦਾਣੇ ਦੀ ਕਟਾਈ ਕਰਨੀ ਪੈਣੀ ਆ। ਪ੍ਰਭੂ ਨੇ ਬਖਸ਼ਣਾ ਨਹੀਂ ਹੈ। ਗਲਤਫਹਿਮੀ ਆ। ਕਿਉਂ? ਤੁਹਾਨੂੰ ਪਤਾ ਨਹੀਂ ਸੀ ਵੀ ਆਹ ਕੰਮ ਗਲਤ ਆ, ਤੁਸੀਂ ਕੀਤੇ। ਸੰਦੇਸ਼ ਦੇ ਵਿੱਚ ਆ ਕੇ ਵੀ ਗਲਤੀਆਂ ਕੀਤੀਆਂ ਤੇ ਇਹਦਾ ਕੀ ਮਤਲਬ ਆ? ਤੁਹਾਨੂੰ ਮਾਫੀ ਨਹੀਂ ਮਿਲੇਗੀ, ਤੁਹਾਨੂੰ ਸਜ਼ਾ ਮਿਲੇਗੀ ਪਹਿਲੇ। ਕਿਉਂਕਿ ਬਾਈਬਲ ਨਬੀ ਦਾ ਸੰਦੇਸ਼ ਇਸ ਚੀਜ਼ ਨੂੰ ਕਲੀਅਰ ਕਰਦਾ। ਕਹਿੰਦਾ ਉਸਨੇ ਇਜ਼ਰਾइल ਕੋਲੋਂ ਇੱਕ ਦਾਣੇ ਦੀ ਕਟਵਾਈ ਕਰਾਈ। ਉਸਨੇ ਬੀਜਿਆ ਸੀ, ਜੋ ਉਸਨੇ ਬੀਜਿਆ ਸੀ, ਅਰਥਾਤ ਉਹਨਾਂ ਨੂੰ ਆਪਣੇ ਹਰੇਕ ਮਾੜੇ ਕੰਮ ਦਾ ਭੁਗਤਾਨ ਕਰਨਾ ਪਿਆ। ਤੇ ਉਸਨੇ ਇਜ਼ਰਾइल ਕੋਲੋਂ ਵਢਵਾਇਆ। ਜੋ ਉਸਨੇ ਬੀਜਿਆ ਸੀ ਉਹ ਸਾਡੇ ਕੋਲੋਂ ਵੀ ਵਢਵਾਵੇਗਾ, ਜੋ ਅਸੀਂ ਬੀਜਾਂਗੇ। ਹੁਣ ਲੋਕ ਕਹਿ ਦਿੰਦੇ ਮੇਰੇ ਜੀਵਨ 'ਚ ਆਹ ਹੋ ਗਿਆ, ਮੇਰੇ ਜੀਵਨ 'ਚ ਉਹ ਹੋ ਗਿਆ। ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਖੋਇਆ ਆ, ਕੁਛ ਨਾ ਕੁਛ ਤਾਂ ਬੀਜਿਆ ਆ। ਜੇ ਖੁਦਾ ਦਾ ਵਚਨ ਬੀਜਿਆ ਹੁੰਦਾ ਤੇ ਵਚਨ ਨਾ ਵੜਦੇ, ਅਸ਼ੀਸ਼ਾਂ ਬਰਕਤਾਂ ਨਾ ਵੜਦੇ। ਲੇਕਿਨ ਕੀ ਬੀਜਿਆ? ਹਰਾਮਕਾਰੀ, ਸੰਸਾਰ ਦਾ ਮਿੱਤਰਚਾਰਾ। ਤੇ ਇਹੀ ਕੁਛ ਇੱਕ ਦਿਨ ਸਾਹਮਣੇ ਆਂਦਾ। ਕਹਿੰਦਾ ਜੋ ਕੁਛ ਬੀਜਿਆ ਹੈ ਉਹ ਤੁਹਾਡੇ ਕੋਲ ਵਢਵਾਵੇਗਾ। ਤੇ ਉਹ ਕਿਸੇ ਦਾ ਵੀ ਪੱਖਪਾਤ ਨਹੀਂ ਕਰਦਾ, ਕਿਸੇ ਦਾ ਪੱਖਪਾਤ ਨਹੀਂ ਕਰਦਾ ਪ੍ਰਭੂ। ਉਹਨੇ ਆਪਣੀ ਪਰਸਨਲ ਕੌਮ ਨੂੰ ਨਹੀਂ ਛੱਡਿਆ। ਤੇ ਅੱਜ ਦੇ ਲੋਕ ਕੀ ਆ? ਕੁਛ ਵੀ ਨਹੀਂ। ਜਿਨ੍ਹਾਂ ਨੇ ਲਾਲ ਸਮੁੰਦਰ ਦੇ ਵਿੱਚੋਂ ਬੈਪਟਾਈਜ਼ ਹੋਇਆ, ਪ੍ਰਭੂ ਦਾ ਪਿਲਰ ਆਫ ਫਾਇਰ ਉਹਨਾਂ ਦੇ ਨਾਲ ਚੱਲਦਾ ਸੀ, ਉਹਨਾਂ ਨੂੰ ਨਹੀਂ ਬਖਸ਼ਿਆ ਉਹਨੇ। ਤੇ ਲੋਕ ਕਹਿ ਦਿੰਦੇ ਆ ਪ੍ਰਭੂ ਨੇ ਮਾਰਨਾ ਥੋੜੀ ਆ, ਛੱਡ ਦੇਣਾ। ਛੱਡਣਾ ਨਹੀਂ ਆ, ਗਲਤਫਹਿਮੀ ਆ। ਬੀਜੋ ਫਿਰ ਵੱਢੋ, ਇਹ ਰੂਲ ਆ। ਇੱਕ ਕਿਸਾਨ ਧਰਤੀ ਤੇ ਜੋ ਬੀਜਦਾ, ਜੇ ਕਣਕ ਬੀਜਦਾ ਤੇ ਕਣਕ ਨੂੰ ਹੀ ਵੜਦਾ ਆ, ਉਹ ਕੰਡਿਆਲੇ ਨਹੀਂ ਵੜਦਾ। ਜੇ ਕੋਈ ਗਲਤੀਆਂ ਨੂੰ ਬੀਜਦਾ ਤੇ ਗਲਤੀਆਂ ਦੇ ਪਾਪ ਹੀ ਉਹਦੇ ਸਾਹਮਣੇ ਆਣਾ। ਇਸ ਕਰਕੇ ਬਾਈਬਲ 'ਚ ਲਿਖਿਆ ਆ ਪਾਪ ਦੀ ਮਜ਼ਦੂਰੀ ਮੌਤ ਆ। ਜੇ ਕੋਈ ਪਾਪ ਦੀ ਮਜ਼ਦੂਰੀ ਕਰਦਾ ਤੇ ਮੌਤ ਹੀ ਉਹਦੇ ਸਾਹਮਣੇ ਆਣੀ ਹੈ, ਜੀਵਨ ਉਹਦੇ ਸਾਹਮਣੇ ਨਹੀਂ ਆਣਾ। ਇਸ ਕਰਕੇ ਕਹਿੰਦਾ ਪਰਮੇਸ਼ਵਰ ਕਿਸ ਦਾ ਪੱਖਪਾਤ ਨਹੀਂ ਕਰਦਾ। ਅੱਜ ਸਾਨੂੰ ਚਾਹੀਦਾ ਹੈ ਬਹੁਤ ਸਾਰੀਆਂ ਚੀਜ਼ਾਂ ਜੋ ਸਾਡੇ ਕੋਲ ਹਨ। ਸਾਨੂੰ ਵੱਡੇ ਗਿਰਜੇ ਨਹੀਂ ਚਾਹੀਦੇ, ਸਾਨੂੰ ਵੱਡੀਆਂ ਜਮਾਤਾਂ ਨਹੀਂ ਚਾਹੀਦੀਆਂ, ਸਾਨੂੰ ਅੱਜ ਵਧੀਕ ਟੈਲੀਵਿਜ਼ਨ ਤੇ ਰੇਡੀਓ ਨਹੀਂ ਚਾਹੀਦੇ। ਅੱਜ ਲੋਕ ਕਹਿੰਦੇ ਨਾ ਮੈਂ ਉਹ ਸੰਸਥਾ ਦੇ ਵਿੱਚ ਜਾਣਾ, ਉੱਥੇ ਬੜਾ ਵੱਡਾ ਚਰਚ ਆ। ਚਰਚ ਵੱਡਾ ਹੋਵੇ ਜਾਂ ਛੋਟਾ ਹੋਵੇ ਇਹਦਾ ਮਤਲਬ ਨਹੀਂ ਆ ਕਿ ਚਰਚ ਦੇ ਵਿੱਚ ਖਾਲਸ ਵਚਨ ਹੈ। ਚਾਹੇ ਸੁਣਨ ਵਾਲੇ 5 ਹੀ ਹੋਣ, ਉਹ ਇਹ ਮਾਇਨੇ ਨਹੀਂ ਰੱਖਦਾ ਵੀ ਉੱਥੇ 10,000 ਆ, ਇੱਥੇ 5 ਆ, ਇੱਥੇ 10 ਬੈਠੇ ਆ। ਵਚਨ ਸੱਚਾ ਹੋਣਾ ਚਾਹੀਦਾ ਹੈ, ਪ੍ਰਕਾਸ਼ਨ ਵਾਲਾ ਵਚਨ ਹੋਣਾ ਚਾਹੀਦਾ, ਜਿਹਦੇ ਦੁਆਰਾ ਕੀ ਹੋਵੇ, ਤੁਹਾਡਾ ਜੀਵਨ ਤਬਦੀਲ ਹੋ ਜਾਵੇ। ਕਿਉਂਕਿ ਜਦੋਂ ਕੋਈ ਮਨੁੱਖ ਸੰਸਾਰ ਦੇ ਵਿੱਚ ਘੁੰਮਦਾ ਆ ਤੇ ਸੰਸਾਰ ਵਿੱਚ ਘੁੰਮਦਾ ਤੇ ਉਹ ਸੰਸਾਰਿਕ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਆਉਂਦਾ। ਲੇਕਿਨ ਜਦੋਂ ਮਨੁੱਖ ਮਸਾ ਕੀਤੇ ਹੋਏ ਇੱਕ ਸੇਵਕ ਦੇ ਕੋਲ ਆਉਂਦਾ ਤੇ ਉਹ ਸੇਵਕ ਕੀ ਕਰਦਾ? ਵਚਨ ਦੀ ਤਲਵਾਰ, ਵਚਨ ਦਾ ਉਹ ਡੰਡਾ ਚੱਕ ਕੇ ਉਹ ਚੀਜ਼ਾਂ ਨੂੰ ਪਿੱਛੇ ਕਰ ਦਿੰਦਾ ਹੈ। ਕਿਉਂਕਿ ਤੁਹਾਨੂੰ ਪਤਾ ਵਚਨ ਹੀ ਇੱਕ ਹੈ ਜਿਹੜਾ ਤੁਹਾਨੂੰ ਸੰਸਾਰ ਤੋਂ ਲਾਂਭੇ ਕਰ ਦਿੰਦਾ ਹੈ। ਵਚਨ ਹੀ ਇੱਕ ਇਹੋ ਜਿਹਾ ਹੈ, ਵਚਨ ਦੇ ਦੁਆਰਾ ਹੀ ਜੀਵਨ ਮਿਲਦਾ ਹੈ।
ਕਹਿੰਦਾ ਭਾਵੇਂ ਤੁਹਾਡੇ ਕੋਲ ਇੱਕ ਦਮੜੀ ਵੀ ਨਾ ਹੋਵੇ, ਤੁਸੀਂ ਉਹਨਾਂ ਚਿਰ ਤੱਕ ਪ੍ਰਾਰਥਨਾ ਕਰਦੇ ਰਹੋ ਜਦੋਂ ਤੱਕ ਤੁਹਾਡੇ ਮਨ ਹਲੀਮੀ ਦੇ ਨਾਲ ਨਾ ਭਰ ਜਾਣ। ਭਾਵੇਂ ਕੋਈ ਬੰਦਾ ਗਰੀਬ ਹੋਵੇ, ਭਾਵੇਂ ਉਹਦੇ ਕੱਪੜੇ ਵੀ ਫਟੇ ਹੋਣ, ਲੇਕਿਨ ਉਹ ਪ੍ਰਾਰਥਨਾ ਕਰਨ ਵਾਲੇ ਲੋਕ ਹੋਣੇ ਚਾਹੀਦੇ। ਨਬੀ ਨੇ ਕਿਹਾ ਪ੍ਰਾਰਥਨਾ ਕਰਦੇ ਰਹੋ। ਇਹੋ ਜਿਹੇ ਲੋਕਾਂ ਨੂੰ ਖੁਦਾ ਪਸੰਦ ਕਰਦਾ ਆ। ਤੁਹਾਡੇ ਪੈਰ ਜੁੱਤੀਆਂ ਦਾ ਜੋੜਾ ਵੀ ਨਹੀਂ ਹੋ ਸਕਦਾ ਹੈ ਤੁਸੀਂ ਚਿਥੜੇ ਪਾਏ ਹੋਣ, ਪਰ ਕੁਝ ਹੈ, ਕੋਈ ਚੀਜ਼ ਹੈ ਜੋ ਤੁਹਾਡੇ ਅੰਦਰ ਪਰਮੇਸ਼ਵਰ ਦੇ ਲਈ ਗਾਉਂਦੀ ਵਜਾਉਂਦੀ ਰਹਿੰਦੀ ਹੈ। ਜਿਹੜਾ ਬੰਦਾ ਖੁਦਾ ਦਾ ਹੁੰਦਾ ਆ, ਉਹ ਭਾਵੇਂ ਗਰੀਬੀ 'ਚ ਹੋਵੇ, ਕੱਪੜੇ ਵੀ ਫਾਟੇ ਹੋਣ, ਉਹ ਇਹ ਨਹੀਂ ਕਹਿੰਦਾ ਮੈਂ ਪ੍ਰਾਰਥਨਾ ਨਹੀਂ ਕਰਨੀ, ਮੇਰੇ ਕੋਲ ਤਾਂ ਕੱਪੜੇ ਨਹੀਂ ਆ, ਮੈਂ ਪ੍ਰਾਰਥਨਾ ਨਹੀਂ ਕਰਨੀ, ਮੇਰੀ ਲੜਾਈ ਹੋ ਗਈ ਆ ਕਿਸੇ ਦੇ ਨਾਲ। ਏਦਾਂ ਨਹੀਂ ਹੈ। ਜਿਹੜੇ ਅੰਦਰ ਖੁਦਾ ਦਾ ਆਤਮਾ ਹੁੰਦਾ, ਉਹ ਕਿਸੇ ਵੀ ਕੰਡੀਸ਼ਨ 'ਚ ਕਿਉਂ ਨਾ ਹੋਵੇ, ਉਹ ਪ੍ਰਾਰਥਨਾ ਕਰਦਾ ਆ। ਇਹਨੂੰ ਕਹਿੰਦੇ ਆ ਵਫਾਦਾਰੀ। ਤੇ ਜਿਹੜੇ ਲੋਕ ਕੁਝ ਵੀ ਕੰਡੀਸ਼ਨ ਆ ਜਾਂਦੀ ਆ ਤੇ ਪਰਮੇਸ਼ਵਰ ਦੇ ਵਚਨ ਨੂੰ ਛੱਡ ਦਿੰਦੇ ਆ, ਮੈਂ ਚਰਚ ਨਹੀਂ ਜਾਣਾ, ਮੇਰੀ ਲੜਾਈ ਹੋ ਗਈ ਮੇਰੀ ਪਤਨੀ ਦੇ ਨਾਲ। ਕਈ ਵਾਰ ਭੈਣਾਂ ਕਹਿੰਦੀਆਂ, ਭਾਈ ਕਹਿ ਦਿੰਦੇ ਮੇਰੀ ਪਤਨੀ ਨਾਲ ਮੇਰੀ ਲੜਾਈ ਹੋ ਗਈ, ਮੈਂ ਚਰਚ ਨਹੀਂ ਜਾਣਾ। ਮੇਰੇ ਬੱਚੇ ਕਹਿੰਦੇ ਮੇਰੇ ਮਾਂ ਪਿਓ ਨਾਲ ਮੇਰੀ ਲੜਾਈ ਹੋ ਗਈ, ਮੈਂ ਚਰਚ ਨਹੀਂ ਜਾਣਾ। ਇਹੋ ਜਿਹੇ ਲੋਕ ਸਹੀ ਸੋਚ ਵਾਲੇ ਨਹੀਂ ਹੁੰਦੇ। ਇਹ ਵਧੀਆ ਸੋਚ ਨਹੀਂ ਹੈ, ਇਹ ਸ਼ੈਤਾਨੀ ਸੋਚ ਆ। ਸਗੋਂ ਤੁਸੀਂ ਦੁੱਖਾਂ ਦੇ ਵਿੱਚ ਹੋ ਕੇ ਵੀ ਖੁਦਾ ਦੀ ਮਹਿਮਾ ਕਰੋ, ਤਾਂ ਕਿ ਪਤਾ ਲੱਗੇ ਵੀ ਦੁੱਖ ਦੇ ਵਿੱਚ ਵੀ ਮੇਰੇ ਨਾਲ ਵਫਾਦਾਰ ਆ। ਸੋ ਮੈਂ ਤਾਂ ਅੱਜ ਇਹੀ ਚੀਜ਼ ਪਾਉਣ ਦਾ ਚਾਹਵਾਨ ਹਾਂ, ਬਜਾਏ ਸੰਸਾਰੀ ਧਨ ਦੌਲਤ ਦੇ। ਨਬੀ ਕਹਿੰਦਾ ਵੀ ਤੁਸੀਂ ਇਹੋ ਜਿਹੀ ਚੀਜ਼ ਪਾਉਣ ਦੇ ਚਾਹਵਾਨ ਹੋਣੇ ਚਾਹੀਦੇ ਹੋ, ਸੰਸਾਰ ਦੀ ਧਨ ਦੌਲਤ ਨੂੰ ਛੱਡ ਕੇ ਤੁਸੀਂ ਮਸੀਹ ਦੇ ਵਚਨ ਨੂੰ ਪਾਉਣ ਦੇ ਚਾਹਵਾਨ ਹੋਣੇ ਚਾਹੀਦੇ ਹੋ। ਤੁਹਾਡੇ ਅੰਦਰ ਖੁਦਾ ਦਾ ਵਚਨ ਹੋਣਾ ਚਾਹੀਦਾ, ਨਾ ਕਿ ਸੰਸਾਰ ਹੋਣਾ ਚਾਹੀਦਾ ਹੈ। ਹੁਣ ਨਬੀ ਨੇ ਕਿਹਾ ਤੁਸੀਂ ਇਹ ਨਹੀਂ ਆਖ ਸਕਦੇ ਹੋ ਕਿ ਕੁਦਰਤੀ ਚੀਜ਼ਾਂ ਹਮੇਸ਼ਾ ਹੀ ਪਰਮੇਸ਼ਵਰ ਦੀ ਬਰਕਤ ਹੈ। ਲੋਕੀ ਕਹਿੰਦੇ ਨਾ ਬਰਕਤ ਮੇਰੇ ਕੋਲ ਖੁਦਾ ਨੇ ਦਿੱਤੀ ਹੈ। ਕਿੱਦਾਂ ਕਹਿ ਸਕਦੇ ਵੀ ਬਰਕਤ ਖੁਦਾ ਨੇ ਦਿੱਤੀ ਆ? ਹੋ ਸਕਦਾ ਆ ਉਹ ਬਰਕਤ ਤੁਹਾਨੂੰ ਤਾਂ ਮਿਲੀ ਹੋਵੇ, ਸ਼ੈਤਾਨ ਹੀ ਤੁਹਾਨੂੰ ਕੁਝ ਦੇ ਗਿਆ ਹੋਵੇ, ਕਿਉਂਕਿ ਤੁਹਾਨੂੰ ਪਤਾ ਹੈ ਸੰਸਾਰ ਦਾ ਪੂਰਾ ਠੇਕੇਦਾਰ ਸ਼ੈਤਾਨ ਨੂੰ ਬਣਾਇਆ ਗਿਆ ਹੈ। ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸੀ ਮੇਰਾ ਰਾਜ ਉੱਪਰ ਦਾ ਰਾਜ ਆ। ਲੇਕਿਨ ਇਹ ਸੰਸਾਰ ਦਾ ਰਾਜ ਕਿਹਦਾ? ਸ਼ੈਤਾਨ ਦਾ। ਸੰਸਾਰ ਤੇ ਕੌਣ ਰਾਜ ਕਰ ਰਿਹਾ? ਸ਼ੈਤਾਨ ਹੀ ਰਾਜ ਕਰ ਰਿਹਾ। ਲੇਕਿਨ ਖੁਦਾ ਦੇ ਪਵਿੱਤਰ ਲੋਕਾਂ ਦੇ ਉੱਪਰ ਰਾਜ ਨਹੀਂ ਕਰ ਸਕਦਾ। ਜਿਹੜੇ ਉੱਪਰ ਦੇ ਆ ਉੱਪਰਲੀ ਗੱਲਾਂ ਕਰਦੇ ਆ, ਜਿਹੜੇ ਸੰਸਾਰ ਦੇ ਉਹ ਸੰਸਾਰੀ ਗੱਲਾਂ ਕਰਦੇ। ਤੁਸੀਂ ਜਾਓ ਕਿਸੇ ਵੀ ਭੈਣ ਭਾਈ ਦੇ ਕੋਲ, ਜਿਹੜਾ ਸੰਸਾਰਿਕ ਆ ਉਹ ਸੰਸਾਰ ਦੀ ਗੱਲਾਂ ਕਰੀ ਜਾਂਦਾ ਆ, ਬੱਚੇ ਪਾਲਣੇ ਆ ਕਰਨਾ। ਲੇਕਿਨ ਜਿਹੜਾ ਮਸੀਹ ਦੇ ਆਤਮਾ ਦੇ ਨਾਲ ਭਰਿਆ, ਉਹ ਕਹਿੰਦਾ ਸਭ ਕੁਝ ਵਿਕ ਜਾਵੇ, ਮੈਨੂੰ ਕੋਈ ਮਤਲਬ ਨਹੀਂ, ਮੈਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਜੀਵਨ ਬਤੀਤ ਕਰਨਾ। ਇਹਨੂੰ ਕਹਿੰਦੇ ਆਤਮਿਕ ਪਰਸਨ। ਤੇ ਜਿਹਦੇ ਅੰਦਰ ਆਤਮਾ ਹੁੰਦਾ, ਫਿਰ ਆਤਮਾ ਉਹਨੂੰ ਗਾਈਡ ਵੀ ਕਰਦਾ, ਤੂੰ ਆਹ ਕੰਮ ਇਦਾਂ ਕਰਨਾ, ਤੂੰ ਇਹ ਕੰਮ ਇਦਾਂ ਕਰਨਾ, ਤੂੰ ਉੱਥੇ ਨਹੀਂ ਜਾਣਾ, ਤੂੰ ਇੱਥੇ ਨਹੀਂ ਜਾਣਾ। ਆਤਮਾ ਅਗਵਾਈ ਕਰਦਾ ਆਪਣੇ ਲੋਕਾਂ ਦੀ। ਜਦੋਂ ਏਲੀਆ ਨਬੀ ਧਰਤੀ ਤੇ ਸੀਗਾ ਤੇ ਆਤਮਾ ਅਗਵਾਈ ਕਰਦਾ ਸੀ, ਤੂੰ ਸਥਾਨ 'ਚ ਜਾਣਾ ਹੈ, ਉਸ ਥਾਂ 'ਚ ਨਹੀਂ ਜਾਣਾ। ਖੁਦਾਵੰਦ ਹਮੇਸ਼ਾ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੈ। ਜੇ ਤੁਸੀਂ ਕਹਿੰਦੇ ਹੋ ਵੀ ਖੁਦਾਵੰਦ ਮੇਰੀ ਵੀ ਅਗਵਾਈ ਕਰ, ਤੇ ਆਪਣੇ ਆਪ ਨੂੰ ਖਾਲੀ ਕਰਨਾ ਪੈਣਾ ਸੰਸਾਰ ਦੇ ਨਾਲ। ਜੇ ਤੁਸੀਂ ਆਪਣੇ ਆਪ ਨੂੰ ਭਰਿਆ ਤੇ ਪਹਿਲਾਂ ਸੰਸਾਰ ਤੋਂ ਆਪਣੇ ਆਪ ਨੂੰ ਖਾਲੀ ਕਰੋ। ਜੇ ਸੰਸਾਰ ਤੋਂ ਖਾਲੀ ਹੋਵੋਗੇ ਤੇ ਤਾਂ ਹੀ ਅੰਦਰ ਆਊਗਾ ਖੁਦਾਵੰਦ ਨੂੰ। ਖਾਲੀ ਸਥਾਨ ਚਾਹੀਦਾ। ਬੱਚੇ ਨਹੀਂ ਜਦੋਂ ਪੜ੍ਹਦੇ ਸਕੂਲ ਦੇ ਵਿੱਚ, ਉੱਥੇ ਲਿਖਿਆ ਹੁੰਦਾ ਖਾਲੀ ਸਥਾਨ ਭਰੋ। ਹੁਣ ਉਹ 'ਚ ਇੱਕ ਚੀਜ਼ ਸਹੀ ਲਿਖੀ ਹੁੰਦੀ, ਦੋ ਚੀਜ਼ਾਂ ਗਲਤ ਹੁੰਦੀਆਂ। ਹੁਣ ਜਿਹਨੂੰ ਨਹੀਂ ਸਮਝ ਹੁੰਦੀ ਉਹ ਗਲਤ ਚੀਜ਼ ਨੂੰ ਭਰ ਲੈਂਦਾ ਖਾਲੀ ਸਥਾਨ 'ਚ। ਜਦੋਂ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਦਿੱਤਾ ਜਾਂਦਾ ਸਕੂਲਾਂ 'ਚ ਖਾਲੀ ਸਥਾਨ ਪੜ੍ਹੋ, ਤੇ 2 ਆਪਸ਼ਨ ਦਿੱਤੇ ਜਾਂਦੇ ਆ। ਹੁਣ ਜਿਨ੍ਹਾਂ ਨੂੰ ਸਮਝ ਨਹੀਂ ਆ, ਜਿਨ੍ਹਾਂ ਨੂੰ ਪ੍ਰਕਾਸ਼ਨ ਨਹੀਂ, ਉਹ ਖਾਲੀ ਸਥਾਨ 'ਚ ਸ਼ੈਤਾਨ ਨੂੰ ਭਰ ਲੈਂਦੇ ਆ। ਉਹ ਕਹਿੰਦੇ ਸੰਸਾਰ ਦਾ ਮਿੱਤਰਚਾਰਾ ਸਹੀ ਆ। ਲੇਕਿਨ ਜੇ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਲਈ ਖਾਲੀ ਕਰ ਰਹੇ ਹੋ, ਤੇ ਖੁਦਾ ਦੇ ਵਚਨ ਨੂੰ ਆਪਣੇ ਅੰਦਰ ਲੈ ਕੇ ਆਓ। ਜਦੋਂ ਵਚਨ ਤੁਹਾਡੇ ਅੰਦਰ ਆਊਗਾ ਤੇ ਕੋਈ ਚੀਜ਼ ਫਿਰ ਫਿੱਟ ਨਹੀਂ ਹੋ ਸਕਦੀ ਤੁਹਾਡੇ ਅੰਦਰ। ਤੁਹਾਨੂੰ ਪਤਾ ਜਦੋਂ ਬੱਚੇ ਖਾਲੀ ਸਥਾਨ ਦੇ ਵਿੱਚ ਸਹੀ ਉੱਤਰ ਭਰ ਦਿੰਦੇ ਆ ਤੇ ਕੀ ਹੁੰਦਾ, ਫਿਰ ਕੋਈ ਹੋਰ ਚੀਜ਼ ਨਹੀਂ ਭਰ ਸਕਦੇ ਹੋ, ਕਿਉਂਕਿ ਉਹ ਸਵਾਲ ਸਹੀ ਹੁੰਦਾ। ਜਦੋਂ ਤੁਹਾਡੇ ਅੰਦਰ ਖੁਦਾ ਦਾ ਆਤਮਾ ਆ ਜਾਵੇ ਤੇ ਕੋਈ ਹੋਰ ਚੀਜ਼ ਤੁਹਾਡੇ ਅੰਦਰ ਫਿਰ ਫਿੱਟ ਹੀ ਨਹੀਂ ਹੋ ਸਕਦੀ। ਜਦੋਂ ਵਚਨ ਹੀ ਤੁਹਾਡੇ ਅੰਦਰ ਆ ਗਿਆ ਤੇ ਹਰਾਮਕਾਰੀ ਤੁਹਾਡੇ ਅੰਦਰ ਨਹੀਂ ਆ ਸਕਦੀ, ਸੰਸਾਰ ਦਾ ਪਾਣੀ ਤੁਹਾਡੇ ਅੰਦਰ ਨਹੀਂ ਆ ਸਕਦਾ। ਇਸ ਕਰਕੇ ਜਦੋਂ ਨੂਹ ਨੇ ਕਿਸ਼ਤੀ ਬਣਾਈ ਸੀ ਤੇ ਉਹਨੂੰ ਕਿਹਾ ਗਿਆ ਸੀ ਬਾਹਰੋਂ ਤੇ ਅੰਦਰੋਂ ਲਿਪਣੀ ਆ। ਇਸੇ ਤਰ੍ਹਾਂ ਜਦੋਂ ਤੁਸੀਂ ਵਚਨ ਦੇ ਦਾਇਰੇ ਵਿੱਚ ਆਉਂਦੇ ਆ ਤੇ ਖੁਦਾਵੰਦ ਤੁਹਾਨੂੰ ਬਾਹਰੋਂ ਤੇ ਅੰਦਰੋਂ ਆਤਮਿਕ ਬਣਾ ਦਿੰਦਾ। ਤੁਸੀਂ ਬਾਹਰੋਂ ਵੀ ਮਸੀਹ ਹੁੰਦੇ ਹੋ ਤੇ ਅੰਦਰੋਂ ਵੀ ਮਸੀਹ। ਲੇਕਿਨ ਅੱਜ ਬਹੁਤ ਲੋਕ ਆ ਜਿਹੜੇ ਢੋਂਗੀ ਹੁੰਦੇ ਆ, ਉਹ ਬਾਹਰੋਂ ਮਸੀਹ ਹੁੰਦੇ ਆ। ਉਹ ਕਹਿੰਦੇ ਅਸੀਂ ਆਪਣੇ ਆਪ ਨੂੰ ਲਿਪਿਆ ਆ। ਉਹ ਬਾਹਰੋਂ ਮਸੀਹ ਹੁੰਦੇ ਲੇਕਿਨ ਅੰਦਰੋਂ ਕੀ ਹੁੰਦੇ ਆ? ਢੋਂਗੀ।
ਇਸ ਕਰਕੇ ਬਾਹਰੋਂ ਤੇ ਅੰਦਰੋਂ, ਤੁਹਾਨੂੰ ਪਤਾ ਜਦੋਂ ਘਰ ਦੀ ਦੀਵਾਰ ਬਣਾਈ ਜਾਂਦੀ ਆ ਤੇ ਪਲਸਤਰ ਕੀਤਾ ਜਾਂਦਾ ਆ, ਬਾਹਰੋਂ ਵੀ ਤੇ ਅੰਦਰੋਂ ਵੀ, ਤਾਂ ਕਿ ਪਾਣੀ ਜਾਂ ਸਲਾਬ ਅੰਦਰ ਨਾ ਆ ਸਕੇ। ਇਸੇ ਤਰ੍ਹਾਂ ਤੁਸੀਂ ਖੁਦਾ ਦੇ ਵਚਨ ਦੇ ਨਾਲ ਆਪਣੇ ਆਪ ਨੂੰ ਬਾਹਰੋਂ ਵੀ ਮਸੀਹ ਬਣਾਉਣਾ ਤੇ ਅੰਦਰੋਂ ਵੀ ਮਸੀਹ ਬਣਾਉਣਾ। ਜੇ ਤੁਸੀਂ ਆਪਣੇ ਆਪ ਨੂੰ ਮਸੀਹ ਨਹੀਂ ਬਣਾਉਂਦੇ ਤੇ ਬਹੁਤ ਗਲਤ ਗੱਲ ਆ, ਫਿਰ ਉਹੀ ਕੰਮ ਹੋਵੇਗਾ ਜੋ ਇਜ਼ਰਾਈਲੀਆਂ ਦੇ ਨਾਲ ਹੋਇਆ ਸੀਗਾ। ਇਸ ਕਰਕੇ ਆਪਣੇ ਆਪ ਨੂੰ ਹਮੇਸ਼ਾ ਵਚਨ ਦੇ ਦਾਇਰੇ ਵਿੱਚ ਰੱਖਣਾ। ਹੁਣ ਤੁਹਾਨੂੰ ਪਤਾ ਆ, ਜਦੋਂ ਨਬੀ ਨੇ ਕਿਹਾ ਸੈਮਸਨ ਧਰਤੀ ਤੇ ਸੀਗਾ, ਕਹਿੰਦਾ ਸੈਮਸਨ ਧਰਤੀ ਤੇ ਸੀਗਾ, ਕਹਿੰਦਾ ਇੱਕ ਵੀਰ ਯੋਧਾ ਸੀਗਾ ਸੈਮਸਨ, ਉਹ ਇੱਕ ਯੋਧਾ ਸੀਗਾ। ਹੁਣ ਨਬੀ ਨੇ ਕਿਹਾ ਮੈਂ ਵਿਸ਼ਵਾਸ ਨਹੀਂ ਕਰਦਾ ਕਿ ਉਹ ਇਤਿਹਾਸਿਕ ਕਹਾਣੀਆਂ ਵਾਂਗ ਵੱਡੇ ਕੱਦ ਵਾਲਾ ਹੋਵੇਗਾ। ਹੁਣ ਫਿਲਮਾਂ 'ਚ ਦਿਖਾ ਦਿੰਦੇ ਜੀ ਉਹ ਬੜਾ ਕੱਦ ਕਾਠੀ ਉਹਦੀ ਬਹੁਤ ਵੱਡੀ ਸੀ, ਲੇਕਿਨ ਸੈਮਸਨ ਇੱਕ ਸਿੰਪਲ ਜਾਂ ਸਧਾਰਨ ਜਿਹਾ ਮਨੁੱਖ ਸੀਗਾ। ਖੁਦਾ ਦਾ ਜ਼ੋਰ ਉਹਦੇ ਅੰਦਰ ਸੀਗਾ, ਖੁਦਾ ਦਾ ਬਲ ਉਹਦੇ ਅੰਦਰ ਸੀਗਾ। ਹੁਣ ਨਬੀ ਨੇ ਕਿਹਾ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਇੱਕ ਛੋਟਾ ਜਿਹਾ ਇਨਸਾਨ ਸੀ, ਜਿਹੜਾ ਸੈਮਸਨ ਸੀਗਾ ਛੋਟਾ ਜਿਹਾ ਇਨਸਾਨ ਸੀਗਾ, ਉਹ ਪਤਲਾ ਜਿਹਾ ਕਹਿ ਸਕਦੇ ਹਾਂ, ਛੋਟਾ ਜਿਹਾ ਇਨਸਾਨ। ਅਤੇ ਜਦੋਂ ਪ੍ਰਭੂ ਦਾ ਆਤਮਾ ਉਸ ਤੇ ਆਉਂਦਾ ਸੀ, ਕਹਿੰਦਾ ਪ੍ਰਭੂ ਦੀ ਮਹਿਮਾ ਪਾਉਂਦਾ ਸੀ, ਅਤੇ ਉਹਨਾਂ ਨੇ ਪਤਾ ਲਗਾਇਆ ਕਿ ਉਸ ਦਾ ਬਲ ਕਿੱਥੇ ਹੈ, ਵੀ ਉਹਦਾ ਬਲ ਕਿੱਦਾਂ ਉਹਦੇ ਅੰਦਰ ਇੰਨੀ ਪਾਵਰ ਆਂਦੀ। ਉਹਨਾਂ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਪਤਾ ਨਹੀਂ ਲਗਾ ਪਾਉਂਦੇ ਸੀ। ਫਿਰ ਕੀ ਕੀਤਾ, ਉਹਨਾਂ ਨੇ ਦਲੀਲਾ ਨਾਮ ਦੀ ਇੱਕ ਔਰਤ ਨੂੰ ਭੇਜਿਆ ਵੀ ਉਹਦੇ ਬਲ ਦੇ ਬਾਰੇ ਪਤਾ ਲਗਾ ਸਕੇ। ਜਿਸ ਤਰ੍ਹਾਂ ਮੈਂ ਕਿਹਾ ਕਲੀਸਿਆ ਦਾ ਵੀ, ਉਹ ਕਹਿੰਦਾ ਵੀ ਜਦੋਂ ਦਲੀਲਾ ਨੂੰ ਭੇਜਿਆ ਗਿਆ ਤੇ ਦਲੀਲਾ ਨੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਵੀ ਇਹਦਾ ਬਲ, ਇਹਦੀ ਪਾਵਰ ਹੈ ਕਿੱਥੇ ਆ। ਅੱਜ ਸ਼ੈਤਾਨ ਵੀ ਆਂਦਾ ਆ, ਉਹ ਦੇਖਦਾ ਆ ਵੀ ਇਹ ਭੈਣ ਪ੍ਰਾਰਥਨਾ ਕਰਦੀ ਹੈ, ਭਾਈ ਪ੍ਰਾਰਥਨਾ ਕਰਦਾ ਆ, ਇਹਨੂੰ ਹੁਣ ਵਚਨ ਤੋਂ ਸਿੱਟਿਆ ਕਿੱਦਾਂ ਜਾਵੇ। ਉਹ ਕਮਜ਼ੋਰੀ ਦੇਖਦਾ ਆ। ਇਸ ਕਰਕੇ ਆਪਣੀ ਕਮਜ਼ੋਰੀ ਸ਼ੈਤਾਨ ਅੱਗੇ ਕਦੇ ਪੇਸ਼ ਨਾ ਕਰੋ। ਪ੍ਰਭੂ ਆਪਣੇ ਮਹਾਨ ਕੰਮਾਂ ਨੂੰ ਕਰਨ ਲਈ ਸਧਾਰਨ ਚੀਜ਼ਾਂ ਨੂੰ ਲੈਂਦਾ ਹੈ, ਬਸ ਆਮ ਜੀਆਂ ਚੀਜ਼ਾਂ ਨੂੰ। ਕਈ ਵਾਰ ਅਸੀਂ ਅਸਲ ਚੀਜ਼ਾਂ ਤੇ ਠੀਕ ਉੱਪਰੋਂ ਦੀ ਲੰਘ ਜਾਂਦੇ ਹਾਂ, ਜਿਹੜੀਆਂ ਕੁਝ ਖਾਸ ਚੀਜ਼ਾਂ ਨੂੰ ਪਰਮੇਸ਼ਵਰ ਲੱਭ ਕੇ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ। ਹੁਣ ਨਬੀ ਨੇ ਕਿਹਾ ਸਮਸਨ ਅਸਲ ਵਿੱਚ ਚੰਗਾ, ਕਹਿੰਦਾ ਇੱਕ ਵਧੀਆ ਮਨੁੱਖ ਸੀਗਾ ਸੈਮਸਨ। ਉਹਨੇ ਸ਼ੁਰੂਆਤ ਬਹੁਤ ਵਧੀਆ ਕੀਤੀ ਸੀਗੀ। ਕਹਿੰਦਾ ਉਸਨੇ ਆਪਣੀ ਪ੍ਰੀਤ ਲਾਉਣ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਭ ਕੁਝ ਠੀਕ ਕੀਤਾ, ਅਤੇ ਕਹਿੰਦਾ ਜਦੋਂ ਉਹਨੇ ਪ੍ਰੀਤ ਲਾਣੀ ਸ਼ੁਰੂ ਕਰ ਦਿੱਤੀ, ਕਿਹਦੇ ਨਾਲ, ਦਲੀਲਾ ਦੇ ਨਾਲ, ਤੇ ਕੀ ਹੋਇਆ, ਫਸ ਗਿਆ। ਜਦੋਂ ਕੋਈ ਮਨੁੱਖ ਆਪਣੇ ਆਪ ਨੂੰ ਆਤਮਿਕ ਕਹਿੰਦਾ ਆ, ਉਹ ਸੰਸਾਰ ਦੇ ਨਾਲ ਪ੍ਰੀਤ ਲਾਉਂਦਾ ਤੇ ਫਸ ਜਾਂਦਾ ਆ ਉਹ ਮਨੁੱਖ। ਅੱਜ ਮੇਰਾ ਵਿਸ਼ਵਾਸ ਹੈ ਕਿ ਕਲੀਸਿਆ ਦਾ ਵੀ ਪਿੱਛੇ ਖਿਸਕਣ ਦਾ ਇਹੋ ਕਦਮ ਹੈ। ਜਦੋਂ ਉਸਨੇ ਅਵਿਸ਼ਵਾਸੀਆਂ ਨਾਲ ਪ੍ਰੀਤ ਲਾਣੀ ਸ਼ੁਰੂ ਕੀਤੀ, ਇੱਕ ਫਲਿਸਤੀ ਤੀਵੀ ਅਵਿਸ਼ਵਾਸੀ ਸੀ, ਅਤੇ ਸਮਸਨ ਇਸ ਦੀ ਸੁੰਦਰਤਾ ਵੱਲ ਖਿੱਚਿਆ ਗਿਆ ਉਹਦੀ ਸੁੰਦਰਤਾ ਵੱਲ। ਇੱਕ ਮਸਾ ਕੀਤਾ ਹੋਇਆ ਬੰਦਾ ਉਹਦੀ ਸੁੰਦਰਤਾ ਵੱਲ ਖਿੱਚਿਆ ਗਿਆ। ਕਿਉਂਕਿ ਵਚਨ ਤੋਂ ਨਜ਼ਰਾਂ ਹੋਰ ਪਾਸੇ ਚਲੀਆਂ ਗਈਆਂ ਸੀਗੀਆਂ। ਇਸ ਕਰਕੇ ਨਬੀ ਨੇ ਕਿਹਾ, ਅਤੇ ਮੈਂ ਸੋਚਦਾ ਹਾਂ ਕਿ ਕਲੀਸਿਆ ਵੀ ਇਸੇ ਤਰ੍ਹਾਂ ਦਾ ਕੰਮ ਕਰਦੀ ਹੈ। ਜਿਵੇਂ ਹੀ ਇਸਨੇ ਸੰਸਾਰ ਨਾਲ ਪ੍ਰੀਤ ਲਾਉਣੀ ਸ਼ੁਰੂ ਕੀਤੀ, ਉਸਦੇ ਤੌਰ ਤਰੀਕਿਆਂ ਵੱਲ ਚੱਲਣਾ ਸ਼ੁਰੂ ਕੀਤਾ, ਉਹ ਉਹਦੇ ਵੱਲ ਖਿੱਚੀ ਗਈ। ਅੱਜ ਦੇਖਿਆ ਨਹੀਂ ਕਲੀਸਿਆਵਾਂ ਕਿੱਦਾਂ ਟੁੱਟ ਰਹੀਆਂ ਆ। ਆਪਣੇ ਆਪ ਨੂੰ ਆਤਮਿਕ ਕਹਿਣ ਵਾਲੀਆਂ ਕਲੀਸਿਆਵਾਂ ਕਿੱਦਾਂ ਸੰਸਾਰ 'ਚ ਚਲੀਆਂ ਜਾਂਦੀਆਂ। ਕਿਉਂ? ਉਹ ਕਹਿੰਦੇ ਸੰਸਾਰ ਬੜਾ ਸੋਹਣਾ ਆ, ਫਿਰ ਕੀ ਹੋਇਆ, ਪ੍ਰਭੂ ਮਾਰੂਗਾ ਥੋੜੀ ਜੇ ਅਸੀਂ ਸੰਸਾਰ 'ਚ ਘੁੰਮ ਲਾਂਗੇ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ, ਪ੍ਰਭੂ ਨਹੀਂ ਮਾਰੂਗਾ, ਤੁਸੀਂ ਖੁਦ ਮਾਰੇ ਜਾਓਗੇ। ਖੁਦ ਮਾਰਿਆ ਜਾਊਗਾ ਬੰਦਾ ਜਦੋਂ ਉਸ ਰੇਸ ਤੋਂ ਬਾਹਰ ਹੋ ਜਾਊਗਾ। ਇਸ ਕਰਕੇ ਉਹਦੀ ਰੇਸ ਤੋਂ ਬਾਹਰ ਨਹੀਂ ਹੋਣਾ ਕਦੇ ਵੀ। ਇਸ ਕਰਕੇ ਮੈਂ ਤੁਹਾਨੂੰ ਅੱਜ ਜੋ ਕੁਝ ਵੀ ਦੱਸ ਰਿਹਾ ਵਚਨ ਦੇ ਵਿੱਚੋਂ, ਇਹ ਤੁਹਾਨੂੰ ਇੱਕ ਵਿਚਾਰੀ ਬਾਰੇ, ਇੱਕ ਪਾਪ ਬਾਰੇ ਦੱਸ ਰਿਹਾ ਆ, ਗਲਤੀ ਬਾਰੇ ਦੱਸ ਰਿਹਾ ਵੀ ਕਿੱਦਾਂ ਲੋਕ ਗਲਤੀਆਂ ਕਰਦੇ, ਵਿਚਾਰ ਕਰਦੇ, ਪਾਪ ਕਰਦੇ ਤੇ ਫਿਰ ਫਸ ਜਾਂਦੇ ਆ। ਅੱਜ ਕੀ ਕਲੀਸਿਆ ਦਾ ਵੀ ਇਹ ਹਾਲ ਨਹੀਂ ਹੈ? ਅੱਜ ਕਲੀਸਿਆਵਾਂ ਦਾ ਵੀ ਇਹੀ ਹਾਲ ਹੈ। ਸਮਸੋਨ ਬੁਰੀ ਸੰਗਤ ਵਿੱਚ ਚਲਾ ਗਿਆ ਸੀ, ਭਾਈ ਬ੍ਰੈਨਮ ਨੇ ਕਿਹਾ, ਅਤੇ ਤੁਸੀਂ ਹਮੇਸ਼ਾ ਯਾਦ ਰੱਖ ਸਕਦੇ ਹੋ ਕਿ ਜਦੋਂ ਤੁਸੀਂ ਬੁਰੀ ਸੰਗਤ ਵਿੱਚ ਹੁੰਦੇ ਹੋ, ਉਦੋਂ ਪਰਮੇਸ਼ਵਰ ਦੀ ਮਰਜ਼ੀ ਤੋਂ ਬਾਹਰ ਹੁੰਦੇ ਹੋ। ਜਦੋਂ ਕੋਈ ਬੰਦਾ ਬੁਰੀ ਸੰਗਤ 'ਚ ਚੱਲ ਜਾਂਦਾ, ਬੁਰੀ ਸੰਗਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਕੋਈ ਗਲਤ ਬੰਦਾ ਤੁਸੀਂ ਉਹਨਾਂ ਸੰਗਤੀ ਕਰ ਰਹੇ ਹੋ ਸਕਦਾ ਉਹ ਬੰਦਾ ਬਾਈਬਲ ਪੜ੍ਹਨ ਵਾਲਾ ਹੋਵੇ, ਉਹ ਬੰਦਾ ਪ੍ਰਾਰਥਨਾ ਕਰਨ ਵਾਲਾ ਹੋਵੇ, ਲੇਕਿਨ ਉਹਦੀ ਸੰਗਤ ਗਲਤ ਹੋਵੇ, ਉਹ ਸੰਸਾਰਿਕ ਹੋਵੇ। ਮੇਰੀ ਦੱਖਣ ਵਾਲ ਨਬੀ ਨੇ ਕਿਹਾ ਵੀ ਮੇਰੀ ਜਿਹੜੀ ਮਾਂ ਸੀਗੀ, ਉਸਨੇ ਇੱਕ ਗੱਲ ਦੀ ਵਰਤੋਂ ਕੀਤੀ ਸੀ, ਜੇਕਰ ਤੁਸੀਂ ਕੁੱਤੇ ਨਾਲ ਜਿਸ ਨੂੰ ਪਿੱਛੂ ਪਏ ਹੋਣਗੇ
ਲੇਟੋਗੇ ਤਾਂ ਪਿੱਛੂਆਂ ਨਾਲ ਹੀ ਉਠੋਗੇ। ਨਬੀ ਨੇ ਕਿਹਾ, ਮੇਰੀ ਮਾਂ ਨੇ ਮੈਨੂੰ ਕਿਹਾ ਸੀਗਾ ਵੀ ਜੇ ਕੋਈ ਮਨੁੱਖ ਪਿੱਛੂਆਂ ਵਾਲੇ ਕੁੱਤੇ ਦੇ ਨਾਲ ਲੈੜਦਾ ਆ, ਉਹਨਾਂ ਬੈਠਦਾ ਆ ਤੇ ਪਿੱਛੂ ਉਹਨੂੰ ਚੰਬੜ ਜਾਣਗੇ। ਇਸ ਕਰਕੇ ਜੇ ਕਿਸੇ ਸੰਗਤੀ ਗਲਤਾ ਕੋਈ ਬੰਦਾ ਆਤਮਿਕ ਨਹੀਂ ਆ, ਤੁਸੀਂ ਉਹਦੇ ਨਾਲ ਮੇਲ ਜੋਲ ਰੱਖਦੇ ਹੋ ਤੇ ਉਹ ਤੁਹਾਨੂੰ ਸੰਸਾਰ ਦੇ ਵਿੱਚ ਲੈ ਜਾਊਗਾ। ਲੇਕਿਨ ਜੇ ਤੁਸੀਂ ਮਰੇ ਹੋਏ ਬੰਦੇ ਦੇ ਨਾਲ ਸੰਗਤੀ ਕਰ ਦੋਗੇ, ਉਹ ਤੁਹਾਨੂੰ ਸੰਸਾਰ ਦੇ ਵਿੱਚੋਂ ਖਿੱਚ ਕੇ ਕਿਸ਼ਤੀ ਵਿੱਚ ਲੈ ਕੇ ਆਊਗਾ। ਕਿਹੜੀ ਕਿਸ਼ਤੀ? ਵਚਨ ਦੀ ਕਿਸ਼ਤੀ ਵੱਲ ਲੈ ਕੇ ਜਾਊਗਾ। बेशक ਇਹ कठोर कठन है, पर ਇਹ ਬਿਲਕੁਲ ਸਧਾਰਨ ਹੈ ਅਤੇ ਹਰ ਰੋਜ਼ ਲਈ ਇਹ ਕਾਫੀ ਸਮਝ ਹੈ। ਤੁਸੀਂ ਬਸ ਆਪਣੇ ਆਪ ਨੂੰ ਸੰਸਾਰ ਦੀਆਂ ਵਸਤਾਂ ਨਾਲ ਜੋੜ ਕੇ ਪਰਮੇਸ਼ਵਰ ਸਾਹਮਣੇ ਆਤਮਿਕ ਅਤੇ ਹਲੀਮ ਰਹਿਣ ਦੀ ਆਸ ਨਹੀਂ ਰੱਖ ਸਕਦੇ। ਨਬੀ ਨੇ ਇਸ ਗੱਲ ਨੂੰ ਕਲੀਅਰ ਕੀਤਾ, ਕਹਿੰਦਾ ਤੁਸੀਂ ਸੰਸਾਰ ਦੀਆਂ ਵਸਤਾਂ ਨਾਲ ਜੋੜ ਕੇ ਆਪਣੇ ਆਪ ਨੂੰ ਆਤਮਿਕ ਤੇ ਹਲੀਮ ਨਹੀਂ ਰੱਖ ਸਕਦੇ। ਤੁਸੀਂ ਆਪਣੀ ਸੰਗਤ ਤੋਂ ਹੀ ਪਛਾਣੇ ਜਾਂਦੇ ਹੋ। ਤੁਹਾਡੀ ਸੰਗਤ ਕਿਹਦੇ ਨਾਲ ਆ? ਕਿਹੜੇ ਭੈਣ ਭਾਈਆਂ ਨਾਲ ਤੁਹਾਡੀ ਸੰਗਤ ਆ? ਜੇ ਉਹ ਭੈਣ ਭਾਈ ਪ੍ਰਾਰਥਨਾ ਕਰਨ ਵਾਲਾ ਆ ਤੇ ਸੰਸਾਰ 'ਚ ਕਿਉਂ ਤੁਰਿਆ ਫਿਰਦਾ ਹੈ? ਇਸ ਕਰਕੇ ਤੁਹਾਡੀ ਸੰਗਤ ਇਹੋ ਜਿਹੇ ਲੋਕਾਂ ਨਾਲ ਹੋਣੀ ਚਾਹੀਦੀ ਜਿਹੜੇ ਸੰਸਾਰ ਤੋਂ ਮਰੇ ਹੋਏ ਹੋਣ। ਸੰਗਤ ਦਾ ਬਹੁਤ ਪ੍ਰਭਾਵ ਪੈਂਦਾ ਹੈ। ਅਤੇ ਜਦੋਂ ਕਲੀਸਿਆ ਆਪਣੀ ਸੰਗਤ ਸੰਸਾਰ ਨਾਲ ਬਣਾ ਕੇ ਰੱਖਣਾ ਸ਼ੁਰੂ ਕਰਦੀ ਹੈ ਤਾਂ ਇਹ ਸੰਸਾਰ ਤੋਂ ਵੱਧ ਕੇ ਕੁਝ ਵੀ ਨਹੀਂ। ਇਹ ਪਵਿੱਤਰ ਆਤਮਾ ਦੀ ਸਾਂਝ ਤੋਂ, ਪਰਮੇਸ਼ਵਰ ਦੇ ਦੂਤਾਂ ਦੀ ਸੰਗਤੀ ਤੋਂ ਅਤੇ ਪਰਮੇਸ਼ਵਰ ਦੀ ਵਿਰਾਸਤ ਤੋਂ ਬਾਹਰ ਜਾਂਦੀ ਹੈ। ਜਦੋਂ ਇਹ ਪ੍ਰੀਤ ਲਾਉਣੀ ਸ਼ੁਰੂ ਕਰਦੀ ਹੈ, ਜਿਵੇਂ ਸਮਸੂਨ ਨੇ ਕੀਤਾ ਸੀਗਾ, ਕਹਿੰਦਾ ਜਿੱਦਾਂ ਸਮਸੂਨ ਨੇ ਕੀਤਾ ਸੀ। ਅੱਜ ਕੀ ਲੋਕਾਂ ਦੇ ਜੀਵਨ ਇਸੇ ਤਰ੍ਹਾਂ ਨਹੀਂ ਹੈ? ਹੁਣ ਮੈਂ ਤੁਹਾਨੂੰ ਦੱਸਣਾ ਚਾਹਨਾ, ਜਦੋਂ ਸਮਸੂਨ ਦੀਆਂ ਲਟਾਂ ਕੱਟ ਦਿੱਤੀਆਂ ਗਈਆਂ, ਜਦੋਂ ਉਹਦੀ ਪਾਵਰ ਚਲੇ ਗਈ, ਤੁਹਾਨੂੰ ਪਤਾ ਜੇ ਅੱਜ ਕਿਸੇ ਮਨੁੱਖ ਦੀ ਅੱਖ ਦੇ ਵਿੱਚ ਮਿੱਟੀ ਦਾ ਇੱਕ ਦਾਣਾ ਚਲਾ ਜਾਵੇ, ਉਹ ਮਨੁੱਖ ਅੱਖ ਨਹੀਂ ਖੋਲਦਾ। ਉਹ ਡਾਕਟਰ ਕੋ ਜਾਂਦਾ, ਉਹਨੂੰ ਚੈਨ ਨਹੀਂ ਪੈਂਦੀ, ਉਹ ਬੰਦਾ ਕੁਝ ਨਹੀਂ ਕਰ ਪਾਉਂਦਾ। ਲੇਕਿਨ ਤੁਹਾਨੂੰ ਦੱਸਣਾ ਚਾਹਨਾ, ਜਦੋਂ ਸੈਮਸਨ ਕੋ ਗਲਤੀ ਹੋਈ, ਉਹਦੀ ਅੱਖਾਂ ਵਿੰਨ ਦਿੱਤੀਆਂ, ਉਹਦੇ ਹੱਥ ਪੈਰ ਬੰਨ ਦਿੱਤੇ ਗਏ। ਕਿੰਨੀਆਂ ਚੀਕਾਂ ਮਾਰੀਆਂ ਹੋਣੀਆਂ ਵੀ ਪ੍ਰਭੂ ਆ ਕੀ ਹੋ ਗਿਆ। ਇਸੇ ਤਰ੍ਹਾਂ ਜਦੋਂ ਇੱਕ ਬੰਦਾ ਵਿਸ਼ਵਾਸੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਵਿਸ਼ਵਾਸੀ ਹਾਂ, ਜਦੋਂ ਸ਼ੈਤਾਨ ਉਹਨੂੰ ਸਿੜਦਾ ਆ ਤੇ ਉਹ ਮਨੁੱਖ ਵੀ ਪਛਤਾਉਂਦਾ ਆ ਫਿਰ ਵੀ ਪ੍ਰਭੂ ਆ ਕੀ ਮੇਰੇ ਤੋਂ ਹੋ ਗਿਆ। ਲੇਕਿਨ ਸੰਤ ਪੌਲੁਸ ਨੇ ਕਿਹਾ ਬਾਰ-ਬਾਰ ਗਲਤੀਆਂ ਨਾ ਕਰੋ। ਜੇ ਤੁਹਾਡੇ ਉੱਪਰ ਦਇਆ ਹੋਈ ਆ, ਕਿਰਪਾ ਹੋਈ ਆ, ਬਾਰ-ਬਾਰ ਗਲਤੀਆਂ ਨਾ ਕਰੋ। ਤੁਹਾਨੂੰ ਪਤਾ ਸੈਮਸਨ ਨੂੰ ਆਪਣੀ ਜਾਨ ਗਵਾਣੀ ਪਈ। ਪਹਿਲਾਂ ਅੱਖਾਂ ਦੇ ਵਿੱਚ ਉਹਨੂੰ ਦੁੱਖ ਚੱਲਣਾ ਪਿਆ। ਕਿੰਨੀ ਤਕਲੀਫ ਸਹੀ ਹੋਣੀ ਆ ਸੈਮਸਨ ਨੇ, ਜਦੋਂ ਗਰਮ ਚਲੋ ਜਿਸ ਤਰ੍ਹਾਂ ਮਰਜ਼ੀ ਉਹਦੀ ਅੱਖਾਂ ਕੱਢੀਆਂ ਗਈਆਂ, ਚਾਹੇ ਗਰਮ ਸਰੀ ਉਹਦੀ ਅੱਖਾਂ 'ਚ ਵਾੜੇ ਗਏ, ਭਾਵੇਂ ਕੋਈ ਤਿੱਖੀ ਚੀਜ਼ ਉਹਦੀ ਅੱਖਾਂ 'ਚ ਮਾਰੀ ਗਈ, ਅੰਨਾ ਤੇ ਕਾਰੀ ਦਿੱਤਾ ਗਿਆ ਸੀ। ਜਿੱਦਾਂ ਮਰਜ਼ੀ ਕੀਤਾ ਗਿਆ ਹੋਵੇ, ਉਹ ਅੰਨਾ ਕਰ ਦਿੱਤਾ ਗਿਆ। ਕਿੰਨੀ ਤਕਲੀਫ 'ਚ ਸੀਗਾ। ਇਸੇ ਤਰ੍ਹਾਂ ਜਦੋਂ ਤੁਸੀਂ ਯਹੋਵਾ ਪਰਮੇਸ਼ਵਰ ਦੀ ਹਜ਼ੂਰੀ ਨੂੰ ਛੱਡ ਕੇ ਸੰਸਾਰ ਦੇ ਕੋਲੋਂ ਆਪਣੀ ਲਟਾ ਕਟਾਉਂਦੇ ਹੋ ਤੇ ਫਿਰ ਸ਼ੈਤਾਨ ਵੀ ਤੁਹਾਨੂੰ ਤਕਲੀਫਾਂ 'ਚ ਪਾਉਂਦਾ, ਤੁਹਾਨੂੰ ਅੰਨਾ ਕਰ ਦਿੰਦਾ। ਜਿੱਦਾਂ ਸੈਮਸਨ ਅੰਨਾ ਕਰ ਦਿੱਤਾ ਗਿਆ ਸੀਗਾ। ਫਿਰ ਮਸੀਹ ਲੋਕ ਵੀ ਅੰਨੇ ਹੋ ਜਾਂਦੇ, ਫਿਰ ਉਹਨਾਂ ਨੂੰ ਵਚਨ ਨਹੀਂ ਦਿਖਦਾ, ਫਿਰ ਤਕਲੀਫਾਂ ਦੇ ਦੁੱਖ ਉੱਪਰ ਆ ਜਾਂਦੇ ਆ। ਇਸ ਕਰਕੇ ਕਦੇ ਵੀ ਉਹ ਕੰਮ ਨਾ ਕਰੋ ਜਿਹਦੇ ਨਾਲ ਤੁਸੀਂ ਮੁਸੀਬਤ ਦੇ ਵਿੱਚ ਪਵੋ ਤੇ ਪਰਮੇਸ਼ਵਰ ਦੇ ਸਾਹਮਣੇ ਵਿਚਾਰੀ ਠਹਿਰਾਏ ਜਾਓ। ਕਿਉਂਕਿ ਯੀਸ਼ੂ ਮਸੀਹ ਪਸੰਦ ਨਹੀਂ ਕਰਦਾ ਵੀ ਕੋਈ ਬੰਦਾ ਪ੍ਰਭੂ ਦੇ ਨਾਲ ਪ੍ਰੀਤ ਲਾਈ ਹੋਵੇ ਤੇ ਉਹ ਸੰਸਾਰ ਦੇ ਨਾਲ ਮਿੱਤਰਚਾਰਾ ਰੱਖੇ। ਇਹਨੂੰ ਹਰਾਮਕਾਰੀ ਕਿਹਾ ਜਾਂਦਾ ਹੈ, ਵਿਭਚਾਰੀ ਕਿਹਾ ਜਾਂਦਾ ਹੈ। ਪ੍ਰਭੂ ਨਹੀਂ ਪਸੰਦ ਕਰਦਾ ਇਹੋ ਜਿਹੇ ਲੋਕਾਂ ਨੂੰ। ਚਾਹੇ ਦੋ ਪਤੀ ਪਤਨੀ ਆ, ਜਦੋਂ ਪਤੀ ਪਤਨੀ ਹੁੰਦੀ, ਪਤੀ ਪਤਨੀ ਦੇ ਵਿੱਚ ਜਦੋਂ ਤੀਜਾ ਪਰਸਨ ਆਂਦਾ ਆ, ਤੁਹਾਨੂੰ ਪਤਾ ਫਿਰ ਕੀ ਹੁੰਦਾ? ਤਲਾਕ, ਲੜਾਈਆਂ, ਝਗੜੇ, ਉਹ ਅੱਡ ਹੋ ਜਾਂਦੇ ਆ। ਜੇ ਸ਼ੈਤਾਨ ਦੇ ਨਾਲ ਤੁਸੀਂ ਸੰਗਤੀ ਕਰਦੇ ਹੋ ਤੇ ਫਿਰ ਪਰਮੇਸ਼ਵਰ ਤੁਹਾਨੂੰ ਕਦੇ ਵੀ ਪਿਆਰ ਨਹੀਂ ਕਰੇਗਾ। ਕਿਉਂਕਿ ਪਿਆਰ ਹਮੇਸ਼ਾ ਦੋ ਮਨੁੱਖਾਂ ਦੇ ਵਿੱਚ ਹੁੰਦਾ ਆ, ਤਿੰਨਾਂ ਵਿੱਚ ਪਿਆਰ ਨਹੀਂ ਹੁੰਦਾ। ਇਸ ਕਰਕੇ ਬਾਈਬਲ ਨੇ ਨਹੀਂ ਕਿਹਾ ਵੀ ਜਿਹਨੂੰ ਖੁਦਾ ਨੇ ਜੋੜਿਆ ਉਹਨੂੰ ਵੱਖ ਨਾ ਕਰੇ। ਉਹਨੇ ਪਤੀ ਪਤਨੀ ਨੂੰ ਕਿਹਾ ਇੱਕੋ ਹੀ ਪਤਨੀ ਤੇ ਇੱਕੋ ਹੀ ਪਤੀ ਹੋਣਾ ਚਾਹੀਦਾ। ਬਾਈਬਲ 'ਚ ਤਾਂ ਕਿਤੇ ਨਹੀਂ ਲਿਖਿਆ ਵੀ ਤੁਸੀਂ ਦੂਜਾ ਵਿਆਹ ਵੀ ਕਰਾ ਸਕਦੇ ਹੋ। ਉਹਨੇ ਤਾਂ ਨਹੀਂ ਕਿਹਾ ਵੀ ਇੱਕ ਬੰਦਾ ਦੋ ਦੋ ਤੀਵੀਆਂ ਰੱਖ ਲਵੇ, ਤਿੰਨ ਤਿੰਨ ਤੀਵੀਆਂ ਰੱਖ ਲਵੇ। ਇਸੇ ਤਰ੍ਹਾਂ ਖੁਦਾ ਵੀ ਚਾਹੁੰਦਾ ਆ ਵੀ ਜੇ ਤੁਸੀਂ ਖੁਦਾ ਨੂੰ ਪਿਆਰ ਕਰਦੇ ਤੇ ਖੁਦਾ ਹੀ ਤੁਹਾਡਾ ਪਤੀ ਹੋਵੇ। ਸ਼ੈਤਾਨ ਦੇ ਨਾਲ ਪ੍ਰੀਤ ਨਾ ਲਾਓ। ਹੁਣ ਤੁਹਾਨੂੰ ਪਤਾ, ਭਾਵੇਂ ਕੋਈ ਸੇਵਕ ਹੋਵੇ ਚਾਹੇ ਕੋਈ ਵਿਸ਼ਵਾਸੀ ਹੋਵੇ, ਉਹ ਇੱਕੋ ਹੀ ਪਤਨੀ ਹੋਣੀ ਚਾਹੀਦੀ ਹੈ। ਸੇਵਕਾਂ ਬਾਰੇ ਵੀ ਲਿਖਿਆ ਆ ਵੀ ਸੇਵਕ ਦੀ ਇੱਕ ਪਤਨੀ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਸੇਵਕ ਨੇ ਦੋ ਦੋ ਜਾਂ ਤਿੰਨ ਤਿੰਨ ਵਿਆਹ ਕਰਵਾਏ ਆ। ਜਿਹੜਾ ਸੇਵਕ ਦੋ ਜਾਂ ਤਿੰਨ ਵਿਆਹ ਕਰਵਾ ਕੇ ਸੇਵਾ ਕਰ ਰਿਹਾ, ਉਹ ਖੁਦਾ ਦੇ ਅੱਗੇ ਸਮਰਪਿਤ ਸੇਵਕ ਨਹੀਂ ਆ। ਇਹ ਪੁਲਪੜ ਤੋਂ ਇਸ ਗੱਲ ਨੂੰ ਮੈਂ ਕਲੀਅਰ ਕਰ ਰਿਹਾ ਹਾਂ। ਜਾਚਕਾਂ ਬਾਰੇ ਵੀ ਲਿਖਿਆ ਗਿਆ ਆ, ਹਰੇਕ ਬਾਰੇ ਲਿਖਿਆ ਗਿਆ ਆ।
ਇਸ ਕਰਕੇ ਜੇ ਪ੍ਰਭੂ ਯਿਸੂ ਮਸੀਹ ਦੇ ਨਾਲ ਪ੍ਰੀਤ ਪਾਈ ਆ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਹੀ ਤੁਹਾਡੀ ਪ੍ਰੀਤ ਹੋਣੀ ਚਾਹੀਦੀ ਆ। ਸੰਸਾਰ ਦੇ ਨਾਲ ਤੁਹਾਡੀ ਪ੍ਰੀਤ ਨਹੀਂ ਹੋਣੀ ਚਾਹੀਦੀ ਕਦੇ ਵੀ। ਇਸ ਕਰਕੇ ਹਮੇਸ਼ਾ ਵਚਨ ਦੇ ਦਾਇਰੇ ਵਿੱਚ ਰਹਿਣਾ, ਕਦੇ ਵੀ ਵਚਨ ਦੇ ਦਾਇਰੇ ਤੋਂ ਬਾਹਰ ਨਹੀਂ ਜਾਣਾ। ਆਓ ਅਸੀਂ ਕੱਢਾਂਗੇ ਲੂਕਾ 10:16। ਲੂਕਾ 10:16 ਕੱਢਾਂਗੇ। ਲੂਕਾ 10:16 ਵਿੱਚ ਲਿਖਿਆ ਆ, ਜੋ ਕੋਈ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ। ਤੁਹਾਨੂੰ ਪਤਾ ਜੇ ਕੋਈ ਪਵਿੱਤਰ ਆਤਮਾ ਦੇ ਨਾਲ ਭਰਿਆ ਹੋਇਆ ਮਨੁੱਖ ਆ, ਕਹਿੰਦਾ ਜੋ ਕਿ ਤੁਹਾਡੀ ਸੁਣਦਾ ਮੇਰੀ ਸੁਣਦਾ ਹੈ, ਤੇ ਜੋ ਕੋਈ ਤੁਹਾਨੂੰ ਰੱਦ ਕਰਦਾ ਹੈ ਉਹ ਮੈਨੂੰ ਰੱਦ ਕਰਦਾ ਹੈ, ਅਤੇ ਜੋ ਕੋਈ ਮੈਨੂੰ ਰੱਦ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਰੱਦ ਕਰਦਾ ਹੈ। ਤੁਹਾਨੂੰ ਪਤਾ ਵਚਨ ਦਾ ਪ੍ਰਚਾਰ ਕੋਈ ਮਨੁੱਖ ਨਹੀਂ ਕਰ ਸਕਦਾ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਖੁਦਾ ਨਬੀ ਨੇ ਕਿਹਾ ਆ, ਭਾਈ ਬ੍ਰੈਨਮ ਨੇ, ਪ੍ਰਭੂ ਯਿਸੂ ਮਸੀਹ ਆਪਣੇ ਵਚਨ ਦਾ ਖੁਦ ਅਨੁਵਾਦਕ ਆ। ਜਿੰਨੇ ਵੀ ਚੇਲੇ ਆਏ, ਜਿੰਨੇ ਵੀ ਨਬੀ ਰਸੂਲ ਆਏ, ਉਹਨਾਂ ਨੇ ਆਪਣੀ ਮਰਜ਼ੀ ਨਹੀਂ ਕੀਤੀ, ਪਵਿੱਤਰ ਆਤਮਾ ਉਹਨਾਂ ਲੋਕਾਂ ਦੇ ਅੰਦਰ ਹੋ ਕੇ ਬੋਲਦਾ ਸੀਗਾ। ਤੁਸੀਂ ਦੇਖਿਆ ਨਹੀਂ ਕਿੱਦਾਂ ਹਿਰਦਿਆਂ ਦੀ ਗੱਲਾਂ ਨਬੀ ਜਾਣ ਲੈਂਦੇ ਸੀਗੇ। ਇਸ ਕਰਕੇ ਜਿਹੜਾ ਖੁਦਾ ਵੱਲੋਂ ਆਇਆ ਹੁੰਦਾ, ਜੇ ਕੋਈ ਖੁਦਾ ਵੱਲੋਂ ਠਹਿਰਾਇਆ ਹੋਇਆ, ਜੇ ਤੁਸੀਂ ਉਹਦੀ ਆਵਾਜ਼ ਨਹੀਂ ਸੁਣ ਰਹੇ, ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਰੱਦ ਕਰਦੇ ਹੋ। ਜਿਸ ਸਥਾਨ ਦੇ ਵਿੱਚ ਮੈਂ ਤੁਹਾਨੂੰ ਵਚਨ ਸੁਣਾ ਰਿਹਾ ਹਾਂ, ਬਾਈਬਲ ਦੇ ਅਕੋਰਡਿੰਗ, ਪ੍ਰਕਾਸ਼ਨ ਦੇ ਅਕੋਰਡਿੰਗ, ਜੇ ਕੋਈ ਮਨੁੱਖ ਨਹੀਂ ਮੰਨਦਾ ਉਹ ਮੈਨੂੰ ਨਹੀਂ ਰੱਦਦਾ। ਜਦੋਂ ਇਜ਼ਰਾਈਲੀਆਂ ਨੇ ਮੂਸਾ ਨੂੰ ਕਿਹਾ ਸੀਗਾ ਅਸੀਂ ਨਹੀਂ ਤੈਨੂੰ ਮੰਨਦੇ, ਤੇ ਪ੍ਰਭੂ ਨੇ ਕੀ ਕਿਹਾ ਸੀਗਾ, ਮੂਸਾ ਇਹਨਾਂ ਨੇ ਤੈਨੂੰ ਨਹੀਂ, ਇਹਨਾਂ ਨੇ ਮੈਨੂੰ ਰੱਦਿਆ। ਕਹਿੰਦਾ ਪਿੱਛੇ ਹਟ ਜਾ, ਮੈਂ ਇਹਨਾਂ ਨੂੰ ਮਾਰ ਦਵਾਂ। ਤੁਹਾਨੂੰ ਪਤਾ ਉਹੀ ਯਹੋਵਾ ਅਣਖੀ ਪਰਮੇਸ਼ਵਰ ਅੱਜ ਵੀ ਆ। ਅੱਜ ਗਲਤੀਆਂ ਜਦੋਂ ਲੋਕ ਕਰਦੇ, ਪਰਮੇਸ਼ਵਰ ਮਾਰਨ ਦੀ ਕੋਸ਼ਿਸ਼ ਕਰ ਸਕਦਾ ਆ, ਲੇਕਿਨ ਜਦੋਂ ਇੱਕ ਸੇਵਕ ਮਸੇ ਨਾਲ ਭਰਿਆ ਹੋਇਆ ਪ੍ਰਾਰਥਨਾ ਕਰਦਾ, ਪ੍ਰਭੂ ਜੀ ਇਹ ਮੇਰਾ ਭੈਣ ਭਾਈ ਪਾਪ ਦੇ ਵਿੱਚ ਚਲਾ ਗਿਆ ਤੇ ਦਇਆ ਕਰ ਪ੍ਰਭੂ ਜੀ, ਤੇ ਪ੍ਰਭੂ ਫਿਰ ਦਇਆ ਕਰਦਾ। ਮੂਸਾ ਦੇ ਕਾਰਨ ਇਜ਼ਰਾਈਲੀ ਲੋਕਾਂ ਨੂੰ ਬਖਸ਼ਦਾ ਰਿਹਾ, ਬਾਰ-ਬਾਰ ਬਖਸ਼ਦਾ ਰਿਹਾ, ਲੇਕਿਨ ਜਦੋਂ ਉਹਨਾਂ ਨੇ ਗਲਤੀਆਂ ਕਰਨੋਂ ਨਹੀਂ ਹਟੇ ਤੇ ਖੁਦਾ ਨੇ ਕੀ ਕੀਤਾ, ਮਜਬੂਰੀ ਦੇ ਵਿੱਚ ਸਾਰੇ ਮਾਰ ਦਿੱਤੇ। ਹਾਲਾਂਕਿ ਅਸੀਂ ਕਹਿ ਸਕਦੇ ਪ੍ਰਭੂ ਨੇ ਨਹੀਂ ਮਾਰੇ, ਉਹਨਾਂ ਨੇ ਆਪਣੀ ਮੌਤ ਨੂੰ ਖੁਦ ਚੁਣਿਆ। ਜਦੋਂ ਮੂਸਾ ਦੇ ਖਿਲਾਫ ਬੁੜਬੁੜਾਏ, ਆਪਣੀ ਮੌਤ ਨੂੰ ਖੁਦ ਚੁਣਿਆ, ਕਿਉਂਕਿ ਉਹਨਾਂ ਨੇ ਯਹੋਵਾ ਦੇ ਵਚਨ ਦੇ ਵੱਲ ਧਿਆਨ ਦਿੱਤਾ, ਉਹਨਾਂ ਨੇ ਸੰਸਾਰਿਕ ਗੱਲਾਂ ਵੱਲ ਧਿਆਨ ਦਿੱਤਾ। ਉਹ ਕਹਿੰਦੇ ਅਸੀਂ ਮਿਸਰ ਦੇ ਵਿੱਚ ਵਧੀਆ ਰਹਿੰਦੇ ਸੀਗੇ, ਤੂੰ ਸਾਨੂੰ ਮਾਰਨ ਦੇ ਲਈ ਸਥਾਨ 'ਚ ਲਿਆਇਆ। ਉਹਨਾਂ ਨੂੰ ਮੰਨਾ ਖਾਣ ਨੂੰ ਮਿਲਦਾ ਸੀ, ਲੇਕਿਨ ਉਸ ਮੰਨੇ ਨੂੰ ਵੀ ਉਹਨਾਂ ਨੇ ਤੁੱਛ ਸਮਝਿਆ। ਉਹ ਕਹਿੰਦੇ ਅਸੀਂ ਮੰਨਾ ਖਾ ਕੇ ਅੱਕ ਗਏ ਆ। ਤੇ ਕਿੱਦਾਂ ਪ੍ਰਭੂ ਨੇ ਪੁਰਾਣੀ ਪੀੜ੍ਹੀ ਦੇ ਸਾਰੇ ਲੋਕ ਮਾਰ ਦਿੱਤੇ, ਲੇਕਿਨ ਯਹੋਸ਼ੂਆ ਤੇ ਕਲੇਬ ਜਿਹੜੇ ਵਚਨ ਦੇ ਨਾਲ ਭਰੇ ਸੀ, ਪਰਮੇਸ਼ਵਰ ਨੇ ਉਹਨਾਂ ਨੂੰ ਉਸ ਕਨਾਨ ਦੇਸ਼ ਵਿੱਚ ਜਾਣ ਦਾ ਅਵਸਰ ਦਿੱਤਾ। ਕਿਉਂ ਦਿੱਤਾ? ਅੱਜ ਲੋਕ ਕਹਿੰਦੇ ਆ ਅਸੀਂ ਸੰਸਾਰ ਦੇ ਵਿੱਚੋਂ ਆ ਗਏ ਆ, ਸੰਦੇਸ਼ ਦੇ ਵਿੱਚ ਬੈਪਟਾਈਜ਼ ਵੀ ਹੋ ਗਿਆ। ਕੀ ਇਜ਼ਰਾਈਲੀ ਲੋਕਾਂ ਦਾ ਬੈਪਟਾਈਜ਼ ਨਹੀਂ ਹੋਇਆ ਸੀਗਾ? ਕਿ ਉਹਨਾਂ ਨੇ ਚਿੰਨ ਚਮਤਕਾਰ ਨਹੀਂ ਸੀ ਦੇਖੇ? ਫਿਰ ਵੀ ਉਹ ਲੋਕ ਮਾਰੇ ਗਏ। ਅੱਜ ਵੀ ਇਸੇ ਤਰ੍ਹਾਂ ਆ। ਅੱਜ ਬਹੁਤ ਲੋਕ ਸੰਸਾਰ ਨੂੰ ਛੱਡ ਕੇ ਜਦੋਂ ਖੁਦਾ ਦੀ ਪਵਿੱਤਰ ਹਜ਼ੂਰੀ ਵਿੱਚ ਆਉਂਦੇ ਬੁੜਬੁੜ ਕਰਦੇ ਆ, ਸਾਨੂੰ ਆ ਨਹੀਂ ਮਿਲਿਆ, ਅਸੀਂ ਉੱਥੇ ਚੰਗੇ ਸੀਗੇ, ਅਸੀਂ ਆਹ ਕਰਦੇ ਸੀ, ਅਸੀਂ ਉਹ ਕਰਦੇ ਸੀ, ਇੱਥੇ ਬੰਦਿਸ਼ਾਂ, ਇੱਥੇ ਆ ਉੱਥੇ ਉਹ। ਇਹੋ ਜਿਹੇ ਲੋਕਾਂ ਨੂੰ ਫਿਰ ਕੀ ਕਰਦਾ? ਖੁਦਾ ਛੱਡ ਦਿੰਦਾ। ਉਹ ਕਹਿੰਦਾ ਜਾਓ ਫਿਰ ਸੰਸਾਰ ਦੇ ਨਾਲ ਮਿੱਤਰਚਾਰਾ ਰੱਖੋ। ਜੇ ਕੋਈ ਸੰਸਾਰ 'ਚ ਚਲੇ ਜਾਂਦਾ ਤੇ ਪਰਮੇਸ਼ਵਰ ਦੇ ਭਾਣੇ ਉਹ ਮਰ ਜਾਂਦਾ ਆ ਫਿਰ। ਤੇ ਜਦੋਂ ਇਸਰਾਈਲੀਆਂ ਨੇ ਗਲਤੀ ਕੀਤੀ ਤੇ ਸਾਰੇ ਦੇ ਸਾਰੇ ਮਾਰੇ ਗਏ, ਇੱਕ ਨਹੀਂ ਬਚਿਆ। ਇਸ ਕਰਕੇ ਭਾਈ ਬ੍ਰੈਨਮ ਨੇ ਕਿਹਾ ਇੱਕ ਇੱਕ ਦਾਣੇ ਦੀ ਕਟਾਈ ਕਰਵਾਈ ਗਈ। ਜੇ ਅੱਜ ਤੁਹਾਡੇ ਤੇ ਕਿਰਪਾ ਹੋਈ ਆ ਤੇ ਰੋਜ਼ ਧੰਨਵਾਦ ਕਰੋ, ਪ੍ਰਭੂ ਜੀ ਤੇਰਾ ਸੰਦੇਸ਼ ਨਬੀ ਦੇ ਦੁਆਰਾ ਸਾਡੇ ਉੱਪਰ ਖੁੱਲਿਆ। ਜਦੋਂ ਨਬੀ ਦੇ ਦੁਆਰਾ ਸੰਦੇਸ਼ ਖੁੱਲਿਆ ਤੇ ਰੋਜ਼ ਉੱਠ ਕੇ ਧੰਨਵਾਦ ਕਰੋ, ਪ੍ਰਭੂ ਜੀ ਮੇਰੇ ਜੀਵਨ ਨੂੰ ਸੁਧਾਰ, ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਕੋਈ ਵਿਚਾਰੀ ਨਾ ਕਹਿ ਸਕੇ, ਮੇਰੇ ਤੇ ਕੋਈ ਗਲਤੀ ਨਾ ਠੋਕ ਸਕੇ ਆ ਕੇ ਵੀ ਇਹ ਬੰਦਾ ਗਲਤ ਆ, ਇਹ ਬੰਦਾ ਭੈਣ ਭਾਈ ਵਿਚਾਰੀ ਆ। ਹਰ ਬੰਦਾ ਤੁਹਾਨੂੰ ਆਤਮਿਕ ਕਵੇ, ਲੇਕਿਨ ਆਤਮਿਕ ਕਹਾਉਣ ਤੋਂ ਪਹਿਲਾਂ ਤੁਹਾਨੂੰ ਉਸ ਦਾਇਰੇ ਵਿੱਚ ਆਣਾ ਪੈਣਾ, ਤੁਹਾਨੂੰ ਫਿੱਟ ਕਰਨਾ ਪੈਣਾ ਵਚਨ ਦੇ ਵਿੱਚ ਆਪਣੇ ਆਪ ਨੂੰ, ਕਿਉਂਕਿ ਤੁਹਾਨੂੰ ਪਤਾ ਖੁਦਾਵੰਦ ਤਰਾਸ਼ਦਾ ਆ, ਫਿਰ ਉਹ ਫਿੱਟ ਕਰਦਾ ਹੈ। ਹੁਣ ਜੇ ਤੁਸੀਂ ਕਹੋ ਤੁਸੀਂ ਤਰਾਸ਼ੇ ਨਾ ਜਾਓ, ਤੁਹਾਡੀ ਕਟਿੰਗ ਨਾ ਹੋਵੇ, ਤੁਹਾਡੇ ਤੇ ਹਥੌੜੀ ਨਾ ਚਲਾਈ ਜਾਵੇ, ਤੁਸੀਂ ਕਦੇ ਵੀ ਫਿੱਟ ਨਹੀਂ ਬੈਠੋਗੇ।
ਕਿਉਂਕਿ ਉਹ ਆਪਣੇ ਲੋਕਾਂ ਨੂੰ ਦੁੱਖਾਂ ਦੀ ਭੱਠੀ ਵਿੱਚੋਂ ਕੱਢਦਾ ਆ ਤਾਂ ਕਿ ਉਹ ਲੋਕ ਮਜ਼ਬੂਤ ਹੋ ਸਕਣ। ਤੁਹਾਡੇ ਜੀਵਨ 'ਚ ਗਵਾਹੀ ਵੀ ਤਾਂ ਹੋਣੀ ਚਾਹੀਦੀ ਹੈ ਵੀ ਹਾਂ ਮੈਂ ਪ੍ਰਭੂ 'ਚ ਸੀ, ਪ੍ਰਭੂ ਨੇ ਮੇਰੀ ਰਗੜਾਈ ਕੀਤੀ ਆ, ਮੈਨੂੰ ਮਜ਼ਬੂਤੀ ਦਿੱਤੀ ਆ। ਫਿਰ ਪ੍ਰਭੂ ਇਸਤੇਮਾਲ ਕਰਦਾ ਲੋਕਾਂ ਨੂੰ, ਜਿੱਦਾਂ ਇੱਕ ਸਿਪਾਹੀ ਨੂੰ ਇਸਤੇਮਾਲ ਕੀਤਾ ਜਾਂਦਾ ਸੈਨਾ ਵਿੱਚ ਭਰਤੀ ਹੋਣ ਤੋਂ ਪਹਿਲਾਂ ਉਹਦੀ ਟ੍ਰੇਨਿੰਗ ਹੁੰਦੀ, ਰਗੜਾਈ ਹੁੰਦੀ ਆ, ਫਿਰ ਉਹਨੂੰ ਵਰਦੀ ਮਿਲਦੀ ਆ, ਫੀਤੀਆਂ ਲੱਗਦੀਆਂ, ਫਿਰ ਉਹ ਬੰਦਾ ਯੁੱਧ 'ਚ ਜਾ ਸਕਦਾ। ਇਦਾਂ ਉਹ ਬੰਦਾ ਯੁੱਧ 'ਚ ਨਹੀਂ ਜਾ ਸਕਦਾ। ਜੇ ਤੁਸੀਂ ਵੀ ਸ਼ੈਤਾਨ ਦੇ ਨਾਲ ਲੜਨਾ ਚਾਹੁੰਦੇ ਹੋ ਤੇ ਤੁਹਾਨੂੰ ਉਹ ਪਾਵਰ ਚਾਹੀਦੀ ਆ। ਫਿਰ ਸੰਸਾਰ ਦੇ ਨਾਲ ਮਿੱਤਰਚਾਰਾ ਨਾ ਰੱਖੋ, ਸ਼ੈਤਾਨ ਦੇ ਨਾਲ ਫਿਰ ਪ੍ਰੀਤ ਨਾ ਲਾਓ। ਪ੍ਰੀਤ ਕਿਹਦੇ ਨਾਲ ਲਾਣੀ ਆ? ਪ੍ਰਭੂ ਯੀਸ਼ੂ ਮਸੀਹ ਦੇ ਵਚਨ ਦੇ ਨਾਲ। ਕਹਿਣਾ ਖੁਦਾਵੰਦ ਜੋ ਤੇਰਾ ਵਚਨ ਕਹੂਗਾ ਮੈਂ ਉਹੀ ਕਰੂੰਗਾ, ਮੈਂ ਉਹੀ ਕਰੂੰਗੀ। ਲੇਕਿਨ ਜਦੋਂ ਸੈਮਸਨ ਨੇ ਗਲਤੀ ਕੀਤੀ ਤੇ ਉਹਨੂੰ ਖਮਿਆਜਾ ਭੁਗਤਣਾ ਪਿਆ। ਕਿੰਨੀ ਦੁੱਖ ਦੇ ਪੀੜਾ ਵਿੱਚ ਰਿਹਾ ਹੋਵੇਗਾ ਉਹ, ਕਿੰਨਾ ਪਛਤਾਇਆ ਹੋਵੇਗਾ ਉਹ। ਇਸ ਕਰਕੇ ਉਹਨੇ ਕਿਹਾ ਪ੍ਰਭੂ ਜੀ ਇੱਕ ਵਾਰ ਹੋਰ ਮੈਨੂੰ ਬਲ ਦੇ। ਜਦੋਂ ਉਹਨੂੰ ਖੁਦਾ ਨੇ ਦੁਬਾਰਾ ਬਲ ਦਿੱਤਾ, ਉਹਨੇ ਕਿਹਾ ਇਹਨਾਂ ਦੇ ਨਾਲ, ਇਹਨਾਂ ਫਲਿਸ਼ਤੀਆਂ ਦੇ ਨਾਲ ਮੇਰੀ ਵੀ ਜਾਨ ਜਾਵੇ। ਤੇ ਕੀ ਫਾਇਦਾ ਹੋਇਆ ਆਪਣੀ ਜਾਨ ਗਵਾਣੀ ਪਈ। ਇਸ ਕਰਕੇ ਸਿੱਖਣਾ ਚਾਹੀਦਾ ਆ, ਬਾਈਬਲ ਦੇ ਵਿੱਚੋਂ ਸਿੱਖਣਾ ਚਾਹੀਦਾ ਵੀ ਕਿੱਦਾਂ ਉਹਦੇ ਜਿਹੜੇ ਲੋਕ ਸੀ ਉਹਨਾਂ ਨੇ ਦੁੱਖ ਚੱਲੇ, ਮੁਸੀਬਤਾਂ ਚੱਲੀਆਂ ਤੇ ਵਚਨ ਦੇ ਦਾਇਰੇ ਵਿੱਚ ਰਹਿਣਾ ਚਾਹੀਦਾ ਆ। ਨਬੀ ਨੇ ਕਿਹਾ ਅੱਜ ਲੋਕ ਫਿਲਮੀ ਸਿਤਾਰਿਆਂ ਨੂੰ ਆਪਣਾ ਉਹ ਬਣਾਉਂਦੇ ਆ, ਪਹਿਲਾ ਸਥਾਨ ਫਿਲਮੀ ਸਿਤਾਰਿਆਂ ਨੂੰ ਦਿੰਦੇ ਆ, ਲੇਕਿਨ ਤੁਹਾਨੂੰ ਬਾਈਬਲ ਦੇ ਇਹਨਾਂ ਨਬੀਆਂ ਰਸੂਲਾਂ ਨੂੰ ਪਹਿਲਾ ਸਥਾਨ ਦੇਣਾ ਚਾਹੀਦਾ ਵੀ ਖੁਦਾਵੰਦ ਇਬਰਾਹਿਮ ਵਰਗਾ ਮੇਰਾ ਜੀਵਨ ਹੋਵੇ। ਇੱਕ ਭੈਣ ਨੂੰ ਕਹਿਣਾ ਚਾਹੀਦਾ ਪ੍ਰਭੂ ਜੀ ਸਾਰਾ ਵਰਗਾ ਮੇਰਾ ਜੀਵਨ ਹੋਵੇ, ਨਿਓਮੀ ਵਰਗਾ ਮੇਰਾ ਜੀਵਨ ਹੋਵੇ, ਰੂਥ ਵਰਗਾ ਮੇਰਾ ਜੀਵਨ ਹੋਵੇ। ਇਹੋ ਜਿਹਾ ਜੀਵਨ ਮੰਗੋ ਜੋ ਬਾਈਬਲ ਕਹਿੰਦੀ ਹੈ। ਬਾਈਬਲ ਵਰਗਾ ਆਪਣਾ ਜੀਵਨ ਬਣਾਓ, ਵਚਨ ਵਰਗਾ ਆਪਣਾ ਜੀਵਨ ਬਣਾਓ। ਸੰਸਾਰ ਵਰਗਾ ਜੀਵਨ ਨਹੀਂ ਬਣਾਉਣਾ ਆਪਣਾ ਵੀ ਲੋਕ ਤੁਹਾਨੂੰ ਵੀ ਵਿਚਾਰੀ ਕਹਿਣ, ਕੋਈ ਮਜਬੂਰ ਹੋ ਜਾਵੇ ਤੁਹਾਨੂੰ ਵੀ ਵਿਚਾਰੀ, ਤੁਹਾਨੂੰ ਪਾਪੀ ਕਹਿਣ ਜਾਂ ਕਵੇ ਵੀ ਤੁਸੀਂ ਗਲਤੀ ਤੇ ਹੋ। ਲੇਕਿਨ ਖੁਦਾ ਦੇ ਲੋਕ ਜਿਹੜੇ ਅਸਲੀ ਖੁਦਾ ਦੇ ਲੋਕ ਆ ਉਹ ਗਲਤੀਆਂ ਨਹੀਂ ਕਰਦੇ। ਉਹ ਇੱਕ ਵਾਰੀ ਗਲਤੀ ਜੋ ਪਾਉਂਦਾ ਜੀਵਨ 'ਚ ਹੋਈ ਹੁੰਦੀ ਉਹਨੂੰ ਛੱਡ ਕੇ ਫਿਰ ਖੁਦਾ ਦੇ ਕੋਲ ਜਦੋਂ ਆ ਜਾਂਦੇ ਆ, ਬੈਪਟਾਈਜ਼ ਲੈ ਲੈਂਦੇ ਆ, ਪਵਿੱਤਰ ਆਤਮਾ ਦਾ ਬਪਤਿਸਮਾ ਲੈ ਲੈਂਦੇ, ਫਿਰ ਉਹ ਆਤਮਾ ਦੀ ਅਗਵਾਈ ਦੇ ਵਿੱਚ ਹੀ ਚੱਲਦੇ ਆ। ਬਿਨਾਂ ਆਤਮਾ ਦੀ ਅਗਵਾਈ ਤੋਂ ਕਦੇ ਵੀ ਉਹ ਚੱਲਦੇ ਨਹੀਂ ਆ। ਜੇ ਅਸੀਂ ਲੂਕਾ ਵਿੱਚ ਦੇਖਦੇ ਆ, ਲੂਕਾ 19 ਵਿੱਚ ਦੇਖਦੇ ਆ, ਲੂਕਾ 19 ਵਿੱਚ ਜੱਕੀ ਬਾਰੇ ਲਿਖਿਆ ਆ। ਲੂਕਾ 19 ਵਿੱਚ ਲਿਖਿਆ ਜੱਕੀ ਬਾਰੇ। ਜਿਹੜਾ ਜੱਕੀ ਸੀਗਾ ਉਹ ਇੱਕ ਵਿਆਜੀਆ ਸੀਗਾ, ਇੱਕ ਵਿਆਜੀਆ ਸੀਗਾ। ਲੇਕਿਨ ਜਦੋਂ ਪ੍ਰਭੂ ਇਹ ਵਚਨ ਜਿਹੜਾ ਖਾਲਸ ਵਚਨ ਜੱਕੀ ਦੇ ਕੋਲ ਆਇਆ ਤਾਂ ਉਹਨੇ ਕਿਹਾ ਪ੍ਰਭੂ ਜੀ ਮੈਂ ਆਪਣਾ ਮਾਲ ਕੰਗਾਲਾਂ ਨੂੰ ਦਵਾਂਗਾ। ਉਹਨੇ ਆਪਣਾ ਮਾਲ ਕੰਗਾਲਾਂ ਨੂੰ ਦੇ ਦਿੱਤਾ। ਕਿੱਦਾਂ ਦਾ ਜੀਵਨ ਸੀਗਾ ਦੇਖੋ, ਪਾਪ ਦੇ ਨਾਲ ਭਰਿਆ ਜੀਵਨ ਸੀਗਾ। ਤੇ ਕੀ ਪ੍ਰਭੂ ਨੇ ਉੱਤੇ ਦਇਆ ਨਹੀਂ ਕੀਤੀ? ਹੋ ਸਕਦਾ ਜੱਕੀ ਨੂੰ ਲੋਕ ਕਹਿੰਦੇ ਹੁਣ ਵੀ ਇਹ ਬੰਦਾ ਗਲਤ ਆ, ਵਿਚਾਰੀ ਆ, ਪਾਪੀ ਆ, ਲੇਕਿਨ ਖੁਦਾਵੰਦ ਪਾਪੀਆਂ ਤੇ ਵਿਚਾਰੀਆਂ ਤੇ ਵੀ ਦਇਆ ਕਰਦਾ। ਲੇਕਿਨ ਲੋੜ ਕਿਸ ਚੀਜ਼ ਦੀ ਆ? ਲੋੜ ਆ ਉਹਦੇ ਅੱਗੇ ਆਪਣੇ ਆਪ ਨੂੰ ਸਮਰਪਿਤ ਕਰਨ ਦੀ। ਜਦੋਂ ਜੱਕੀ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ ਤੇ ਕੀ ਹੋਇਆ? ਉਹਨੇ ਜੱਕੀ ਨੂੰ ਆਖਿਆ ਛੇਤੀ ਨਾਲ ਉਤਰ ਆ, ਕਿਉਂਕਿ ਜੱਕੀ ਦਰਖਤ ਤੇ ਚੜਿਆ ਸੀਗਾ। ਕਹਿੰਦਾ ਛੇਤੀ ਨਾਲ ਉਤਰ ਆ। ਉੱਤਰ ਆਇਆ ਤੇ ਖੁਸ਼ੀ ਨਾਲ ਉਸਦਾ ਆਦਰ ਭਾਉ ਕੀਤਾ। ਆ ਸਭ ਦੇਖ ਕੇ ਕੁੜਨ ਲੱਗੇ। ਹੁਣ ਸਭ ਕੁੜਕੁੜ ਕਰਨ ਲੱਗੇ ਵੀ ਪਾਪੀ ਬੰਦਾ ਯੀਸ਼ੂ ਮਸੀਹ ਦੇ ਕੋਲ ਆ ਗਿਆ ਅਤੇ ਬੋਲੇ ਉਹ ਇੱਕ ਪਾਪੀ ਮਨੁੱਖ ਹੈ, ਉਸਦੇ ਘਰ ਜਾ ਉਤਰਿਆ ਹੈ। ਪਰ ਜੱਕੀ ਨੇ ਖੜੋ ਕੇ ਪ੍ਰਭੂ ਨੂੰ ਕਿਹਾ ਪ੍ਰਭੂ ਜੀ ਵੇਖ ਮੈਂ ਆਪਣਾ ਅੱਧਾ ਮਾਲ ਕੰਗਾਲਾਂ ਨੂੰ ਦਿੰਦਾ ਹਾਂ। ਉਹਨੇ ਪਾਪ ਦੀ ਕਮਾਈ ਜੇ ਕੀਤੀ ਸੀ, ਉਹਨੇ ਰੱਖੀ ਨਹੀਂ। ਇੱਥੇ ਬੜੇ ਲੋਕ ਕਹਿੰਦੇ ਅਸੀਂ ਵਿਆਜ ਦਾ ਕੰਮ ਕਰਦੇ ਸੀਗੇ ਤੇ ਵਿਆਜ ਵਾਲਾ ਪੈਸਾ ਕਿੱਥੇ ਗਿਆ ਭਾਈ? ਉਹ ਪਾਪ ਦੀ ਕਮਾਈ ਕਿਉਂ ਰੱਖੀ ਆ ਤੁਸੀਂ? ਲੇਕਿਨ ਜੱਕੀ ਨੇ ਆਪਣਾ ਮਾਲ ਕੰਗਾਲਾਂ ਨੂੰ ਦਿੱਤਾ। ਔਰ ਜੇ ਮੈਂ ਕਿਸੇ ਉੱਤੇ ਉਜ ਲਾ ਕੇ ਕੁਝ ਲੈ ਲਿਆ ਹੋਵੇ ਤਾਂ 2 ਗੁਣਾ ਮੋੜ ਦਿੰਦਾ ਹਾਂ। ਦੇਖੋ ਜਦੋਂ ਆਤਮਾ, ਜਦੋਂ ਵਚਨ ਕਿਸ ਦੇ ਅੰਦਰ ਜਾਂਦਾ ਤੇ ਦੇਖੋ ਮਨੁੱਖ ਕੀ ਕਰਦਾ ਆ। ਫਿਰ ਇਹਨੇ ਲਾਲਚ ਨਹੀਂ ਕੀਤਾ ਪੈਸੇ ਦਾ, ਕਿਉਂਕਿ ਵਚਨ ਅੰਦਰ ਚਲਾ ਗਿਆ ਸੀਗਾ। ਇਸ ਤੋਂ ਪਹਿਲਾਂ ਹੋ ਸਕਦਾ ਜੱਕੀ ਨੇ ਲੋਕ ਵਿਚਾਰੀ ਕਹਿੰਦੇ ਹੋਣ ਜਾਂ ਕਹਿੰਦੇ ਹੁਣ ਇਹਨੂੰ ਖੁਦਾ ਦਾ ਡਰ ਨਹੀਂ ਆ, ਇਹ ਵਿਆਜ ਦਾ ਕੰਮ ਕਰਦਾ ਹੈ, ਵਿਆਜ ਲੈਂਦਾ ਆ, ਇਹ ਪਾਪੀ ਮਨੁੱਖ ਆ, ਇਹ ਬੰਦਾ ਗਲਤੀ ਤੇ ਆ। ਲੇਕਿਨ ਜਦੋਂ ਯੀਸ਼ੂ ਮਸੀਹ ਆਇਆ ਸਾਰੀਆਂ ਗਲਤੀਆਂ ਖਤਮ। ਜਦੋਂ ਯੀਸ਼ੂ ਮਸੀਹ, ਜੇ ਤੁਸੀਂ ਪਾਪੀ ਹੋ, ਪਾਪ 'ਚ ਹੋ, ਵਿਚਾਰ 'ਚ ਹੋ, ਜਦੋਂ ਯੀਸ਼ੂ ਮਸੀਹ ਤੁਹਾਡੇ ਅੰਦਰ ਆਵੇਗਾ ਤੇ ਸਭ ਕੁਝ ਖਤਮ ਕਰ ਦੇਵੇਗਾ। ਕਿਉਂਕਿ ਯੀਸ਼ੂ ਮਸੀਹ ਨੇ ਕਿਹਾ ਮੈਂ ਉਹ ਪੱਥਰ ਹਾਂ
ਜੇ ਕਿਸੇ ਉੱਪਰ ਡਿੱਗਾ ਤਾਂ ਵੀ ਉਹਦਾ ਚਕਨਾਚੂਰ ਕਰ ਦੇਣਾ, ਜੇ ਮੇਰੇ ਉੱਤੇ ਕੋਈ ਆ ਕੇ ਡਿੱਗ ਜਾਵੇ ਫਿਰ ਉਹ ਵੀ ਨਹੀਂ ਬਚਦਾ। ਇਸ ਕਰਕੇ ਤੁਸੀਂ ਕਹਿਣਾ ਪ੍ਰਭੂ ਜੀ ਵੀ ਮੇਰੇ ਜੀਵਨ 'ਚ ਪਾਪ ਨੂੰ ਵੀ ਵਿਚਾਰ ਨੂੰ ਖਤਮ ਕਰ ਦੇ। ਜਦੋਂ ਤੁਸੀਂ ਸੰਸਾਰ 'ਚ ਜਾ ਕੇ ਘੁੰਮਦੇ ਹੋ, ਖੁਦਾ ਦੇ ਵਚਨ ਨੂੰ ਪਹਿਲ ਨਹੀਂ ਦਿੰਦੇ, ਤੁਸੀਂ ਵਿਚਾਰੀ ਹੁੰਦੇ ਹੋ। ਕਹੋ ਪ੍ਰਭੂ ਜੀ ਮੇਰੇ ਅੰਦਰ ਇਸ ਵਿਚਾਰ ਨੂੰ ਖਤਮ ਕਰ, ਇਸ ਪਾਪ ਨੂੰ ਖਤਮ ਕਰ, ਇਸ ਗਲਤੀ ਨੂੰ ਮੇਰੇ ਅੰਦਰ ਖਤਮ ਕਰ। ਤੁਹਾਨੂੰ ਪਤਾ ਪ੍ਰਭੂ ਕਹਿੰਦਾ ਪਹਿਲ ਮੇਰੀ, ਪਹਿਲ ਪ੍ਰਭੂ ਦੀ ਆ। ਚਾਹੇ ਦਸ਼ਮਾਸ਼ ਹੋਵੇ, ਚਾਹੇ ਕੋਈ ਵਚਨ ਦਾ ਕੰਮ ਹੋਵੇ, ਪਹਿਲ ਖੁਦਾ ਦੀ ਹੋਣੀ ਚਾਹੀਦੀ ਆ। ਬਹੁਤ ਲੋਕ ਕੀ ਕਰਦੇ ਆ, ਕਹਿੰਦੇ ਪ੍ਰਭੂ ਜੀ ਬਚ ਗਿਆ ਤਾਂ ਤੈਨੂੰ ਦੇ ਦਾਂਗੇ। ਤੂੰ ਸਾਡੀ ਮਜਬੂਰੀ ਨਹੀਂ ਜਾਣਦਾ, ਤੂੰ ਜਾਣਦਾ ਸਾਡੀ ਮਜਬੂਰੀ, ਲੇਕਿਨ ਖੁਦਾ ਝੂਠ ਨਹੀਂ ਲੈਂਦਾ। ਪਹਿਲਾਂ ਖੁਦਾ ਨਹੀਂ ਦੋ, ਫਿਰ ਬਾਕੀ ਕੰਮ ਬਾਅਦ 'ਚ। ਉਹ ਕਹਿੰਦਾ ਪਹਿਲ ਮੇਰੀ ਹੋਣੀ ਚਾਹੀਦੀ ਆ। ਜੇ ਤੁਸੀਂ ਕੋਈ ਸਰੀਰਕ ਕੰਮ ਕਰਨ ਜਾ ਰਹੇ ਹੋ, ਜੇ ਤੁਹਾਨੂੰ ਪਤਾ ਆ ਵੀ ਆਤਮਿਕ ਕੰਮ ਕਰਨਾ ਪਹਿਲਾਂ ਜ਼ਰੂਰੀ ਆ, ਤੇ ਆਤਮਿਕ ਕੰਮ ਨੂੰ ਪਹਿਲਾਂ ਕਰੋ, ਚਾਹੇ ਤੁਹਾਨੂੰ ਨੁਕਸਾਨ ਵੀ ਕਿਉਂ ਨਾ ਹੋਵੇ। ਆਹੀ ਤਾਂ ਪਰਖਾਂ ਹੁੰਦੀਆਂ ਜਿਹਦੇ ਵਿੱਚੋਂ ਨਿਕਲਣਾ, ਇਹੀ ਤਾਂ ਬਲੀਦਾਨ ਹੁੰਦੇ ਆ। ਫਿਰ ਤੁਸੀਂ ਫੇਲ ਹੋ ਜਾਂਦੇ ਹੋ ਤੇ ਕਹਿੰਦੇ ਪ੍ਰਭੂ ਜੀ ਮੇਰੇ ਤੇ ਦਇਆ ਕਰ, ਮੈਂ ਤਾਂ ਚੱਲਦਾ ਸੀ ਤੇਰੇ ਵਿੱਚ। ਇਹ ਚੱਲਣਾ ਨਹੀਂ ਹੁੰਦਾ, ਇਹ ਡਗਮਗਾਣਾ ਹੁੰਦਾ। ਪ੍ਰਭੂ ਯੀਸ਼ੂ ਮਸੀਹ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਜਿਹੜੇ ਡਗਮਗਾਉਂਦੇ ਆ, ਕਦੇ ਖੜੇ ਹੋ ਗਏ ਕਦੇ ਬਹਿ ਗਏ। ਪ੍ਰਭੂ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਜਿਹੜੇ ਵਚਨ ਦੇ ਦਾਇਰੇ ਵਿੱਚ ਖੜੇ ਰਹਿੰਦੇ ਆ। ਤੁਹਾਨੂੰ ਪਤਾ ਜਦੋਂ ਮਿਲਟਰੀ ਵਿੱਚ ਫੌਜੀਆਂ ਨੂੰ ਡਿਊਟੀ ਦਿੱਤੀ ਜਾਂਦੀ, ਉਹ ਬਹਿੰਦੇ ਨਹੀਂ ਆ, ਉਹ ਖੜੇ ਰਹਿੰਦੇ ਆ। ਭਾਵੇਂ ਜਿੰਨੀ ਮਰਜ਼ੀ ਦੁੱਖ ਹੋਵੇ, ਤਕਲੀਫ ਹੋਵੇ, ਤੁਹਾਨੂੰ ਵੀ ਵਚਨ ਦੇ ਦਾਇਰੇ ਵਿੱਚ ਖੜਨਾ ਪਵੇਗਾ। ਜੇ ਕੋਈ ਵਚਨ ਦੇ ਦਾਇਰੇ 'ਚ ਨਹੀਂ ਖੜਦਾ, ਫਿਰ ਉਹ ਵਿਚਾਰੀ ਆ, ਫਿਰ ਉਹ ਬੰਦਾ ਪਾਪੀ ਆ, ਫਿਰ ਉਹ ਬੰਦਾ, ਉਹ ਭੈਣ ਭਾਈ ਗਲਤੀ ਤੇ ਆ। ਤੇ ਖੁਦਾ ਕਹਿੰਦਾ ਆਪਣੀ ਗਲਤੀਆਂ ਛੱਡ ਤੇ ਮੇਰੇ ਕੋਲ ਆ। ਇਸ ਕਰਕੇ ਆਪਣੀ ਗਲਤੀਆਂ ਨੂੰ ਛੱਡੋ, ਇਜ਼ਰਾਈਲੀਆਂ ਵਰਗੇ ਕੰਮ ਨਾ ਕਰੋ ਵੀ ਮੂਸਾ ਤੂੰ ਸਾਨੂੰ ਮਾਰਨ ਦੇ ਲਈ ਆਇਆ, ਸਾਨੂੰ ਏਦਾਂ ਹੋ ਗਿਆ। ਐਡੇ ਐਡੇ ਚਮਤਕਾਰ ਹੋਣ ਦੇ ਬਾਵਜੂਦ ਵੀ ਉਹ ਲੋਕ ਕਨਾਨ 'ਚ ਨਹੀਂ ਪਹੁੰਚ ਪਾਏ। ਹੋ ਸਕਦਾ ਤੁਸੀਂ ਸੰਸਾਰ ਨੂੰ ਛੱਡ ਕੇ ਆਏ ਹੋ, ਸੰਦੇਸ਼ ਦੇ ਵਿੱਚ ਬੈਪਟਾਈਜ਼ ਦਿੱਤਾ ਹੋਵੇ, ਜੇ ਤੁਸੀਂ ਖੁਦਾ ਦੇ ਰਾਹ 'ਚ ਹੀ ਨਾ ਜਾ ਪਾਵੋ ਤੇ ਕੀ ਫਾਇਦਾ। ਫਿਰ ਜੇ ਰਾਸਤੇ 'ਚ ਤੁਹਾਨੂੰ ਮਾਰ ਦਿੱਤਾ ਜਾਵੇ, ਫਿਰ ਤਾਂ ਤੁਸੀਂ ਉੱਥੇ ਹੀ ਚੰਗੇ ਸੀ ਜਿੱਥੋਂ ਆਏ। ਹੁਣ ਕੀ ਫਾਇਦਾ ਹੋਇਆ ਉਹਨਾਂ ਇਜ਼ਰਾਈਲੀਆਂ ਦਾ। ਲੇਕਿਨ ਪੁਰਾਣੀ ਪੀੜ੍ਹੀ ਦੇ ਜਿੰਨੇ ਲੋਕ ਸੀ ਸਾਰੇ ਮਾਰੇ ਗਏ, ਆਪਣੀ ਗਲਤੀ ਦੇ ਕਾਰਨ ਮਾਰੇ ਗਏ। ਜੇ ਅੱਜ ਵੀ ਕੋਈ ਬੰਦਾ ਕਹਿੰਦਾ ਮੈਂ ਪ੍ਰਭੂ 'ਚ ਵੀ ਦੁੱਖ ਝੱਲ ਰਿਹਾ, ਫਿਰ ਉਹ ਬੰਦਾ ਖੁਦ ਹੀ ਗਲਤ ਆ। ਇੱਕ ਦੁੱਖ ਹੁੰਦਾ ਪ੍ਰਭੂ ਦੇ ਲਈ ਝੱਲਣਾ, ਵੀ ਪ੍ਰਭੂ ਮੈਂ ਤੇਰੇ ਲਈ ਦੁੱਖ ਝੱਲ ਰਿਹਾ। ਇੱਕ ਦੁੱਖ ਹੁੰਦਾ ਆ, ਉਹ ਦੁੱਖ 'ਚ ਬੰਦਾ ਖੁਦ ਹੀ ਫਸਿਆ ਹੋਇਆ, ਉਹ ਪ੍ਰਭੂ ਦੇ ਲਈ ਦੁੱਖ ਨਹੀਂ ਹੁੰਦਾ। ਅੱਜ ਲੋਕ ਕਹਿੰਦੇ ਜੀ ਮੈਂ ਗਰੀਬ ਆ, ਮੈਂ ਏਦਾਂ ਆ, ਮੇਰੇ ਘਰ 'ਚ ਝਗੜਾ ਹੁੰਦਾ, ਮੈਂ ਬੜਾ ਦੁਖੀ ਆ, ਮੈਂ ਪ੍ਰਭੂ ਲਈ। ਇਹ ਪ੍ਰਭੂ ਲਈ ਦੁੱਖ ਚੱਲਣਾ ਥੋੜੀ ਆ, ਇਹ ਤਾਂ ਤੁਹਾਡੀ ਗਲਤੀਆਂ ਦਾ ਦੁੱਖ ਆ। ਪ੍ਰਭੂ ਲਈ ਦੁੱਖ ਚੱਲਣਾ ਹੁੰਦਾ ਵਚਨ ਦੇ ਵਿੱਚ ਖੜੇ ਰਹਿ ਕੇ ਵਚਨ ਨੂੰ ਪੂਰਾ ਕਰਨਾ, ਇਹ ਹੁੰਦਾ ਪ੍ਰਭੂ ਦੇ ਲਈ ਦੁੱਖ ਚੱਲਣਾ। ਜੇ ਤੁਸੀਂ ਕਹਿੰਦੇ ਹੋ ਵੀ ਮੈਂ ਦੁੱਖ ਚੱਲ ਰਿਹਾ, ਤੇ ਪ੍ਰਭੂ ਦੇ ਲਈ ਦੁੱਖ ਚੱਲੋ। ਕੱਟੋ ਆਪਣੇ ਰਿਸ਼ਤੇਦਾਰਾਂ ਨੂੰ, ਕੱਟੋ ਆਪਣੇ ਭੈਣ ਭਰਾਵਾਂ ਨੂੰ। ਜੇ ਤੁਹਾਨੂੰ ਕੋਈ ਰੋਕਦਾ ਚਰਚ ਜਾਣ ਤੋਂ, ਕੱਢ ਦੋ ਇਸ ਮਨੁੱਖ ਨੂੰ। ਕਹੋ ਮੈਂ ਖੁਦਾ ਦੇ ਵਚਨ ਨੂੰ ਪਹਿਲ ਦੇਣੀ ਆ। ਇਸ ਕਰਕੇ ਖੁਦਾ ਕਹਿੰਦਾ ਮੈਂ ਡਰਪੋਕਾਂ ਦਾ ਖੁਦਾ ਨਹੀਂ ਆ। ਡਰਪੋਕ ਨਹੀਂ ਬਣਨਾ। ਖੁਦਾ ਦੇ ਵਚਨ ਦੇ ਲਈ ਹਰੇਕ ਮਨੁੱਖ ਨੂੰ ਕੱਢ ਦਵੋ ਜਿਹੜਾ ਤੁਹਾਡੇ ਵਿੱਚ ਤੇ ਖੁਦਾ ਦੇ ਵਿੱਚ ਆਂਦਾ ਹੈ। ਇਸ ਕਰਕੇ ਸੰਤ ਪੌਲੁਸ ਨੇ ਕਿਹਾ ਕੌਣ ਮੈਨੂੰ ਯਿਸੂ ਤੋਂ ਜੁਦਾ ਕਰੇਗਾ। ਕੀ ਪੈਸਾ, ਕੀ ਦੌਲਤ, ਕੀ ਸ਼ੋਹਰਤ, ਕੁਝ ਵੀ ਨਹੀਂ। ਸੰਤ ਪੌਲੁਸ ਨੂੰ ਇੰਨਾ ਕੁੱਟਿਆ ਗਿਆ, ਮਾਰਿਆ ਗਿਆ, 5 ਵਾਰੀ ਕੋੜੇ ਮਾਰੇ ਗਏ, ਬੈਤਾਂ ਮਾਰੀਆਂ ਗਈਆਂ, ਚਪੇੜਾਂ ਮਾਰੀਆਂ ਗਈਆਂ, ਬੇਇੱਜ਼ਤੀ ਕੀਤੀ ਗਈ। ਨੰਗਾ ਵੀ ਰਿਹਾ ਕਈ ਵਾਰੀ, ਉਹ ਸਮੁੰਦਰਾਂ 'ਚ ਵੀ ਰਿਹਾ, ਠੰਡ 'ਚ ਵੀ ਰਿਹਾ। ਕੀ ਸੰਤ ਪੌਲੁਸ ਨੂੰ ਕੋਈ ਮਸੀਹ ਦੇ ਪ੍ਰੇਮ ਤੋਂ ਅਲੱਗ ਕਰ ਪਾਇਆ? ਕਿਉਂਕਿ ਮਸੀਹ ਉਹਦੇ ਅੰਦਰ ਆ ਗਿਆ ਸੀਗਾ। ਜਦੋਂ ਮਸੀਹ ਤੁਹਾਡੇ ਅੰਦਰ ਆਵੇਗਾ ਤੇ ਕੋਈ ਵੀ ਤੁਹਾਨੂੰ ਫਿਰ ਮਸੀਹ ਦੇ ਪ੍ਰੇਮ ਤੋਂ ਅੱਡ ਨਹੀਂ ਕਰ ਸਕਦਾ। ਜੇ ਤੁਸੀਂ ਅੱਡ ਹੁੰਦੇ ਹੋ ਤੇ ਇਹਦਾ ਇਹੋ ਹੀ ਮਤਲਬ ਆ ਵੀ ਮਸੀਹ ਤੁਹਾਡੇ ਅੰਦਰ ਹੈ ਹੀ ਨਹੀਂ ਸੀਗਾ ਕਦੇ ਵੀ। ਸਭ ਦਾਅਵੇ ਫੋਕੇ ਸੀਗੇ, ਸਭ ਦਾਅਵੇ ਝੂਠੇ ਸੀ। ਜਦੋਂ ਜੱਕੀ ਦੇ ਅੰਦਰ ਮਸੀਹ ਆਇਆ ਤੇ ਜੱਕੀ ਨੇ ਆਪਣਾ ਸਭ ਕੁਝ ਲੜਾ ਦਿੱਤਾ। ਉਹ ਕਹਿੰਦਾ ਪ੍ਰਭੂ ਜੀ ਮੇਰਾ ਧਨ ਦੌਲਤ ਕੀ ਸਭ ਕੁਝ ਤੇਰੇ ਲਈ ਨਿਸ਼ਾਵਰ ਕੀਤਾ। ਇਹਨੂੰ ਕਹਿੰਦੇ ਪ੍ਰੇਮ। ਸਾਰਾ ਕੁਝ ਛੱਡ ਕੇ ਮਸੀਹ ਨੂੰ ਅਪਣਾਣਾ। ਕਿ ਤੁਸੀਂ ਆਪਣਾ ਸਾਰਾ ਕੁਝ ਛੱਡ ਕੇ ਮਸੀਹ ਨੂੰ ਅਪਣਾਉਣ ਨੂੰ ਤਿਆਰ ਹੋ? ਹੈਗੀ ਇਹਦੀ ਤਾਕਤ ਤੁਹਾਡੇ ਅੰਦਰ ਵੀ ਕਹਿ ਸਕੋ ਇਹ ਸੰਸਾਰ ਅਲਵਿਦਾ। ਕਹੋ ਸੰਸਾਰ ਨੂੰ ਅਲਵਿਦਾ, ਫਿਰ ਦੇਖੋ ਪਰਮੇਸ਼ਵਰ ਵੀ ਖੜਾ ਤੁਹਾਡੇ ਅੱਗੇ। ਖੁਦਾ ਏਦਾਂ ਨਹੀਂ ਮਿਲਦਾ। ਖੁਦਾ ਨੂੰ ਪਾਣਾ ਕੋਈ ਔਖਾ ਵੀ ਨਹੀਂ ਹੈ ਤੇ ਕੋਈ ਸੌਖਾ ਵੀ ਨਹੀਂ ਹੈ। ਕੋਈ ਔਖਾ ਨਹੀਂ ਖੁਦਾ ਨੂੰ ਪਾਣਾ। ਸੰਸਾਰ ਨੂੰ ਛੱਡੋ ਤੇ ਖੁਦਾ ਨੂੰ ਪਾ ਲਓ।
ਔਖਾ ਉਹਨਾਂ ਲੋਕਾਂ ਵਾਸਤੇ ਜਿਹੜੇ ਸੰਸਾਰ ਦੇ ਨਾਲ ਬੰਨੇ ਹੋਏ ਆ। ਉਹ ਕਹਿੰਦੇ ਸੰਸਾਰ ਬੜਾ ਸੋਹਣਾ, ਛੱਡੀਏ ਕਿੱਦਾਂ, ਬਹੁਤ ਸੋਹਣਾ। ਜਿੱਦਾਂ ਦਲੀਲਾ ਨੂੰ ਕਿਹਾ ਸੀਗਾ ਸੈਮਸਨ ਨੇ, ਬਹੁਤ ਸੋਹਣੀ ਆ, ਛੱਡ ਨਹੀਂ ਸਕਦਾ। ਅੱਖਾਂ ਗਵਾਣੀਆਂ ਪਈਆਂ, ਮੌਤ ਉੱਪਰ ਆ ਗਈ। ਜੇ ਖੁਦਾ ਨੂੰ ਪਾਣਾ ਤੇ ਸੰਸਾਰ ਨੂੰ ਛੱਡ ਦੋ, ਫਿਰ ਕੋਈ ਮਤਲਬ ਨਹੀਂ। ਜਿੰਨੇ ਮਰਜ਼ੀ ਤਕਲੀਫ 'ਚ ਹੋਵੋਗੇ ਤੁਸੀਂ ਤਾਂ ਵੀ ਖੁਸ਼ ਰਹਿਣਾ। ਤੁਸੀਂ ਕਹਿਣਾ ਪ੍ਰਭੂ ਜੀ ਤੇਰੀ ਮਹਿਮਾ ਹੋਵੇ, ਮੈਂ ਕਦੇ ਪਰਵਾਹ ਨਹੀਂ ਕਰਦਾ। ਜਿੰਨੀ ਮਰਜ਼ੀ ਤਕਲੀਫ ਹੋਵੇ, ਦੁੱਖ ਹੋਵੇ, ਕੁਝ ਵੀ, ਮੈਨੂੰ ਪਤਾ ਆ ਵੀ ਪ੍ਰਭੂ ਮੇਰੇ ਨਾਲ ਰਹਿੰਦਾ 24 ਘੰਟੇ। ਇਸ ਕਰਕੇ ਹਮੇਸ਼ਾ ਆਤਮਾ ਦੇ ਵਿੱਚ ਰਹਿਣਾ ਹੈ। ਆਪਣੇ ਪਾਪਾਂ ਨੂੰ ਛੱਡੋ, ਗਲਤੀਆਂ ਨੂੰ ਛੱਡੋ, ਆਪਣਾ ਜੀਵਨ ਪ੍ਰਭੂ ਯੀਸ਼ੂ ਮਸੀਹ ਨੂੰ ਸਮਰਪਿਤ ਕਰ ਦਿਓ ਤੇ ਸੰਸਾਰ ਨੂੰ ਅਲਵਿਦਾ ਕਹਿ ਦਿਓ। ਹਲੇ ਮੌਕਾ ਹੈਗਾ ਆ। ਜਿਸ ਦਿਨ ਮੌਕਾ ਹੱਥ ਤੋਂ ਚਲਾ ਗਿਆ ਕੁਛ ਨਹੀਂ ਮਿਲਣਾ। ਜਦੋਂ ਲਾਜ਼ਰ ਤੇ ਧਨੀ ਮਨੁੱਖ ਸੀਗੇ ਤੇ ਦੋਨੋਂ ਧਰਤੀ ਤੇ ਸੀਗੇ, ਲੇਕਿਨ ਇੱਕ ਨਰਕ ਵਿੱਚ ਚਲਾ ਗਿਆ ਤੇ ਲਾਜ਼ਰ ਇਬਰਾਹਿਮ ਦੀ ਗੋਦ ਵਿੱਚ ਗਿਆ ਤੇ ਧਨੀ ਮਨੁੱਖ ਕਹਿੰਦਾ ਵੀ ਮੈਨੂੰ ਪਾਣੀ ਦਾ ਇੱਕ ਤੁਪਕਾ ਮੇਰੀ ਜੀਭ ਤੇ ਲਗਾ ਦਿੱਤਾ ਜਾਵੇ। ਲੇਕਿਨ ਇਬਰਾਹਿਮ ਨੇ ਕੀ ਕਿਹਾ, ਤੇਰੇ ਤੇ ਸਾਡੇ ਵਿੱਚ ਇੱਕ ਦੀਵਾਰ ਆ। ਕਿਉਂ? ਇਸੇ ਤਰ੍ਹਾਂ ਆ, ਉਹਨੇ ਮਿੰਨਤਾਂ ਕੀਤੀਆਂ ਮੇਰੇ ਭਾਈਆਂ ਦੇ ਕੋਲ ਕਿਸ ਨੂੰ ਭੇਜ ਦਿੱਤਾ ਜਾਵੇ। ਤੁਹਾਨੂੰ ਪਤਾ ਜੇ ਮੁਰਦੇ ਜਿੰਨੇ ਲੋਕ ਮਰ ਗਏ ਆ ਉਹ ਨਰਕ ਵਿੱਚ ਚੀਕਾਂ ਮਾਰ ਰਹੇ। ਅੱਜ ਤੁਸੀਂ ਦੇਖਦੇ ਵੀ ਇੱਥੇ ਸੰਸਾਰ ਬੜਾ ਸੋਹਣਾ, ਇੱਕ ਆਹ ਸੰਸਾਰ ਹੈ, ਇੱਕ ਸੰਸਾਰ ਥੱਲੇ ਵੀ ਆ, ਨਰਕ ਦੇ ਵਿੱਚ ਵੀ ਸੰਸਾਰ ਹੈ, ਉੱਥੇ ਵੀ ਇੱਕ ਸੰਸਾਰ ਆ। ਉਹ ਲੋਕ ਚੀਕਾਂ ਮਾਰ ਰਹੇ ਆ, ਉਹ ਕਹਿ ਰਹੇ ਹੋਣੇ ਮੇਰੇ ਭਾਈ ਮੇਰੀ ਭੈਣ ਤੂੰ ਨਾ ਇੱਥੇ ਆ ਜੀ, ਤੂੰ ਨਾ ਇੱਥੇ ਆ ਜੀ। ਲੇਕਿਨ ਭੈਣ ਭਾਈ ਤਾਂ ਪਹਿਲਾਂ ਹੀ ਤਿਆਰ ਆ ਜੱਫੀ ਪਾਉਣ ਨੂੰ ਵੀ ਤੂੰ ਗਈ ਆ ਥੱਲੇ ਤੇ ਮੈਂ ਵੀ ਜਾਵਾਂਗੀ, ਤੂੰ ਗਿਆ ਥੱਲੇ ਤੇ ਮੈਂ ਵੀ ਜਾਵਾਂਗਾ। ਏਦਾਂ ਨਾ ਕਰੋ। ਵਚਨ ਨੂੰ ਪਹਿਲ ਦਿਓ, ਯੀਸ਼ੂ ਮਸੀਹ ਨੂੰ ਪਹਿਲ ਦਿਓ। ਕਿਸੇ ਮਨੁੱਖ ਨੂੰ ਪਹਿਲ ਨਹੀਂ ਦੇਣੀ, ਮਨੁੱਖ ਯੋਗ ਨਹੀਂ ਆ। ਯੀਸ਼ੂ ਮਸੀਹ ਨੂੰ ਪਹਿਲ ਦਿਓ, ਕਿਉਂਕਿ ਯੀਸ਼ੂ ਮਸੀਹ ਹੀ ਯੋਗ ਆ ਪਹਿਲ ਦੇ। ਕੋਈ ਮਨੁੱਖ ਨੂੰ ਕਦੇ ਪਹਿਲ ਨਾ ਦਿਓ। ਕੋਈ ਮਨੁੱਖ ਪਹਿਲ ਦੇ ਯੋਗ ਨਹੀਂ ਆ। ਸਿਰਫ ਤੇ ਸਿਰਫ ਯੀਸ਼ੂ ਮਸੀਹ ਪਹਿਲ ਦੇ ਯੋਗ ਆ। ਇਸ ਕਰਕੇ ਆਪਣੇ ਜੀਵਨ ਨੂੰ ਯੀਸ਼ੂ ਮਸੀਹ ਨੂੰ ਸਮਰਪਿਤ ਕਰੋ। ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ, ਧੰਨਵਾਦ ਪ੍ਰਭੂ ਯੀਸ਼ੂ ਮਸੀਹ। ਸੱਚਮੁੱਚ ਖੁਦਾਵੰਦਾ, ਇਹ ਸੰਸਾਰ ਦਾ ਮਿੱਤਰਚਾਰਾ ਮੌਤ ਹੈ ਖੁਦਾਵੰਦ ਪ੍ਰਭੂ ਜੀ। ਜਿਹੜੇ ਮਨੁੱਖ ਇਸ ਸੰਸਾਰ ਦਾ ਮਿੱਤਰਚਾਰਾ ਰੱਖਦੇ ਹਨ ਪ੍ਰਭੂ ਜੀ, ਮੇਰੇ ਮਹਾਨ ਪਿਤਾ ਪ੍ਰਭੂ ਜੀ, ਉਹ ਵੀ ਵਿਚਾਰੀ ਹਨ ਪ੍ਰਭੂ ਜੀ, ਉਹ ਪਾਪੀ ਹਨ ਖੁਦਾਵੰਦਾ, ਉਹ ਮਨੁੱਖ ਗਲਤੀ ਤੇ ਹਨ ਪ੍ਰਭੂ ਜੀ। ਲੇਕਿਨ ਜਿਹੜੇ ਮਨੁੱਖ ਖੁਦਾਵੰਦ ਤੇਰੇ ਵਚਨ ਵਿੱਚ ਆ ਜਾਂਦੇ ਹਨ ਪ੍ਰਭੂ ਜੀ, ਸੰਸਾਰ ਨੂੰ ਛੱਡ ਦਿੰਦੇ ਹਨ ਪ੍ਰਭੂ ਜੀ, ਉਹ ਤੇਰੇ ਪਿਆਰੇ ਬਣ ਜਾਂਦੇ ਹਨ ਪ੍ਰਭੂ ਜੀ। ਤੇ ਉਹ ਕਹਿ ਦਿੰਦੇ ਹਨ ਇਹ ਸੰਸਾਰ ਅਸੀਂ ਤੈਨੂੰ ਅਲਵਿਦਾ ਆਖਦੇ ਹਾਂ, ਕਿਉਂਕਿ ਸੰਸਾਰ ਜੀਵਨ ਨਹੀਂ ਦਿੰਦਾ ਪ੍ਰਭੂ ਜੀ। ਦਲੀਲਾ ਨੇ ਜੀਵਨ ਨਹੀਂ ਦਿੱਤਾ ਸੀ ਸੈਮਸਨ ਨੂੰ ਪ੍ਰਭੂ ਜੀ, ਦਲੀਲਾ ਨੇ ਸੈਮਸਨ ਨੂੰ ਮੌਤ ਦਿੱਤੀ ਸੀ ਖੁਦਾਵੰਦਾ। ਇਸੇ ਤਰ੍ਹਾਂ ਮੇਰੇ ਮਹਾਨ ਪਿਤਾ ਇਹ ਸੰਸਾਰ ਵੀ ਖੁਦਾਵੰਦਾ ਲੋਕਾਂ ਨੂੰ ਜੀਵਨ ਨਹੀਂ ਦੇ ਸਕਦਾ ਪ੍ਰਭੂ ਜੀ, ਕਿਉਂਕਿ ਜੀਵਨ ਦਾ ਦਾਤਾ ਤੇ ਤੂੰ ਹੈ ਪ੍ਰਭੂ ਜੀ। ਤੂੰ ਕਿਹਾ ਹੈ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਮੇਰੇ ਵਸੀਲੇ ਤੋਂ ਬਿਨਾ ਕੋਈ ਵੀ ਪਿਤਾ ਦੇ ਰਾਜ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਸੱਚ ਹੈ ਪ੍ਰਭੂ ਯੀਸ਼ੂ ਮਸੀਹ, ਜਿੱਦ ਤੱਕ ਕੋਈ ਤੈਨੂੰ ਨਹੀਂ ਅਪਣਾਉਂਦਾ ਪ੍ਰਭੂ ਜੀ, ਤੈਨੂੰ ਪ੍ਰਭੂ ਜੀ ਪਹਿਲ ਨਹੀਂ ਦਿੰਦਾ, ਤੈਨੂੰ ਰਿਸਪੈਕਟ ਨਹੀਂ ਦਿੰਦਾ ਖੁਦਾਵੰਦਾ, ਉਹ ਕਦੇ ਵੀ ਸਵਰਗ ਦੇ ਰਾਜ 'ਚ ਵੜ ਨਹੀਂ ਸਕਦਾ ਮੇਰੇ ਮਹਾਨ ਪਿਤਾ। ਇਸ ਕਰਕੇ ਤੂੰ ਨਿਕੋਦੇਮੁਸ ਨੂੰ ਵੀ ਕਿਹਾ ਸੀ ਜਿੱਦ ਤੱਕ ਕੋਈ ਮਨੁੱਖ ਜਲ ਅਤੇ ਆਤਮਾ ਦੇ ਨਾਲ ਨਹੀਂ ਜੰਮਦਾ ਉਹ ਪਰਮੇਸ਼ਵਰ ਦੇ ਰਾਜ 'ਚ ਵੜ ਨਹੀਂ ਸਕਦਾ। ਇਹ ਭੁਲੇਖਾ ਆ ਵੀ ਅੱਜ ਮਨੁੱਖ ਕਹਿੰਦੇ ਸੀ ਖੁਦਾ ਦੇ ਰਾਜ 'ਚ ਜਾਵਾਂਗੇ। ਯੀਸ਼ੂ ਮਸੀਹ ਜੇ ਕਿਸੇ ਮਨੁੱਖ ਦੇ ਜੀਵਨ 'ਚ ਨਹੀਂ, ਉਹ ਕਦੇ ਵੀ ਖੁਦਾ ਦੇ ਰਾਜ 'ਚ ਨਹੀਂ ਜਾ ਸਕਦਾ। ਪ੍ਰਭੂ ਯੀਸ਼ੂ ਮਸੀਹ ਅੱਜ ਦਾ ਵਚਨ ਖੁਦਾਵੰਦਾ ਮੈਂ ਵਿਸ਼ਵਾਸ ਕਰਦਾ ਪ੍ਰਭੂ ਜੀ, ਜੋ ਵਚਨ ਮੈਂ ਪ੍ਰਚਾਰ ਕੀਤਾ ਪਾਪ ਤੇ ਖੁਦਾਵੰਦਾ ਵਿਚਾਰ ਤੇ ਗਲਤੀ ਤੇ ਖੁਦਾਵੰਦਾ, ਇਹ ਗਲਤੀਆਂ ਪਾਪ ਤੇ ਵਿਚਾਰ ਪ੍ਰਭੂ ਜੀ ਇਹਨਾਂ ਲੋਕਾਂ ਚੋਂ ਬਾਹਰ ਕੱਢ ਦੇ ਖੁਦਾਵੰਦਾ, ਤਾਂ ਕਿ ਆਪਣੇ ਜੀਵਨਾਂ ਨੂੰ ਤੈਨੂੰ ਸਮਰਪਿਤ ਕਰ ਸਕਣ ਪ੍ਰਭੂ ਜੀ। ਕਿਉਂਕਿ ਬਹੁਤ ਜਲਦੀ ਤੇਰੇ ਨਬੀ ਨੇ ਕਿਹਾ ਹੈ ਸੰਸਾਰ ਨੂੰ ਅੱਗ ਦੇ ਨਾਲ ਸਾੜਿਆ ਜਾਵੇਗਾ, ਕਿਉਂਕਿ ਹਰ ਮਨੁੱਖ ਤਿਆਰੀ ਦੇ ਵਿੱਚ ਹੈ, ਉਹਦੀ ਦੁਲਹਨ ਉਡਾਏ ਜਾਣ ਦੀ ਤਿਆਰੀ 'ਚ ਹੈ, ਉਠਾਏ ਜਾਣ ਦੀ ਤਿਆਰੀ 'ਚ ਹੈ। ਲੇਕਿਨ ਇਹ ਸੰਸਾਰ ਮੌਤ ਵਿੱਚ ਜਲਣ ਦੀ ਤਿਆਰੀ 'ਚ ਕਰ ਰਿਹਾ ਹੈ ਖੁਦਾਵੰਦਾ। ਸੱਚਮੁੱਚ ਖੁਦਾਵੰਦਾ ਸੰਸਾਰ ਮੌਤ ਦੀ ਤਿਆਰੀ ਕਰ ਰਿਹਾ ਹੈ ਖੁਦਾਵੰਦਾ। ਤੇ ਪ੍ਰਭੂ ਯੀਸ਼ੂ ਮਸੀਹ 'ਚ ਕਿੱਦਾਂ ਲੋਕ ਹਾਲੀਵੁੱਡ ਬਾਲੀਵੁੱਡ ਫਿਲਮਾਂ ਦੇ ਪਿੱਛੇ ਲੱਗ ਰਹੇ ਹਨ ਖੁਦਾਵੰਦਾ, ਲੇਕਿਨ ਤੇਰੇ ਪਵਿੱਤਰ ਲੋਕ ਤੇਰੇ ਵਚਨ ਵਿੱਚ ਲੱਗ ਰਹੇ ਹਨ ਪ੍ਰਭੂ ਜੀ। ਤੂੰ ਦਇਆ ਕਰ, ਕਿਰਪਾ ਕਰ, ਸਭ ਭੈਣ ਭਾਈਆਂ ਨੂੰ ਆਸ਼ੀਸ਼ ਔਰ ਬਰਕਤ ਦੇ ਪ੍ਰਭੂ ਜੀ, ਛੋਟੇ ਬੱਚਿਆਂ ਨੂੰ ਆਸ਼ੀਸ਼ ਔਰ ਬਰਕਤ ਦੇ ਖੁਦਾਵੰਦਾ। ਏਦਾਂ ਪ੍ਰਭੂ ਯੀਸ਼ੂ ਮਸੀਹ ਮੇਰੇ ਮਹਾਨ ਪਿਤਾ ਤੂੰ ਮੂਸਾ ਨੂੰ ਕਿਹਾ ਸੀ ਤੇਰੇ ਲੋਕਾਂ ਦੇ ਹਿਰਦਿਆਂ ਦੀ ਪੱਟੀਆਂ ਉੱਤੇ ਵਚਨ ਹੋਵੇ ਪ੍ਰਭੂ ਜੀ। ਅੱਜ ਤੇਰੇ ਹਿਰਦੇ, ਅੱਜ ਤੇਰੀ ਕਲੀਸਿਆ ਦੇ ਬੱਚਿਆਂ ਦੇ ਉੱਪਰ ਵੀ ਪ੍ਰਭੂ ਜੀ ਤੇਰਾ ਵਚਨ ਹੋਵੇ ਪ੍ਰਭੂ ਜੀ, ਇਹਨਾਂ ਦੇ ਹਿਰਦਿਆਂ ਵਿੱਚ ਤੇਰਾ ਵਚਨ ਹੋਵੇ ਖੁਦਾਵੰਦਾ। ਦਇਆ ਕਰ, ਕਿਰਪਾ ਕਰ, ਕਿਉਂਕਿ ਖੁਦਾਵੰਦ ਸ਼ੈਤਾਨ ਪ੍ਰਭੂ ਯੀਸ਼ੂ ਮਸੀਹ ਦਿਮਾਗ ਨੂੰ ਇਸਤੇਮਾਲ ਕਰਦਾ ਹੈ, ਲੇਕਿਨ ਪ੍ਰਭੂ ਜੀ ਤੂੰ ਹਿਰਦੇ ਨੂੰ ਇਸਤੇਮਾਲ ਕਰਦਾ ਹੈ ਪ੍ਰਭੂ ਜੀ। ਤੂੰ ਟੁੱਟੇ ਹੋਏ ਹਿਰਦੇ ਨੂੰ ਇਸਤੇਮਾਲ ਕਰਦਾ ਹੈ ਪ੍ਰਭੂ ਜੀ। ਅੱਜ ਇਹਨਾਂ ਟੁੱਟੇ ਹੋਏ ਹਿਰਦਿਆਂ ਨੂੰ ਵੀ ਇਸਤੇਮਾਲ ਕਰ ਪ੍ਰਭੂ ਜੀ, ਇਹਨਾਂ ਤੇ ਦਇਆ ਕਰ,
ਕਿਰਪਾ ਕਰ, ਇਹਨਾਂ ਨੂੰ ਬਹਾਲੀ ਦੇ ਪ੍ਰਭੂ ਯਿਸੂ ਮਸੀਹ, ਕਿਉਂਕਿ ਸਭ ਤੋਂ ਵੱਡੀ ਬਰਕਤ ਖੁਦਾਵੰਦ ਤੇਰੀ ਦਇਆ ਹੈ ਖੁਦਾਵੰਦ। ਪੈਸਾ ਬਰਕਤ ਨਹੀਂ ਹੈ ਪ੍ਰਭੂ ਜੀ, ਉਹ ਚੀਜ਼ ਕੁਝ ਹੋਰ ਹੈ, ਲੇਕਿਨ ਸਭ ਤੋਂ ਵੱਡੀ ਬਰਕਤ ਪ੍ਰਭੂ ਜੀ ਤੇਰੀ ਦਇਆ ਤੇ ਤੇਰੀ ਕਿਰਪਾ ਹੈ ਪ੍ਰਭੂ ਜੀ। ਤੇਰੀ ਦਇਆ ਤੇ ਤੇਰੀ ਕਿਰਪਾ ਹਮੇਸ਼ਾ ਪ੍ਰਭੂ ਯਿਸੂ ਮਸੀਹ ਸੰਗਤ ਦੇ ਨਾਲ ਹੁੰਦੀ ਰਹੇ। ਜਦ ਤੱਕ ਤੂੰ ਨਹੀਂ ਆਂਦਾ, ਅਸੀਂ ਤੇਰੀ ਦਇਆ ਤੇ ਕਿਰਪਾ ਵਿੱਚ ਹੋ ਕੇ ਖੁਦਾਵੰਦਾ ਤੇਰੀ ਮਹਿਮਾ ਅਤੇ ਵਡਿਆਈ ਕਰਦੇ ਰਹੀਏ। ਸਾਰਾ ਆਦਰ ਜਲਾਲ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਜਲਾਲੀ ਨਾਮ ਨੂੰ ਦਿੰਦਾ ਹਾਂ, ਤੇ ਪ੍ਰਭੂ ਯਿਸੂ ਮਸੀਹ ਮਿੱਠੇ ਜਲਾਲੀ ਨਾਮ 'ਚ ਮੰਗਦੇ ਹਾਂ। ਆਮੀਨ। ਹਾਲੇਲੂਇਆ।